ਮਾਂ ਬਾਰੇ ਰੇਖਾ ਚਿੱਤਰ ਵੱਡਾ ਰੁੱਖ ਪੁਸਤਕ ਸੰਪਾਦਿਤ ਕੀਤੀ ਜਿੰਦਰ ਜੀ ਨੇ। ਉਹਦਾ ਅਗਲਾ ਲੇਖ ਹੈ ਸੁਰਿੰਦਰ ਨੀਰ ਦਾ ਰੂਪਦਾਰ ਬੇਜੀ। ਮੈਂ ਜੋ ਕੁਝ ਵੀ ਹਾਂ, ਮੇਰੇ ਉਹ ਕੁਝ ਹੋਣ ਵਿੱਚ ਮੇਰੀ ਬੇਜੀ ਦਾ ਬਹੁਤ ਵੱਡਾ ਯੋਗਦਾਨ ਹੈ। ਜੋ ਉਹਨਾਂ ਦਾ ਸਾਹਸ ਤੇ ਮੇਰੇ ਪ੍ਰਤੀ ਉਹਨਾਂ ਦਾ ਵਿਸ਼ਵਾਸ ਇੰਨਾ ਦ੍ਰਿੜ ਨਾ ਹੁੰਦਾ ਤਾਂ ਮੈਂ ਵੀ ਆਪਣੇ ਉਸ ਪਹਾੜੀ ਪਿੰਡ ਦੀ ਪਥਰੀਲੀ ਧਰਤੀ ਦੀਆਂ ਉਹਨਾਂ ਹੀ ਕੰਡਿਆਲੀਆਂ ਥੋਰਾਂ ਵਿੱਚ ਉਲਝੀ ਜ਼ਿੰਦਗੀ ਜਿਉਣ ਲਈ ਮਜਬੂਰ ਹੁੰਦੀ ਜਿਵੇਂ ਹੁਣ ਵੀ ਮੇਰੇ ਉਸ ਪਿੰਡ ਦੀਆਂ ਕੁੜੀਆਂ ਜਿਉਣ ਲਈ ਮਜਬੂਰ ਹਨ। ਬੇਸ਼ੱਕ ਆਰਥਿਕ ਪੱਖੋਂ ਹੁਣ ਇਹ ਪਹਾੜੀ ਪਿੰਡ ਵੀ ਸ਼ਹਿਰੀ ਕਸਬਿਆਂ ਦੇ ਹਾਣ ਦੇ ਹੋ ਗਏ ਹੋਣ, ਪਰ ਕੁੜੀਆਂ ਦੀ ਪੜ੍ਹਾਈ ਦਾ ਸਿਲਸਿਲਾ ਅਜੇ ਵੀ 10ਵੀਂ ਤੋਂ ਉੱਪਰ ਨਹੀਂ ਜਾ ਸਕਿਆ। ਹੁਣ ਕੁਝ ਉਹ ਅੱਪਵਾਦ ਛੱਡ ਕੇ ਜਿਨ੍ਹਾਂ ਕੁੜੀਆਂ ਦੇ ਮਾਪਿਆਂ ਨੇ ਆਤੰਕਵਾਦ ਮਾਹੌਲ, ਕਰਫਿਊ, ਹੜਤਾਲਾਂ ਤੇ ਗੱਡੀਆਂ ਦੀਆਂ ਸਮੱਸਿਆਵਾਂ ਤੋਂ ਫਾਇਦਾ ਉਠਾ ਆਪਣੇ ਬਜ਼ੁਰਗ ਮਾਪਿਆਂ ਨੂੰ ਪਿੰਡ ਛੱਡ ਸ਼ਹਿਰਾਂ ਵੱਲ ਪਲਾਇਨ ਕਰਨ ਦੀ ਆਗਿਆ ਦੇਣ ਲਈ ਰਾਜ਼ੀ ਨਹੀਂ ਕਰ ਲਿਆ। ਅਜਿਹੀਆਂ ਕੁਝ ਖੁਸ਼ ਨਸੀਬ ਕੁੜੀਆਂ ਸ਼ਹਿਰਾਂ 'ਚ ਹੁਣ ਬੇਸ਼ੱਕ ਪੜ੍ਹ ਰਹੀਆਂ ਹਨ, ਪਰ ਇਹ ਮੇਰੇ ਵੇਲੇ ਦੀਆਂ ਗੱਲਾਂ ਨਹੀਂ ਸਨ। ਫਿਰ ਵੀ ਬੇਜੀ ਦੱਸਦੇ ਹਨ ਕਿ ਮੈਨੂੰ ਕੁੱਛੜ ਚੁੱਕ ਜਾਂ ਉਂਗਲ ਨਾਲ ਲਾ ਸ੍ਰੀਨਗਰ ਸ਼ਹਿਰ ਆਉਂਦੇ ਜਾਂਦੇ ਉਹ ਸਦਾ ਵੂਮੈਨ ਕਾਲਜ ਲਾਗਿਓਂ ਗੁਜ਼ਰਦੇ ਤਾਂ ਸਫੈਦ ਵਰਦੀਆਂ ਵਾਲੀਆਂ ਕੁੜੀਆਂ ਨੂੰ ਵੇਖੋ ਆ ਭਰ ਕੇ ਸੋਚਦੇ, ਕਾਸ਼ ਮੇਰੀ ਬਿੱਟੂ ਵੀ ਇਸ ਕਾਲਜ 'ਚ ਚਿੱਟੀ ਵਰਦੀ ਪਾ ਕੇ ਪੜ੍ਹਨ ਆਵੇ ਕਦੀ। ਇਹ ਉਹ ਵੇਲਾ ਸੀ ਜਦ ਬੇਜੀ ਦੇ ਇਸ ਸੁਪਨੇ ਨੂੰ ਸਿਰਫ ਨਾ ਪੂਰੀ ਹੋ ਸਕਣ ਵਾਲੀ ਖਾਹਿਸ਼ ਹੀ ਸਮਝਿਆ ਜਾ ਸਕਦਾ ਸੀ, ਪਰ ਬੇਜੀ ਨੇ ਇਹ ਸੱਚ ਕਰ ਦਿਖਾਇਆ। ਹਾਲਾਂਕਿ ਮੇਰੇ ਤੋਂ ਵੱਡਾ ਵੀਰ ਤੇ ਉਹ ਤੋਂ ਵੱਡੀ ਇੱਕ ਭੈਣ ਵੀ, ਪਰ ਬੇਜੀ ਦਾ ਸਭ ਤੋਂ ਵੱਧ ਪਿਆਰ ਤੇ ਦੁਲਾਰ ਮੈਨੂੰ ਹੀ ਮਿਲਿਆ। ਬੇਹੱਦ ਲਾਡਾਂ ਪਿਆਰਾਂ 'ਚ ਮੇਰਾ ਬਚਪਨ ਤੇ ਜਵਾਨੀ ਬੀਤੇ। ਬੇਜੀ ਦੇ ਇਸ ਪਿਆਰ 'ਚ ਮੇਰੇ ਪਾਪਾ ਜੀ, ਚਾਚੇ ਚਾਚੀਆਂ, ਮਾਮੇ ਮਾਮੀਆਂ, ਭੂਆ ਫੁੱਫੜਾਂ ਤੇ ਢੇਰ ਸਾਰੇ ਕਜ਼ਨਸ ਦਾ ਪਿਆਰ ਵੀ ਸ਼ਾਮਲ ਰਿਹਾ। ਮੇਰੀ ਬੇਜੀ ਬਹੁਤ ਹੀ ਬਾਹਿੰਮਤ ਔਰਤ ਰਹੇ ਹਨ। ਰੂਪਦਾਰ ਸ਼ਖਸੀਅਤ, ਉੱਚੀ ਲੰਮੀ ਮਜ਼ਬੂਤ ਕੱਦ ਕਾਠੀ ਵਾਲੀ ਇੱਕ ਜਾਗਰੂਕ ਤੇ ਸਮਝਦਾਰ ਔਰਤ। ਪੜ੍ਹਾਈ ਉਹਨਾਂ ਨੇ ਕੇਵਲ 5ਵੀਂ ਤੱਕ ਪੜ੍ਹੀ, ਪਰ ਗੁਰਦੁਆਰਿਆਂ 'ਚ ਪੜ੍ਹਾਈ ਜਾਂਦੀ ਗੁਰਮੁਖੀ ਨੇ ਉਹਨਾਂ ਨੂੰ ਪਾਠ ਪੂਜਾ ਤੇ ਹੋਰ ਧਾਰਮਿਕ ਸਾਹਿਤ ਪੜ੍ਹਨ ਤੇ ਸਮਝਣ ਦੇ ਕਾਬਿਲ ਬਣਾ ਦਿੱਤਾ। ਅਸੀਂ ਸਕੂਲ ਦੀ ਪੜ੍ਹਾਈ ਕਰਦਿਆਂ ਜਦ ਕਦੀ ਕਿਸੇ ਕਿਤਾਬ ਜਾਂ ਕਿਸੇ ਵਿਸ਼ੇ ਨੂੰ ਸਮਝਣਾ ਔਖ ਮਹਿਸੂਸ ਕਰਦੇ ਤਾਂ ਕਿਤਾਬ ਲੈ ਕੇ ਬੇਜੀ ਕੋਲ ਦੌੜ ਜਾਂਦੇ। ਬੇਜੀ ਇਹ ਸਮਝਾ ਦਿਓ। ਬੇਜੀ ਨੇ ਕਦੀ ਨਹੀਂ ਕਿਹਾ ਕਿ ਮੈਨੂੰ ਇਸ ਬਾਰੇ ਪਤਾ ਨਹੀਂ ਜਾਂ ਮੈਂ ਇਸ ਬਾਰੇ ਜਾਣਦੀ ਨਹੀਂ। ਉਹ ਸਾਨੂੰ ਆਖਦੇ, ਲਾਈਨ ਪੂਰੀ ਪੜ੍ਹ ਕੇ ਸੁਣਾਓ। ਅਸੀਂ ਲਾਈਨ ਪੜ੍ਹਦੇ ਤਾਂ ਸੁਘੜ ਬੇਜੀ ਲਾਈਨ ਦਾ ਮਤਲਬ ਸਮਝ ਜਾਂਦੇ ਤੇ ਆਪਣੀ ਉਸੇ ਸਮਝ ਮੁਤਾਬਕ ਸਾਨੂੰ ਸਮਝਾ ਦਿੰਦੇ। ਸਾਡੀ ਮੁਸ਼ਕਿਲ ਹੱਲ ਹੋ ਜਾਂਦੀ। ਬੇਜੀ ਦੀ ਹਿੰਮਤ ਦੇ ਕਿੱਸੇ ਮੇਰੇ ਨਾਨਕੇ ਪਰਿਵਾਰ 'ਚ ਮਸ਼ਹੂਰ ਹਨ। ਮੈਂ ਕਦੀ ਫਖਰ ਨਾਲ ਸੋਚਦੀ ਹਾਂ ਕਿ ਔਰਤ ਦੀ ਸੁਤੰਤਰਤਾ, ਸਵੈਮਾਨ ਤੇ ਗਲਤ ਧਾਰਨਾਵਾਂ ਅੱਗੇ ਡਟ ਕੇ ਖਲੋਣ ਦੀ ਹਿੰਮਤ ਬੇਜੀ ਵਰਗੀਆਂ ਔਰਤਾਂ 'ਚ ਉਦੋਂ ਸੀ। ਅੱਜ ਕੱਲ੍ਹ ਤਾਂ ਅਸੀਂ ਫੈਸ਼ਨ ਵਜੋਂ ਜਾਂ ਪ੍ਰਸਿੱਧੀ ਵਜੋਂ ਇਹਨਾਂ ਲਹਿਰਾਂ ਦੇ ਵਿਚਾਰਧਾਰਾਵਾਂ ਨੂੰ ਉਡਣ ਦੀ ਕਾਲਜੀ 'ਚ ਪਗਲਾਏ ਫਿਰ ਰਹੇ ਹਾਂ। ਕਸ਼ਮੀਰ ਦੇ ਪਿੰਡਾਂ ਦਾ ਸੱਭਿਆਚਾਰ ਐਸਾ ਹੈ ਕਿ ਜਵਾਨ ਕੁੜੀਆਂ ਨੂੰ ਅਗਰ ਆਪਣੇ ਪਿੰਡ ਦਾ ਕੋਈ ਘਰਾਣਾ ਨੂੰਹ ਵਜੋਂ ਪਸੰਦ ਕਰ ਲਏ ਤਾਂ ਇੱਕ ਤਰ੍ਹਾਂ ਉਸ ਕੁੜੀ ਦੀ ਇੱਜ਼ਤ ਅਫਜ਼ਾਈ ਸਮਝੀ ਜਾਂਦੀ ਹੈ। ਕਸ਼ਮੀਰ ਦੇ ਸਿੱਖਾਂ ਵਿੱਚ ਜ਼ਾਤ ਪਾਤ, ਊਚ ਨੀਚ, ਦਲਿਤ, ਸਵਰਨ ਵਰਗੀ ਕੋਈ ਸਮੱਸਿਆ ਨਹੀਂ। ਉੱਥੇ ਸਿੱਖ ਦਾ ਮਤਲਬ ਗੁਰੂ ਕਾ ਸਿੱਖ ਹੈ। ਬੇਜੀ ਸੁੰਦਰ ਤਾਂ ਹੈ ਹੀ ਸਨ, ਪਰ ਉਹਨਾਂ ਦੀ ਕੱਦ ਕਾਠੀ ਤੇ ਸੁਡੌਲ ਸਰੀਰ ਉਹਨਾਂ ਨੂੰ ਸਾਰੇ ਪਿੰਡ ਦੀਆਂ ਕੁੜੀਆਂ 'ਚੋਂ ਨੁਮਾਇਆਂ ਕਰਦਾ ਸੀ। ਉਹਨਾਂ ਦੇ ਪਿੰਡ ਦੇ ਇੱਕ ਖਾਂਦੇ ਪੀਂਦੇ ਜ਼ਿਮੀਂਦਾਰ ਪਰਿਵਾਰ ਦਾ ਮੁੰਡਾ ਵੈਟਨਰੀ ਡਾਕਟਰ ਕਰਕੇ ਡਾਕਟਰ ਸਾਹਿਬ ਬਣ ਗਿਆ। ਜਵਾਨ ਪੁੱਤਰ ਦੀ ਸ਼ਾਦੀ ਦਾ ਸੋਚਦਿਆਂ ਹੀ ਉਹਦੇ ਘਰ ਵਾਲਿਆਂ ਦੀ ਨਜ਼ਰ ਸਭ ਤੋਂ ਪਹਿਲਾਂ ਕੁਲਵੰਤ ਕੌਰ ਤੇ ਹੀ ਪਈ, ਜਿਹਨੂੰ ਸਾਰੇ ਕੰਤੀ ਬੁਲਾਉਂਦੇ ਸਨ। ਇਹ ਤਾਂ ਹੋਣਾ ਹੀ ਸੀ। ਮੇਰੇ ਨਾਨਾ ਜੀ ਯਾਨੀ ਬੇਜੀ ਦੇ ਚਾਚੀ ਵੀ ਘੱਟ ਹੈਸੀਅਤ ਨਹੀਂ ਸਨ ਰੱਖਦੇ। ਉਹ ਆਸ-ਪਾਸ ਦੇ ਪਿੰਡਾਂ 'ਚ ਬੇਤਾਜ ਬਾਦਸ਼ਾਹ ਵਰਗੀ ਹੈਸੀਅਤ ਰੱਖਦੇ ਸਨ ਤੇ ਉਹਨਾਂ ਦੇ ਫੈਸਲੇ ਸਭ ਸਤਿਕਾਰ ਨਾਲ ਮੰਨਦੇ। ਇਹ ਪਰੰਪਰਾ ਮੇਰੇ ਵੱਡੇ ਮਾਮੇ ਤੱਕ ਚੱਲਦੀ ਰਹੀ। ਹਾਲਾਂਕਿ ਉਸ ਤੋਂ ਬਾਅਦ ਹਾਲਾਤ ਬਿਲਕੁਲ ਹੀ ਬਦਲ ਗਏ। ਬੇਜੀ ਦਾ ਰਿਸ਼ਤਾ ਲੈ ਕੇ ਡਾਕਟਰ ਸਾਹਿਬ ਦੇ ਘਰ ਵਾਲੇ ਡਰਦੇ ਡਰਦੇ ਚਾਚੀ ਕੋਲ ਆਏ। ਗੱਲ ਕੌਣ ਕਰੇ, ਪਰ ਪਿੰਡ ਦਾ ਦੇਖਿਆ ਭਾਲਿਆ ਘਰਾਣਾ ਤੇ ਡਾਕਟਰ ਮੁੰਡਾ ਹੋਣ ਕਰਕੇ ਕੰਤੀ ਦਾ ਰਿਸ਼ਤਾ ਉਸ ਨਾਲ ਪੱਕਾ ਹੋ ਗਿਆ। 2 ਸਾਲ ਮੁੰਡੇ ਦੀਆਂ ਭਾਬੀਆਂ ਭੈਣਾਂ ਹਰ ਰੋਜ਼ ਕੰਤੀ ਨੂੰ ਮਿਲਣ ਆ ਜਾਂਦੀਆਂ ਰਹੀਆਂ।
ਡਾਕਟਰ ਤਾਂ ਜਾਗਦੀਆਂ ਅੱਖਾਂ ਨਾਲ ਸੁਪਨੇ ਵੇਖਣ ਲਈ ਮਜਬੂਰ ਸੀ। ਉਹਦੀਆਂ ਭੈਣਾਂ ਭਾਬੀਆਂ ਤੇ ਬਾਕੀ ਸਹੇਲੀਆਂ ਕੰਤੀ ਨੂੰ ਆ ਕੇ ਦੱਸਦੀਆਂ ਕਿ ਡਾਕਟਰ ਦਾ ਤਾਂ ਵੱਸ ਨਹੀਂ ਚੱਲਦਾ ਕਿ ਉਹ ਕੰਤੀ ਦਾ ਡੋਲਾ ਘਰ ਲਿਆਉਣ ਨੂੰ ਦੇਰ ਨਾ ਲਾਏ। ਮੁੰਡੇ ਵਾਲਿਆਂ ਦੇ ਬਾਰ-ਬਾਰ ਆਖਣ ਤੇ ਵਿਆਹ ਲਈ ਸਾਵਣ ਮਹੀਨੇ ਦੀ ਕੋਈ ਤਾਰੀਖ ਮਿਥ ਲਈ ਗਈ। ਉਹਨਾਂ ਹੀ ਦਿਨਾਂ 'ਚ ਵਿਸਾਖੀ ਦਾ ਤਿਉਹਾਰ ਸੀ। ਮੁੰਡੇ ਵਾਲਿਆਂ ਦੇ ਘਰੋਂ ਉਹਦੀਆਂ ਭੈਣਾਂ ਭਾਬੀਆਂ ਉਪਹਾਰ, ਕੱਪੜੇ, ਫਲ, ਮਠਿਆਈਆਂ ਲੈ ਕੇ ਵਹੁਟੀ ਨੂੰ ਮਿਲਣ ਆ ਗਈਆਂ। ਸਾਰਾ ਦਿਨ ਹੱਸਦੇ ਖੇਡਦੇ ਖਾਂਦੇ ਪੀਂਦੇ ਬੀਤ ਗਏ। ਸਹੁਰਿਓਂ ਆਈਆਂ ਔਰਤਾਂ ਚਲੀਆਂ ਗਈਆਂ। ਚਾਚੀ ਨੇ ਵੀ ਉਹਨਾਂ ਨੂੰ ਕੱਪੜੇ, ਮਿਠਾਈ, ਉਪਹਾਰ ਦੇ ਕੇ ਤੋਰਿਆ। ਸ਼ਾਮ ਕੁ ਦੇ ਵੇਲੇ ਮੁੰਡੇ ਦੀ ਮਾਂ ਆ ਗਈ। ਉਹਨੂੰ ਵੇਖ ਕੇ ਸਾਰੇ ਖੁਸ਼ ਹੋ ਗਏ। ਆਪਣੇ ਹੀ ਪਿੰਡ ਦੀ ਚਾਚੀ ਭਾਬੀ ਤਾਂ ਲੱਗਦੀ ਸੀ। ਉਹ ਸਭ ਦੀ ਹਾਸੇ ਮਜ਼ਾਕ 'ਚ ਉਹਨੇ ਕੰਤੀ ਨੂੰ ਬੁਲਾ ਕੇ ਕਿਹਾ ਕਿ ਕੁੜੀਆਂ, ਹੱਥ ਕੱਪੜੇ ਲੱਤੇ ਭੇਜਦਿਆਂ ਮੈਂ ਜੇਵਰ ਭੇਜਣਾ ਭੁੱਲ ਗਈ ਸੀ। ਇਹ ਸੋਨੇ ਦੀਆਂ ਚੂੜੀਆਂ ਨੇ, ਸਾਂਭ ਕੇ ਰੱਖੀ। ਆਖਦਿਆਂ ਉਹਨੇ ਹੱਸਦੇ ਹੋਏ 2 ਚੂੜੀਆਂ ਕੰਤੀ ਦੀ ਬਾਂਹ 'ਚ ਪਾ ਦਿੱਤੀਆਂ। ਚੂੜੀਆਂ ਅਸਲ 'ਚ ਸੋਨੇ ਦੀਆਂ ਨਹੀਂ, ਪਿੱਤਲ ਦੀਆਂ ਸਨ। ਸੱਸ ਨੇ ਆਪਣੀ ਹੋਣ ਵਾਲੀ ਨੂੰਹ ਨਾਲ ਆਪਣੇ ਵੱਲੋਂ ਮਖੌਲ ਕੀਤਾ ਸੀ, ਪਰ ਇਹ ਮਖੌਲ ਉਹਨੂੰ ਮਹਿੰਗਾ ਪੈ ਗਿਆ। ਉਹਦੇ ਘਰ ਜਾਂਦਿਆਂ ਹੀ ਕੰਤੀ ਨੇ ਬਾਂਹ 'ਚੋਂ ਚੂੜੀਆਂ ਲਾਹ ਪਰੇ ਵਗਾਹ ਮਾਰੀਆਂ ਤੇ ਐਲਾਨ ਕਰ ਦਿੱਤਾ ਕਿ ਉਹਨਾਂ ਦੇ ਘਰ ਵਿਆਹ ਨਹੀਂ ਕਰੇਗੀ। ਕੰਤੀ ਮੁਤਾਬਕ ਉਹਦਾ ਅਪਮਾਨ ਕੀਤਾ ਗਿਆ ਸੀ। ਸੱਸ ਦੇ ਮਖੌਲ ਨੂੰ ਉਹਨੇ ਆਪਣੀ ਬੇਇੱਜ਼ਤੀ ਮੰਨ ਲਿਆ। ਆਖੇ ਅੱਜ ਚੂੜੀਆਂ ਲਈ ਝੂਠ ਬੋਲ ਗਈ, ਕੱਲ ਕੀ ਪਤਾ। ਇਹ ਤੋਂ ਪਹਿਲਾਂ ਕਿ ਚਾਜੀ ਤੱਕ ਗੱਲ ਪੁੱਜਦੀ, ਕੰਤੀ ਨੇ ਸਾਰਾ ਸਮਾਨ ਚੁਕਵਾ ਕੇ ਮੁੰਡੇ ਦੇ ਘਰ ਵਾਪਸ ਭੇਜ ਦਿੱਤਾ। ਮੁੰਡੇ ਵਾਲਿਆਂ ਨੇ ਚਾਜੀ ਸਾਹਮਣੇ ਮਾਫੀਆਂ ਮੰਗੀਆਂ, ਪਰ ਕਮਾਨ 'ਚੋਂ ਤੀਰ ਨਿਕਲ ਚੁੱਕਾ ਸੀ। ਰਿਸ਼ਤਾ ਟੁੱਟ ਗਿਆ। ਵਿਸਾਖੀ ਵਾਲੇ ਦਿਨ ਪਿੰਡ 'ਚ ਕੋਹਰਾਮ ਮਚ ਗਿਆ। ਡਾਕਟਰ ਮੁੰਡੇ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਬੜੀ ਮੁਸ਼ਕਿਲ ਨਾਲ ਹਕੀਮਾਂ ਤੇ ਡਾਕਟਰਾਂ ਨੇ ਉਹਦੀ ਜਾਨ ਬਚਾਈ। ਕਿਸੇ ਦੇ ਵਿਯੋਗ ਜਾਂ ਸ਼ਰਮ ਪਿੱਛੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਇਹ ਉਹਨਾਂ ਦਿਨਾਂ 'ਚ ਉਸ ਕਸ਼ਮੀਰ ਦੇ ਇਲਾਕੇ 'ਚ ਪਹਿਲੀ ਇਤਿਹਾਸਿਕ ਘਟਨਾ ਸੀ ਤੇ ਵਿਦਰੋਹ ਕਰਨ ਵਾਲੀ ਪਹਿਲੀ ਔਰਤ ਵੀ ਕੰਤੀ ਹੀ ਸੀ। ਪਹਾੜਾਂ ਦੇ ਧੁਰ ਅੰਦਰ ਵਸਦੇ ਪਿੰਡ ਕੰਗਾਲੂੜਾ ਵਿੱਚ ਉਨੀ ਦਿਨੇ ਗਿੱਦੜ ਭੌਂਕਦੇ ਫਿਰਦੇ ਸਨ। ਜੰਡ, ਬਹੂਟ, ਪਥਰੀਲੇ ਰਾਹ, ਕੰਡਿਆਲੀਆਂ ਝਾੜੀਆਂ, ਇਸ ਪਿੰਡ ਨੂੰ ਸਾਰੇ ਕੰਢੀ ਕਹਿੰਦੇ ਸੀ। ਇਸੇ ਪਿੰਡ ਵਿਆਹੀ ਸੀ ਕੰਤੀ ਦੀ ਇੱਕ ਫੂਫੀ। ਹੈਰਾਨੀ ਵਾਲੀ ਗੱਲ ਸੀ, ਕਸਬੇ ਤੋਂ 13 ਮੀਲ ਦੂਰ ਸਿੱਧੀ ਪਥਰੀਲੀ ਚੜ੍ਹਾਈ ਵਾਲੇ ਇਸ ਪਹਾੜੀ ਪਿੰਡ 'ਚ ਨਾ ਬਿਜਲੀ, ਨਾ ਸੜਕਾਂ, ਨਾ ਕੋਈ ਹੋਰ ਸਹੂਲਤਾਂ। ਫਿਰ ਵੀ ਇਸ ਪਿੰਡ ਦੇ ਤਕਰੀਬਨ ਸਾਰੇ ਮੁੰਡੇ ਤਗਲ ਕਸਬੇ ਦੇ ਸਕੂਲਾਂ 'ਚ ਪੈਦਲ ਜਾ ਕੇ ਪੜ੍ਹਾਈ ਕਰਦੇ। ਕੁਝ ਮੁੰਡੇ ਸਰਕਾਰੀਆਂ ਨੌਕਰੀਆਂ 'ਚ ਲੱਗੇ ਸਨ, ਕੁਝ ਸਰਕਾਰੀ ਟਰਾਂਸਪੋਰਟ ਦੇ ਡਰਾਈਵਰ ਰਹਿੰਦੇ ਖੁੰਦੇ, ਜ਼ਿਮੀਂਦਾਰੀਆਂ ਕਰਦੇ, ਕੋਈ ਮਾਸਟਰ ਬਣ ਗਿਆ। ਹੈਰਾਨ ਹੋ ਜਾਈਦਾ ਜਾਣ ਕੇ ਕਿ ਅਜਿਹੇ ਦੁਰਗਮ ਪੈਂਡਿਆਂ ਤੇ ਤੁਰਦੇ ਵੀ ਉਸ ਪਿੰਡ ਦੇ ਲੋਕਾਂ 'ਚ ਕੋਈ ਪਟਵਾਰੀ, ਗਿਰਦਾਵਰ ਤੇ ਕੋਈ ਹੈਡਮਾਸਟਰ ਤੱਕ ਵੀ ਬਣ ਗਿਆ। ਇਸੇ ਫੁੱਫੀ ਦੀ ਨਨਾਣ ਦਾ ਮੁੰਡਾ ਸੀ ਹਕੂਮਤ ਸਿੰਘ, ਜਿਹੜਾ ਉਹਨਾਂ ਹੀ ਦਿਨਾਂ 'ਚ ਬਿਜਲੀ ਤੇ ਸਰਕਾਰੀ ਮਹਿਕਮੇ 'ਚ ਫੋਰਮੈਨ ਲੱਗ ਗਿਆ ਸੀ। ਨਨਾਣ ਦੇ ਘਰ 14 ਸਾਲ ਬਾਅਦ ਪੈਦਾ ਹੋਇਆ ਹਕੂਮਤ ਸਿੰਘ ਬੇਹੱਦ ਖੂਬਸੂਰਤ, ਅਥਰਾ ਤੇ ਲਾਡਲਾ ਪੁੱਤਰ ਸੀ। ਇਸੇ ਲਾਡਲੇ ਪੁੱਤਰ ਲਈ ਮੁੰਡੇ ਦੀ ਮਾਮੀ ਨੇ ਆਪਣੀ ਭਤੀਜੀ ਕੰਤੀ ਦਾ ਹੱਥ ਆਪਣੇ ਭਰਾ ਤੋਂ ਮੰਗ ਲਿਆ ਤੇ ਇਹੋ ਹਕੂਮਤ ਸਿੰਘ ਮੇਰੇ ਪਾਪਾ ਜੀ ਤੇ ਕੰਤੀ ਮੇਰੇ ਬੇਜੀ ਬਣੇ। ਵਿਆਹ ਵਾਲੇ ਦਿਨ ਹਕੂਮਤ ਸਿੰਘ ਨੇ ਜੋ ਬੇਜੀ ਨੂੰ ਤੱਕਿਆ ਤਾਂ ਤੱਕਦੇ ਹੀ ਰਹਿ ਗਏ। ਪਹਿਲੇ ਦਿਨ ਦੀ ਤੱਕਣੀ ਦੀ ਦੀਵਾਨਗੀ ਵਿੱਚ ਬੇਜੀ ਪ੍ਰਤੀ ਉਹਨਾਂ ਦੀ ਸਾਰੀ ਜ਼ਿੰਦਗੀ ਬਣੀ ਰਹੀ। ਜ਼ਿੰਦਗੀ ਦੇ ਆਖਰੀ ਸਾਹ ਤੱਕ ਉਹਨਾਂ ਦਾ ਇਸ਼ਕ ਮਸ਼ਹੂਰ ਸੀ। ਬੇਜੀ ਹਾਲਾਂਕਿ ਕੰਢੀ ਇਲਾਕੇ ਦੇ ਉਸ ਸਖਤ ਜੀਵਨ ਦੇ ਆਦੀ ਨਹੀਂ ਸਨ, ਪਰ ਪਾਪਾ ਜੀ ਦੇ ਪਿਆਰ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਮਾਹੌਲ 'ਚ ਢਾਲ ਲਿਆ ਤੇ ਘਰ ਗ੍ਰਸਤੀ ਦਾ ਸਾਰਾ ਭਾਰ ਤੇ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਸੰਭਾਲ ਲਈ। ਬੇਜੀ ਦੇ ਮੋਢੇ ਪਾਪਾ ਜੀ ਤੋਂ ਮਜ਼ਬੂਤ ਸਨ। ਆਪਣੇ ਮਾਂ-ਬਾਪ ਦੀ ਮੈਂ ਤੀਜੀ ਔਲਾਦ ਸੀ। ਪਾਪਾ ਜੀ ਦੀ ਨੌਕਰੀ ਅਕਸਰ ਦੂਰ ਦੁਰਾਡੇ ਪਿੰਡਾਂ, ਸ਼ਹਿਰਾਂ ਵਿੱਚ ਹੋਣ ਕਰਕੇ ਉੱਥੋਂ ਹੀ ਡੇਰਾ ਕਰਕੇ ਰਹਿੰਦੇ। ਹਫ਼ਤੇ ਬਾਅਦ ਘਰ ਆਉਂਦੇ। ਜਿਸ ਦਿਨ ਉਹ ਘਰ ਨਾ ਆਉਂਦੇ, ਬੇਜੀ ਉਹਨਾਂ ਕੋਲ ਚਲੇ ਜਾਂਦੇ। ਉਹਨਾਂ ਦੋਹਾਂ ਦਾ ਆਪਣਾ ਅਲੱਗ ਹੀ ਰੋਮਾਂਟਿਕ ਸੰਸਾਰ ਸੀ, ਜਿਸ ਵਿੱਚ ਬੱਚਿਆਂ ਦੀ ਦਖਲ-ਅੰਦਾਜ਼ੀ ਵੀ ਸ਼ਾਮਲ ਨਹੀਂ ਸੀ। ਪਾਪਾ ਜੀ ਨੂੰ ਫਿਲਮਾਂ ਦੇਖਣ ਦਾ ਬੜਾ ਸ਼ੌਕ ਸੀ ਤੇ ਇਸ ਸ਼ੌਕ ਵਿੱਚ ਉਹਨਾਂ ਨੇ ਬੇਜੀ ਨੂੰ ਵੀ ਨਾਲ ਸ਼ਾਮਲ ਕਰ ਲਿਆ। ਬੇਜੀ ਬਹੁਤ ਸਖਤ ਮਿਜਾਜ਼ ਪਰ ਖੂਬ ਮਿਹਨਤ ਕਰਨ ਵਾਲੀ ਔਰਤ ਹੈ। ਉਹਨੇ ਪਾਪਾ ਜੀ ਦੇ ਹਿੱਸੇ ਆਈ ਪਥਰੀਲੀ ਜ਼ਮੀਨ ਨੂੰ ਆਪਣੇ ਹੱਥੀਂ ਪੱਥਰ ਚੁਣ ਦਾਤੀਆਂ ਨਾਲ ਖੁਣ ਉਪਜਾਊ ਬਣਾਇਆ। ਹੱਥਾਂ ਤੇ ਛਾਲੇ ਪੈ ਜਾਣਗੇ, ਪਰ ਉਹ ਜ਼ਮੀਨ ਵਿੱਚ ਮਿੱਟੀ ਨਾਲ ਮਿੱਟੀ ਹੁੰਦੀ ਘਰ ਗ੍ਰਸਤੀ ਨੂੰ ਸੰਭਾਲਦੀ। ਪਾਪਾ ਜੀ ਅਕਸਰ ਨੌਕਰੀ ਦੇ ਸਿਲਸਿਲੇ 'ਚ ਘਰੋਂ ਬਾਹਰ ਜੋ ਰਹਿੰਦੇ ਸਨ,
ਸ਼ਾਇਦ ਇਹੋ ਕਾਰਨ ਰਿਹਾ ਹੋਵੇਗਾ ਕਿ ਉਹਨਾਂ ਘਰ ਗ੍ਰਸਥੀ ਨਾਲ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਨਰਮ ਮਿਜਾਜ਼ੀ ਦੀ ਥਾਂ ਇੱਕ ਤਰ੍ਹਾਂ ਦੇ ਰੋਹਬ ਤੇ ਡਰ ਨੂੰ ਤਰਜੀਹ ਦਿੱਤੀ। ਇਸ ਡਰ, ਸੰਕੋਚ ਤੇ ਰੋਹਬ ਦੇ ਹੀ ਸਾਏ ਹੇਠ ਬੱਚੇ ਪਲਦੇ ਰਹੇ। ਪਰ ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਮਾਵਾਂ ਵੀ ਆਪਣੇ ਬੱਚਿਆਂ ਵਿੱਚ ਫਰਕ ਪਾ ਲੈਂਦੀਆਂ ਹਨ, ਮੋਹ ਮਮਤਾ ਦੇ ਮਾਮਲੇ 'ਚ ਫਰਕ ਬੇਜੀ ਦੇ ਮਿਜਾਜ਼ ਦਾ ਵੀ ਹਿੱਸਾ ਰਿਹਾ। ਪਤਾ ਨਹੀਂ ਮੈਨੂੰ ਖੁਸ਼ਕਿਸਮਤੀ ਨਾਲ ਠਰਕ ਲਫ਼ਜ਼ ਇਸਤੇਮਾਲ ਕਰਨਾ ਚਾਹੀਦਾ ਹੈ ਕਿ ਨਹੀਂ, ਪਰ ਹਾਲ ਦੀ ਘੜੀ ਮੈਂ ਉਹਨਾਂ ਦਿਨਾਂ ਦੇ ਸੰਦਰਭ 'ਚ ਕਹਿ ਹੀ ਸਕਦੀ ਹਾਂ ਕਿ ਖੁਸ਼ਕਿਸਮਤੀ ਨਾਲ ਬੇਜੀ ਦਾ ਮੋਹ ਤਿੰਨਾਂ ਬੱਚਿਆਂ 'ਚੋਂ ਮੇਰੇ ਨਾਲ ਵੱਧ ਰਿਹਾ। ਪਤਾ ਨਹੀਂ ਪੇਟ ਘਰੋੜੀ ਹੋਣ ਕਾਰਨ ਜਾਂ ਕੀ, ਉਹਨਾਂ ਮੈਨੂੰ ਰੱਜ ਕੇ ਪਿਆਰ ਦਿੱਤਾ। ਬੇਜੀ ਦੱਸਦੇ ਹੁੰਦੇ ਹਨ ਕਿ ਮੈਂ ਬਚਪਨ 'ਚ ਬਹੁਤ ਸੋਹਣੀ ਸੀ, ਗੋਲ ਮਟੋਲ। ਉਹ ਗੋਦੀ 'ਚ ਮੈਨੂੰ ਲੈ ਕੇ ਸੋਚਦੇ, ਕਾਸ਼ ਮੈਂ ਕਦੀ ਵੱਡੀ ਨਾ ਹੋਵਾਂ। ਪਰ ਕਿਉਂ ਬੇਜੀ? ਪੁੱਛਣ ਤੇ ਉਹ ਆਖਦੇ ਕਿ ਵੱਡੇ ਹੋਣ ਦੇ ਕਿੰਨੇ ਝਮੇਲੇ ਨੇ। ਤੂੰ ਪੜ੍ਹਨ ਸਕੂਲ ਚਲੀ ਜਾਇਆ ਕਰੇਂਗੀ, ਫਿਰ 100 ਪਰੇਸ਼ਾਨੀਆਂ ਤੈਨੂੰ ਬਾਕੀ ਕੁੜੀਆਂ ਵਾਂਗ ਆ ਘੇਰਨਗੀਆਂ। ਫਿਰ ਵਿਆਹੀ ਜਾਏਂਗੀ, ਫਿਰ ਕੀ ਪਤਾ ਅੱਗੇ ਜਾ ਕੇ ਤੈਨੂੰ ਸੁੱਖ ਮਿਲੇ ਜਾਂ ਨਾ। ਚੰਗਾ ਤੂੰ ਵੱਡੀ ਨਾ ਹੋਵੇਂ। ਕੋਈ ਗੱਲ ਤਾਂ ਹੈ ਸੀ ਜਿਹੜੀ ਬਚਪਨ 'ਚ ਹੀ ਬੇਜੀ ਨੂੰ ਮੇਰੀ ਨੁਹਾਰ 'ਚੋਂ ਵਿਲੱਖਣ ਜਿਹੀ ਦਿਸੀ ਹੋਏਗੀ। ਬੇਜੀ ਨੂੰ ਜਦ ਕਦੀ ਗੁੱਸਾ ਚੜ੍ਹਦਾ, ਉਹ ਮੇਰੀ ਵੱਡੀ ਭੈਣ ਜੀ ਤੇ ਮੇਰੇ ਭਰਾ ਨੂੰ ਰੂੰ ਵਾਂਗ ਪਿੰਜ ਛੱਡਦੇ। ਕੋਈ ਬੇਜੀ ਦੇ ਹੱਥੋਂ ਇਹਨਾਂ ਮਾਸੂਮ ਬੱਚਿਆਂ ਨੂੰ ਛੁਡਾਉਣ ਦੀ ਹਿੰਮਤ ਨਾ ਕਰਦਾ। ਪਰ ਪਤਾ ਨਹੀਂ ਕਿਉਂ ਬੇਜੀ ਦਾ ਹੱਥ ਕਦੀ ਮੇਰੇ ਤੇ ਕਿਉਂ ਨਹੀਂ ਉੱਠਿਆ। ਮੈਂ ਘਰ ਵਾਲਿਆਂ, ਪਰਿਵਾਰ ਵਾਲਿਆਂ, ਸਖੀਆਂ, ਸੰਬੰਧੀਆਂ, ਇੱਥੋਂ ਤੱਕ ਕਿ ਸਕੂਲ ਦੇ ਮਾਸਟਰ ਮਾਸਟਰਾਨੀਆਂ ਦੀ ਵੀ ਲਾਡਲੀ ਰਹੀ ਹਾਂ। ਕਾਰਨ ਸਿਰਫ ਇਹ ਸੀ ਕਿ ਮੈਂ ਪੜ੍ਹਾਈ 'ਚ ਸ਼ਾਨਦਾਰ ਸੀ। ਤਾਂ ਹੀ ਸ਼ਾਇਦ ਬੇਜੀ ਨੇ ਚਿੱਟੀ ਵਰਦੀ ਪਾ ਕੇ ਕਾਲਜ ਪੜ੍ਹਨ ਦਾ ਮੇਰਾ ਸੁਪਨਾ ਆਪਣੀਆਂ ਅੱਖਾਂ 'ਚ ਸਜਾ ਲਿਆ ਸੀ। ਮੈਂ ਕਦੀ ਕਦੀ ਹੈਰਾਨ ਹੋ ਸੋਚਦੀ ਕਿ ਸੁਪਨਾ ਬੇਜੀ ਨੇ ਭਾਂਜੀ ਲਈ ਕਿਉਂ ਨਹੀਂ ਸਿਰਜਿਆ। ਉਹ ਵੀ ਤਾਂ 10ਵੀਂ ਤੱਕ ਕਸਬੇ ਦੇ ਸਕੂਲ 'ਚ ਪੜ੍ਹੀ ਸੀ। ਮੇਰੇ ਇੱਕ ਮਾਮਾ ਜੀ ਗਿਆਨੀ ਜਰਨੈਲ ਸਿੰਘ ਗੁਲਾਬ ਬੜੇ ਚੰਗੇ ਕਵੀ, ਵਿਦਵਾਨ ਤੇ ਬੁਲਾਰੇ ਸਨ। ਧਾਰਮਿਕ ਸਟੇਜਾਂ ਉੱਤੇ ਉਹ ਬੜੀਆਂ ਹੀ ਜੋਸ਼ੀਲੀਆਂ ਤਕਰੀਰਾਂ ਕਰਦੇ। ਉਹਨਾਂ ਦੀ ਦਿਨਾਂ 'ਚ ਪੰਥਕ ਤੇ ਅਕਾਲੀ ਲਹਿਰ ਦੇ ਪ੍ਰਭਾਵ 'ਚ ਕਸ਼ਮੀਰ ਦੀ ਸਾਰੀ ਸੰਗਤ ਰੰਗੀ ਗਈ। ਦੋਵੇਂ ਪਾਰਟੀਆਂ ਇੱਕ ਦੂਜੇ ਦੀਆਂ ਵਿਰੋਧੀ ਹੋਣ ਕਰਕੇ ਆਪਣੀ ਪਾਰਟੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਦੀਆਂ ਤੇ ਵਿਰੋਧੀ ਪਾਰਟੀ ਨੂੰ ਨਿੰਦਣ ਦੀ ਕਸਰ ਨਾ ਛੱਡਦੀਆਂ। ਦੋਵਾਂ ਪਾਰਟੀਆਂ ਨੇ ਭੀੜ ਨੂੰ ਆਕਰਸ਼ਿਤ ਕਰਨ ਲਈ ਵੱਖਰੀਆਂ ਵੱਖਰੀਆਂ ਨੀਤੀਆਂ ਤੇ ਚਾਲਾਂ ਅਪਣਾ ਲਈਆਂ। ਔਰਤਾਂ ਨੂੰ ਵੀ ਇਹਨਾਂ ਧਾਰਮਿਕ ਰਾਜਨੀਤਿਕ ਜਥੇਬੰਦੀਆਂ 'ਚ ਸ਼ਾਮਲ ਕਰ ਲਿਆ। ਇਹਨਾਂ ਔਰਤਾਂ ਲਈ ਔਰਤ ਲੀਡਰ ਵੀ ਚਾਹੀਦੀਆਂ ਸਨ, ਸੋ ਪਿੰਡਾਂ ਸ਼ਹਿਰਾਂ ਦੀਆਂ ਦਲੇਰ ਤੇ ਸਿਰਕੱਢ ਔਰਤਾਂ ਦੇ ਹੱਥ ਔਰਤ ਪਾਰਟੀਆਂ ਦੀ ਕਮਾਨ ਦੇ ਦਿੱਤੀ ਗਈ। ਗਿਆਨੀ ਮਾਮਾ ਜੀ ਆਪ ਇਸ ਪਾਰਟੀ ਦੇ ਲੀਡਰ ਸਨ। ਉਹਨਾਂ ਨੇ ਆਸ-ਪਾਸ ਦੇ 2-3 ਪਿੰਡਾਂ ਦੀਆਂ ਔਰਤਾਂ ਦੀ ਸਰਦਾਰੀ ਦੀ ਕਮਾਨ ਬੇਜੀ ਦੇ ਹੱਥ ਫੜਾ ਦਿੱਤੀ। ਬੇਜੀ ਬਾਹਿੰਮਤ, ਦਲੇਰ ਤੇ ਹੈ ਹੀ ਸਨ, ਪਰ ਉਦੋਂ ਪਹਿਲੀ ਵਾਰ ਅਸੀਂ ਨਿੱਕੇ ਹੁੰਦੇ ਸੀ, ਸਮਝ ਕੁਝ ਨਹੀਂ ਸੀ ਆਉਂਦੀ। ਅਸੀਂ ਬੇਜੀ ਨੂੰ ਸੈਂਕੜੇ ਲੋਕਾਂ ਦੇ ਇਕੱਠ ਵਿੱਚ, ਜਿਨ੍ਹਾਂ 'ਚ ਜ਼ਿਆਦਾ ਔਰਤਾਂ ਹੁੰਦੀਆਂ, ਸਟੇਜ ਉੱਤੇ ਜੋਸ਼ ਵਿੱਚ ਨਾਅਰੇ ਮਾਰਦਿਆਂ, ਜੈਕਾਰੇ ਛੱਡਦਿਆਂ, ਭਾਸ਼ਣ ਦਿੰਦਿਆਂ ਸੁਣਿਆ। ਬੇਜੀ ਨੂੰ ਇਹ ਭਾਸ਼ਣ ਕਿਸੇ ਨੇ ਸਿਖਾਏ ਨਹੀਂ ਸੀ, ਪਰ ਉਹ ਦਲੇਰੀ ਨਾਲ ਸਟੇਜ ਉੱਤੇ ਬੋਲਦੇ ਰਹੇ। ਉਹਨਾਂ ਨੂੰ ਦੇਖ ਕੁਝ ਹੋਰ ਔਰਤਾਂ ਵੀ ਮੰਚ ਤੇ ਆ ਕੇ ਜੈਕਾਰੇ ਛੱਡਣ ਦੀ ਹਿੰਮਤ ਦੱਸਣ ਲੱਗੀਆਂ। ਘਰ ਘਰ ਮੀਟਿੰਗਾਂ ਹੁੰਦੀਆਂ ਤੇ ਬੇਜੀ ਕੁਝ ਹੋਰ ਮਹਿਲਾ ਲੀਡਰਾਂ ਨਾਲ ਮਿਲ ਕੇ ਔਰਤਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਕੇ ਵੋਟ ਪਾਉਣ ਦੀ ਰਾਜਨੀਤੀ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ। ਇਹ ਲਹਿਰਾਂ, ਇਹ ਜੋਸ਼ ਕੁਝ ਹੀ ਦੇਰ ਰਹੇ। ਬਾਅਦ 'ਚ ਨਾ ਕੋਈ ਅਕਾਲੀ ਲਹਿਰ ਕਸ਼ਮੀਰ ਦੇ ਰੈਤਲ ਤੇ ਲੱਭੀ ਤੇ ਨਾ ਹੀ ਪੰਥਕ ਪਾਰਟੀ। ਸਿਆਸੀ ਧਾਰਮਿਕ ਜੋਸ਼ ਠੰਡੇ ਪੈ ਗਏ, ਵਰਨਾ ਬੇਜੀ ਵਰਗੀਆਂ ਕਿੰਨੀਆਂ ਹੀ ਹੋਰ ਜੋਸ਼ੀਲੀਆਂ ਔਰਤਾਂ ਸ਼ਾਇਦ ਕੋਈ ਆਗੂ ਵਾਗੂ ਬਣ ਗਈਆਂ ਹੁੰਦੀਆਂ। ਮਾਮਾ ਜੀ ਕਵੀ, ਕਹਾਣੀਕਾਰ ਸਨ। ਉਹਨਾਂ ਦੇ ਪ੍ਰਭਾਵ 'ਚ ਮੈਂ ਵੀ ਮੁੱਢਲੀ ਉਮਰ ਤੋਂ ਹੀ ਕਲਮ ਅਜ਼ਮਾਏ ਸ਼ੁਰੂ ਕਰ ਦਿੱਤੇ। ਮੈਂ ਜੋ ਲਿਖਦੀ ਬੇਜੀ ਨੂੰ ਸੁਣਾਉਂਦੀ, ਉਹ ਨਿਹਾਲ ਹੋ ਜਾਂਦੇ। ਜਦ ਕਦੀ ਮਾਮਾ ਜੀ ਸਾਡੇ ਘਰ ਆਉਂਦੇ, ਬੇਜੀ ਮੈਨੂੰ ਉਹਨਾਂ ਦੇ ਗੋਡੇ ਮੂਹਰੇ ਬਿਠਾ ਕੇ ਉਹ ਲਿਖਿਆ ਕੁਝ ਪੜ੍ਹ ਕੇ ਸੁਣਾਉਣ ਲਈ ਆਖਦੇ। ਮੈਂ ਪੜ੍ਹਦੀ, ਮਾਮਾ ਜੀ ਅੰਤਰ ਧਿਆਨ ਹੋ ਕੇ ਸੁਣਦੇ। ਇਹ ਕੁੜੀ ਜ਼ਰੂਰ ਇੱਕ ਦਿਨ ਕੁਝ ਬਣੇਗੀ, ਉਹ ਆਖਦੇ। ਬੇਜੀ ਲਈ ਇਹ ਕੁਝ ਮਾਮਾ ਜੀ ਵਰਗੀ ਕੋਈ ਸ਼ਖਸੀਅਤ ਹੀ ਹੋ ਸਕਦੀ ਸੀ, ਸੋ ਮੇਰੇ ਵੱਲ ਉਚੇਚਾ ਧਿਆਨ ਦੇਣ ਲੱਗ ਪਏ। ਉਹਨਾਂ ਦੇ ਪਿਆਰ, ਮਮਤਾ ਤੇ ਮੋਹ ਦਾ ਕੇਂਦਰ ਬਿੰਦੂ ਮੈਂ ਹੀ ਬਣ ਗਈ। ਬਾਕੀ ਦੋਵੇਂ ਬੱਚੇ ਤਾਂ ਆਪਣੇ ਆਪ ਪਲਦੇ ਜਵਾਨ ਹੁੰਦੇ ਗਏ। ਸਾਂਝੀ ਜ਼ਮੀਨ ਉੱਤੇ ਘਰ ਪਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ, ਪਰ ਸਾਂਝੇ ਘਰ ਦੇ 2 ਕਮਰਿਆਂ 'ਚ ਜਦ ਸਾਡਾ ਗੁਜ਼ਾਰਾ ਹੋਣਾ ਮੁਸ਼ਕਿਲ ਹੋ ਗਿਆ ਤਾਂ ਇੱਕ ਦਿਨ ਬੇਜੀ ਨੇ ਇੱਟਾਂ ਲਾਉਣ ਵਾਲੇ ਮਜ਼ਦੂਰ ਘਰ ਬੁਲਾ ਲਏ। ਦਾਦੇ, ਚਾਚੇ, ਗੁਆਂਢੀ ਉਸੇ ਵੇਲੇ ਹੈਰਾਨ ਰਹਿ ਗਏ ਜਦ ਵਿਹੜੇ 'ਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਮਜ਼ਦੂਰਾਂ ਨੇ ਕੱਢੀਆਂ ਇੱਟਾਂ ਦੀਆਂ ਲਾਈਨਾਂ ਚਿਣ ਦਿੱਤੀਆਂ।
ਪਾਪਾ ਜੀ ਆਪਣੇ ਘਰ ਵਾਲਿਆਂ ਨਾਲ ਕਿਸੇ ਬਹਿਸ ਮੁਬਾਸੇ ਤੇ ਝਗੜ ਝਮੇਲੇ ਤੋਂ ਬਚਦੇ ਸਨ, ਪਰ ਬੇਜੀ ਸਾਹਮਣੇ ਕੌਣ ਡਟ ਸਕਦਾ। ਪਾਪਾ ਜੀ ਨੌਕਰੀ ਤੇ ਹੀ ਸਨ ਜਦ ਬੇਜੀ ਦੇ ਘਰ ਤਰਖਾਣ ਤੇ ਮਜ਼ਦੂਰ ਬੁਲਾ ਕੇ ਘਰ ਦਾ ਪਲਿੰਬ ਵੀ ਪਾ ਦਿੱਤਾ। ਪਾਪਾ ਜੀ ਜਦ 2 ਹਫ਼ਤੇ ਬਾਅਦ ਘਰ ਆਏ ਤਾਂ 6 ਫੁੱਟ ਉੱਚਾ ਪਲਿੰਥ ਤਿਆਰ ਹੋ ਚੁੱਕਾ ਸੀ। ਬੇਜੀ ਦੀ ਹਿੰਮਤ ਨਾ ਹੁੰਦੀ ਤਾਂ 3 ਮੰਜ਼ਿਲਾ ਮਕਾਨ ਸਾਡੀ ਮਲਕੀਅਤ ਕਦੀ ਨਾ ਬਣਦਾ। ਜਦ ਮੈਂ ਪਹਿਲੇ ਹੀ ਇਮਤਿਹਾਨ 'ਚ 10ਵੀਂ ਫਸਟ ਡਿਵੀਜ਼ਨ 'ਚ ਪਾਸ ਕਰ ਲਈ ਤਾਂ ਲੋਕਾਂ ਲਈ ਇਹ ਹੈਰਾਨੀ ਭਰੀ ਘਟਨਾ ਬਣ ਗਈ ਕਿ ਕਿਸੇ ਕੁੜੀ ਨੇ ਪਹਿਲੀ ਵਾਰ 10ਵੀਂ ਦਾ ਇਮਤਿਹਾਨ ਪਾਸ ਕਰ ਲਿਆ, ਉਹ ਵੀ ਫਸਟ ਡਿਵੀਜ਼ਨ 'ਚ। ਵਰਨਾ ਤਾਂ ਮੁੰਡੇ 2-2 3-3 ਵਾਰ 1-1 2-2 ਪੇਪਰ ਪਾਸ ਕਰਦੇ ਸੀ, ਤਾਂ ਹੀ ਪੂਰੀ ਮੈਟ੍ਰਿਕ ਹੁੰਦੀ ਸੀ। ਮੈਟ੍ਰਿਕ ਦਾ ਇਮਤਿਹਾਨ ਇੱਕ ਬਹੁਤ ਵੱਡਾ ਹਊਆ ਹੁੰਦਾ ਸੀ ਸਾਰਿਆਂ ਲਈ, ਤੇ ਮੈਂ ਉਸ ਹਊਏ ਨੂੰ ਠੇਂਗਾ ਦੱਸ ਦਿੱਤਾ। ਮੇਰੀ ਟੋਪੀ 'ਚ ਇੱਕ ਹੋਰ ਫੈਦਰ ਜੜਿਆ ਗਿਆ। 13 ਮੀਲ ਪੈਦਲ ਚੱਲ ਕੇ ਗਰਲਜ਼ ਹਾਇਰ ਸੈਕੰਡਰੀ 'ਚ ਪੜ੍ਹਨ ਜਾਣਾ ਉਹਨਾਂ ਦਿਨਾਂ 'ਚ ਕੋਹ ਕਾਫ ਦੀਆਂ ਪਹਾੜੀਆਂ ਚੜ੍ਹਨ ਵਰਗਾ ਦੁਰਗਮ ਕੰਮ ਸੀ। ਪਾਪਾ ਜੀ ਡਰ ਰਹੇ ਸਨ, ਪਰ ਬੇਜੀ ਨੇ ਤਾਂ ਮੈਨੂੰ ਵਿਮਨ ਕਾਲਜ 'ਚ ਚਿੱਟੀ ਵਰਦੀ ਪਾ ਕੇ ਪੜ੍ਹਨ ਜਾਂਦੇ ਵੇਖਣਾ ਸੀ। ਉਹ ਹਾਰ ਕਿਵੇਂ ਮੰਨ ਜਾਂਦੇ। ਪਾਪਾ ਜੀ ਨੂੰ ਉਦੋਂ ਮਨਾ ਲਿਆ ਜਿਸ ਦਿਨ ਮੈਂ ਗਰਲਜ਼ ਹਾਇਰ ਸੈਕੰਡਰੀ 'ਚ ਦਾਖਲਾ ਲੈਣ ਗਈ। ਪਾਪਾ ਜੀ ਨੇ ਗਾਤਰੇ ਵਾਲੀ ਕਿਰਪਾਨ ਮੇਰੇ ਗਲ 'ਚ ਪਾਉਂਦਿਆਂ ਕਿਹਾ, ਜੇ ਜ਼ਰੂਰਤ ਪਵੇ ਤਾਂ ਇਹਨੂੰ ਖੋਲ ਕੇ ਇਸਤੇਮਾਲ ਕਰ ਲਈ, ਬਾਕੀ ਪਿੱਛੋਂ ਮੈਂ ਆਪੇ ਸਾਂਭ ਲਵਾਂਗਾ। ਇਹ ਐਸੇ ਜੋਸ਼ ਤੇ ਵਿਸ਼ਵਾਸ ਭਰੇ ਸ਼ਬਦ ਸਨ ਕਿ ਸੱਜੇ ਪਾਸਿਓਂ ਗਲੇ 'ਚ ਲਟਕਾਈ ਕਿਰਪਾਨ ਮੈਂ ਖੱਬੇ ਪਾਸਿਓਂ ਕਮੀਜ਼ ਤੋਂ ਬਾਹਰ ਰੱਖਦੀ ਤਾਂ ਕਿ ਕਿਸੇ ਦੀ ਨਜ਼ਰ ਮੇਰੇ ਤੇ ਪੈਣ ਤੋਂ ਪਹਿਲਾਂ ਇਸ ਕਿਰਪਾਨ ਤੇ ਪਵੇ। ਇਹ ਕਿਰਪਾਨ ਮੇਰੇ ਗਲੇ 'ਚ ਤਦ ਤੱਕ ਰਹੀ ਜਦ ਤੱਕ ਮੈਂ ਵੂਮਨ ਕਾਲਜ ਸ੍ਰੀਨਗਰ ਦੇ ਹੋਸਟਲ 'ਚ ਸੁਰੱਖਿਅਤ ਨਹੀਂ ਪਹੁੰਚ ਗਈ। ਉੱਥੇ ਕਿਰਪਾਨ ਦੀ ਉਹੋ ਜਿਹੀ ਲੋੜ ਨਹੀਂ ਸੀ ਜਿਹੋ ਜਿਹੀ 13 ਮੀਲ ਆਉਣ ਤੇ ਜਾਣ ਲਈ ਪੈਦਲ ਚੱਲਣ ਵਾਲੀ ਇਕੱਲੀ ਕੁੜੀ ਲਈ ਸੀ। ਮੇਰਾ ਤੇ ਬੀਜੀ ਦਾ ਰਿਸ਼ਤਾ ਬੜਾ ਹੀ ਅਜੀਬ ਜਿਹਾ ਹੋ ਗਿਆ ਸੀ। ਮੋਹ ਮਮਤਾ ਦਾ ਰਿਸ਼ਤਾ ਹੁਣ ਹੌਲੀ ਹੌਲੀ ਸ਼ਰਤਾਂ ਵਾਲੀ ਸੰਕੁਚੀ ਜਿਹਾ ਰਿਸ਼ਤਾ ਬਣ ਗਿਆ ਸੀ। ਪਤਾ ਨਹੀਂ ਕਿਉਂ ਬੇਜੀ ਨੇ ਮੇਰੇ ਬਾਰੇ ਇਹ ਧਾਰਨਾ ਬਣਾ ਲਈ ਸੀ ਕਿ ਮੈਂ ਕੁਝ ਖਾਸ ਹਾਂ। ਮੈਂ ਜੋ ਕਹਾਂ, ਜੋ ਸੋਚਾਂ, ਜੋ ਲਿਖਾਂ, ਜੋ ਨਿਰਣਾ ਕਰਾਂ ਉਹ ਸਭ ਸਹੀ ਹੈ। ਮੈਂ ਗਲਤ ਹੋ ਹੀ ਨਹੀਂ ਸਕਦੀ। ਬੇਜੀ ਦਾ ਵਿਸ਼ਵਾਸ ਅੰਧ ਵਿਸ਼ਵਾਸ ਤੱਕ ਜਾ ਪੜਿਆ ਸੀ ਤੇ ਅੰਧ ਵਿਸ਼ਵਾਸ ਨੇ ਮੇਰੇ ਰਾਹਾਂ 'ਚ ਬੈਰੀਅਰ ਖੜੇ ਕਰ ਦਿੱਤੇ। ਹਰ ਬੱਚਾ ਆਪਣੇ ਮਾਂ-ਬਾਪ ਦੀ ਛਤਰ ਛਾਇਆ 'ਚ ਪਲਦਾ, ਉਹਨਾਂ ਦੀ ਰਾਏ ਤੇ ਸਲਾਹ ਮਸ਼ਵਰੇ ਮੁਤਾਬਕ ਆਪਣੀ ਜ਼ਿੰਦਗੀ ਦੀਆਂ ਰਾਹਾਂ ਤਲਾਸ਼ਣ ਵਿੱਚ ਹੀ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਹੈ। ਪਰ ਮੇਰੇ ਨਾਲ ਇਹ ਤੋਂ ਉਲਟ ਹੋਇਆ। ਮੇਰੇ ਮਾਂ-ਬਾਪ ਸਮਝਦੇ ਸਨ ਕਿ ਆਪਣੇ ਬਾਰੇ ਮੈਂ ਖੁਦ ਉਹਨਾਂ ਤੋਂ ਵੱਧ ਸਮਝਦਾਰ ਫੈਸਲੇ ਲੈ ਸਕਦੀ ਹਾਂ। ਕਦੀ-ਕਦੀ ਸੋਚਦੀ ਹਾਂ ਕਿਉਂ ਇੰਨਾ ਅੰਧ ਵਿਸ਼ਵਾਸ ਕੀਤਾ ਉਹਨਾਂ ਮੇਰੇ ਉੱਤੇ। ਕਿਉਂ ਨਹੀਂ ਭੈਣ ਜੀ, ਵੀਰ ਜੀ ਵਾਂਗ ਕਦੀ ਮੈਨੂੰ ਵੀ ਕਿਸੇ ਗਲਤੀ ਉੱਤੇ ਥੱਪੜ ਮਾਰਿਆ, ਡਾਂਟਿਆ, ਸੋਟੀ ਲੈ ਕੇ ਝੰਬ ਸੁੱਟਿਆ। ਕਿਵੇਂ ਉਹਨਾਂ ਨੇ ਇੰਨੀ ਵੱਡੀ ਧਾਰਨਾ ਬਣਾ ਲਈ ਕਿ ਮੈਂ ਗਲਤ ਹੋ ਹੀ ਨਹੀਂ ਸਕਦੀ। ਮੈਂ ਵੀ ਤਾਂ ਦੂਜੇ ਭੈਣ ਭਰਾਵਾਂ ਵਰਗਾ ਬੱਚਾ ਹੀ ਸੀ। ਅੱਜ ਸੋਚਦੀ ਹਾਂ ਕਿ ਮੇਰੇ ਤੇ ਬੀਜੀ ਦੇ ਇਸ ਮੋਹ ਤੇ ਅੰਧ ਵਿਸ਼ਵਾਸ ਵਰਗੇ ਰਿਸ਼ਤੇ 'ਚ ਮੇਰੀ ਵੱਡੀ ਭੈਣ ਕਿੰਨੀ ਅਣਗੌਲੀ ਰਹਿ ਗਈ। ਨਾ ਉਹਦੀ ਪੜ੍ਹਾਈ ਵੱਲ ਕਿਸੇ ਨੇ ਧਿਆਨ ਦਿੱਤਾ, ਨਾ ਉਹਦਾ ਜੀਵਨ ਸੁਖਾਲਾ ਬਣਾਉਣ ਦਾ ਕਿਸੇ ਉਪਰਾਲਾ ਕੀਤਾ, ਨਾ ਉਹਦੀਆਂ ਅੱਖਾਂ ਵਿਚਲੇ ਰੰਗੀਨ ਸੁਪਨਿਆਂ ਨੂੰ ਦੇਖਣ ਦੀ ਕਿਸੇ ਨੇ ਫਿਕਰ ਕੀਤੀ ਤੇ ਨਾ ਹੀ ਉਹਦੀਆਂ ਰੀਝਾਂ ਸੱਧਰਾਂ ਨੂੰ ਕਿਸੇ ਨੇ ਮਹੱਤਵ ਦਿੱਤਾ। ਉਹ ਬਸ ਵੱਡੀ ਹੋਈ, ਜਵਾਨ ਹੋਈ ਤੇ ਚੁੱਪਚਾਪ ਵਿਆਹੀ ਗਈ। ਵੀਰ ਤਾਂ ਮੁੰਡਾ ਸੀ, ਖਿੱਚ ਧੂ ਕੇ ਆਪਣੇ ਲਈ ਮੋਹ ਵਰਗੇ ਕਿਸੇ ਨਿੱਕੇ ਜਿਹੇ ਅਹਿਸਾਸ ਨੂੰ ਝਪਟੀ ਲੈਂਦਾ ਸੀ। ਪਰ ਭੈਣ ਜੀ ਨੇ ਕਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਨਾ ਹੀ ਉਹਦੀ ਕੋਸ਼ਿਸ਼ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਸਕੂਲੋਂ ਆਉਂਦੀ ਤਾਂ ਸਿੱਧਾ ਚੁੱਲ੍ਹਾ ਚੌਂਕਾ ਸਾਂਭ ਲੈਂਦੀ। ਮੈਂ ਸਕੂਲੋਂ ਆਉਂਦੀ, ਗੁਰਦੁਆਰੇ 'ਚ ਪੜ੍ਹਾਈ ਜਾਂਦੇ, ਗੁਰਮੁਖੀ ਦੇ ਵਿਦਿਆਲੇ 'ਚ ਪੜ੍ਹਨ ਤੁਰ ਜਾਂਦੀ। ਵਿਦਿਆਲੇ ਭੈਣ ਜੀ ਤੇ ਵੀਰ ਜੀ ਵੀ ਪੜ੍ਹਦੇ, ਪਰ ਉਹਨਾਂ ਲਈ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਵੀ ਹੁੰਦੀ, ਜਦਕਿ ਮੇਰੇ ਲਈ ਐਸੀ ਕੋਈ ਬੰਦਿਸ਼ ਨਹੀਂ ਸੀ। ਦਾਦਕਿਆਂ ਵੱਲੋਂ ਅਸੀਂ 7-8 ਕੁੜੀਆਂ ਸੀ ਤੇ ਨਾਨਕਿਆਂ ਵੱਲੋਂ 12-13। ਮੁਸਲਮਾਨਾਂ ਦੇ ਸੱਭਿਆਚਾਰ 'ਚ ਜਿਵੇਂ ਤਾਏ, ਚਾਚੇ, ਮਾਸੀ, ਮਾਮੇ ਦੇ ਮੁੰਡੇ ਕੁੜੀਆਂ ਦੇ ਆਪਸ 'ਚ ਵਿਆਹ ਜਾਇਜ਼ ਹੁੰਦੇ ਨੇ, ਉਵੇਂ ਕਦੀ ਅਸੀਂ ਸਹੇਲੀਆਂ ਵੀ ਇਕੱਠੀਆਂ ਹੁੰਦੀਆਂ ਤਾਂ ਸੋਚਦੀਆਂ ਕਿ ਜੇ ਭਲਾ ਸਾਡੇ ਵਿੱਚ ਵੀ ਤਾਏ, ਚਾਚੇ, ਮੁੰਡੇ ਕੁੜੀਆਂ ਦਾ ਵਿਆਹ ਜਾਇਜ਼ ਹੁੰਦਾ ਤਾਂ ਕਿਹਦੀ ਜੋੜੀ ਕਿਹਦੇ ਨਾਲ ਬਣਦੀ। ਅਸੀਂ ਸਾਰੀਆਂ ਖਾਨਦਾਨ ਦੀਆਂ ਹਰ ਕੁੜੀ ਦੀ ਜੋੜੀ ਤਾਏ, ਚਾਚੇ, ਮਾਮੇ, ਮਾਸੀਆਂ ਦੇ ਮੁੰਡਿਆਂ ਨਾਲ ਜੋੜਦੇ। ਮੇਰੀ ਭੂਆ ਦੀ ਕੁੜੀ ਹੈ ਪਵਿੱਤਰ, ਉਹਦੀ ਜੋੜੀ ਉਹਦੀ ਮਾਸੀ ਦੇ ਮੁੰਡੇ ਜੈਲੇ ਨਾਲ ਬਣਾਉਂਦੇ। ਉਹ ਪਿੱਠ ਸਿਆਪਾ ਪਾ ਕੇ ਉੱਚੀ ਉੱਚੀ ਰੋਣ ਬੈਠ ਜਾਂਦੀ। ਪਰ ਇਸ ਮਖੌਲਬਾਜ਼ੀ ਦਾ ਅਸਰ ਇਹ ਵੀ ਹੋਇਆ ਕਿ ਜਿਸ ਕਜ਼ਨ ਨਾਲ ਮੇਰੀ ਜੋੜੀ ਬਣਦੀ, ਉਹ ਕਜ਼ਨ ਬਾਲਪਨ ਦੀ ਪਹਿਲੀ ਕੱਚੀ ਉਮਰ ਦਾ ਮੇਰਾ ਪਹਿਲਾ ਕੁਝ ਬਣ ਗਿਆ।
ਮੈਂ ਉਹਦੀ ਤਸਵੀਰ ਆਪਣੀਆਂ ਕਿਤਾਬਾਂ 'ਚ ਰੱਖਦੀ ਤੇ ਮਨ ਹੀ ਮਨ ਉਸ ਨਾਲ ਗੱਲਾਂ ਕਰਦੀ। ਇੱਕ ਦਿਨ ਬੇਜੀ ਨੇ ਉਹ ਤਸਵੀਰ ਵੇਖ ਲਈ। ਪਤਾ ਨਹੀਂ ਤਸਵੀਰ ਦਾ ਅਕਸ ਮੇਰੀਆਂ ਅੱਖਾਂ 'ਚ ਉਸ ਵੇਖਿਆ ਕਿ ਨਾ, ਪਰ ਕਿਸੇ ਕਾਪੀ ਤੋਂ ਤੇ ਮੇਰੀ ਲਿਖੀ ਇਹ ਸਤਰ ਉਹਨਾਂ ਜ਼ਰੂਰ ਪੜ੍ਹ ਲਈ, ਮੈਂ ਡੈਸ਼ ਨਾਲ ਹੀ ਵਿਆਹ ਕਰਾਂਗੀ। ਕਸ਼ਮੀਰੀ ਸਿੱਖ ਸੱਭਿਆਚਾਰ ਦੇ ਤਥਾ ਕਥਿਤ ਰਖਵਾਲੇ ਮੈਨੂੰ ਮਾਫ਼ ਕਰਨ। ਬੇਜੀ ਨੇ ਤਸਵੀਰ ਤੇ ਕਾਪੀ ਦਾ ਉਹ ਵਰਕਾ ਫਾੜ ਸੁੱਟਿਆ, ਪਰ ਫਿਰ ਵੀ ਨਾਨਕੇ ਜਾਣ ਤੋਂ ਮੈਨੂੰ ਕੋਈ ਮਨਾਹੀ ਨਹੀਂ ਹੋਈ। ਉਹਨਾਂ ਲਈ ਮੇਰੇ ਇਹ ਬਾਲਪਨ ਦੀ ਇੱਕ ਅਣਜਾਣੀ ਖੇਡ ਵਰਗੀ ਮੂਰਖਤਾ ਸੀ। ਇਸੇ ਨਾਨਕੇ ਘਰ ਦਾ ਜ਼ਿਕਰ ਮੇਰੀ ਕਹਾਣੀ ਜ਼ੋਰਾਵਰ ਲਾਲਾ ਵਿੱਚ ਸ਼ਿੱਦਤ ਨਾਲ ਹੋਇਆ। ਬੇਜੀ ਦਾ ਸੁਪਨਾ ਪੂਰਾ ਹੋ ਗਿਆ। ਮੈਂ BA ਕਰਨ ਲਈ ਵੂਮੈਨ ਕਾਲਜ ਸ੍ਰੀਨਗਰ 'ਚ ਦਾਖਲ ਹੋ ਗਈ ਤੇ ਉੱਥੇ ਹੀ ਹੋਸਟਲ 'ਚ ਮੈਨੂੰ ਜਗ੍ਹਾ ਮਿਲ ਗਈ। ਪਾਪਾ ਜੀ, ਬੇਜੀ ਤੇ ਮੇਰੇ ਚਾਚਾ ਜੀ ਮੈਨੂੰ ਹੋਸਟਲ 'ਚ ਛੱਡ ਘਰ ਮੁੜ ਗਏ। ਹੋਸਟਲ ਦੀ ਇਕੱਲਤਾ 'ਚ ਪਹਿਲੀ ਵਾਰ ਮੈਨੂੰ ਬੇਜੀ ਦੀ ਯਾਦ ਆਈ, ਪਰ ਇਹ ਯਾਦ ਉਵੇਂ ਦੀ ਨਹੀਂ ਸੀ ਜਿਵੇਂ ਕਿਸੇ ਮਮਤਾਮਈ ਮਾਂ ਦੀ ਨਿੱਘੀ ਬੁੱਕਲ ਦੀ ਯਾਦ ਆਵੇ, ਕਿਉਂਕਿ ਬੇਜੀ ਨੇ ਕਦੇ ਕਿਸੇ ਬੱਚੇ ਨੂੰ ਮੋਹ ਤੇ ਮਮਤਾ ਨਾਲ ਬੁੱਕਲ ਵਿੱਚ ਲੈ ਕੇ ਨਾ ਕਦੀ ਚੁੰਮਿਆ ਸੀ, ਨਾ ਹੀ ਕਦੀ ਰੋਂਦਿਆਂ ਦੇ ਅੱਥਰੂ ਪੂੰਝਦੇ ਆਪਣੀਆਂ ਅੱਖਾਂ ਭਰੀਆਂ ਸਨ। ਉਹਨਾਂ ਦੀ ਮਮਤਾ ਜ਼ਾਹਿਰ ਨਹੀਂ ਸੀ ਹੁੰਦੀ, ਉਹਨਾਂ ਦੇ ਆਪਣੇ ਵਿਚਾਰ ਤੇ ਅਸੂਲ ਸਨ। ਮੇਰੇ ਨਾਲ ਉਹਨਾਂ ਦਾ ਭਾਵੇਂ ਸਭ ਤੋਂ ਵੱਧ ਮੋਹ ਸੀ, ਪਰ ਇਸ ਮੋਹ 'ਚ ਸੰਕੋਚ, ਝਿਜਕ ਤੇ ਇੱਕ ਅਜੀਬ ਜਿਹੀ ਦੂਰੀ ਸੀ। ਮੈਨੂੰ ਨਹੀਂ ਯਾਦ ਕਿ ਹੋਸ਼ ਸੰਭਾਲਣ ਤੋਂ ਬਾਅਦ ਬੇਜੀ ਨੇ ਕਿਸੇ ਬੱਚੇ ਨੂੰ ਆਪਣੇ ਸੀਨੇ ਨਾਲ ਲਗਾ ਕੇ ਸੁਆਇਆ ਹੋਵੇ। ਮੇਰੇ ਪ੍ਰਤੀ ਉਹਨਾਂ ਦਾ ਰਿਸ਼ਤਾ ਹਮ ਖਿਆਲ, ਹਮ ਨਜ਼ਰ, ਹਮ ਉਮਰ, ਸਮਝਦਾਰ ਲੋਕਾਂ ਵਾਲਾ ਬਣ ਗਿਆ। ਯਾਨੀ ਮੈਂ ਜੋ ਕਹਾਂ ਉਹ ਮੰਨ ਲਿਆ ਤੇ ਉਹ ਜੋ ਕਹਿਣ ਮੈਂ ਮੰਨ ਲਵਾਂ, ਨਾ ਦੀ ਕੋਈ ਜ਼ਰੂਰਤ ਹੀ ਨਹੀਂ। ਬਿੱਟੂ ਅਗਰ ਕੁਝ ਕਹਿ ਰਹੀ ਹੈ ਤਾਂ ਠੀਕ ਹੀ ਹੋਏਗਾ, ਤੇ ਬੇਜੀ ਜੇ ਕੁਝ ਕਹਿ ਰਹੇ ਹਨ ਤਾਂ ਸਹੀ ਹੋਏਗਾ। ਮੈਂ ਕਦੀ ਥੱਕੀ ਟੁੱਟੀ ਉਦਾਸੀ 'ਚ ਜਾਂ ਗਹਿਰੇ ਦੁੱਖ 'ਚ ਧਾ ਕਰਕੇ ਬੇਜੀ ਦੇ ਸੀਨੇ ਨਾਲ ਨਹੀਂ ਲੱਗੀ, ਸਗੋਂ ਹਮੇਸ਼ਾ ਇੱਕ ਖਿਆਲ ਰਿਹਾ ਕਿ ਕੋਈ ਗੱਲ ਉਹਨਾਂ ਨੂੰ ਤਕਲੀਫ ਨਾ ਪਹੁੰਚਾਏ। ਮੈਂ ਹਰ ਗੱਲ ਆਪਣੇ ਸੀਨੇ ਤਾਈਂ ਦਫਨ ਕਰਕੇ ਰੱਖਣੀ ਸਿੱਖ ਲਈ। ਇੱਕ ਉਹ ਵਕਤ ਵੀ ਆਇਆ ਜਦ ਭੈਣ ਜੀ ਦੇ ਵਿਆਹ ਦੇ 2 ਸਾਲ ਬਾਅਦ ਅਚਾਨਕ ਮੈਂ ਆਪਣੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਫੈਸਲਾ ਲੈ ਲਿਆ। ਜੰਮੂ ਦੇ ਸਾਹਿਤਕਾਰ ਬਲਜੀਤ ਸਿੰਘ ਰੈਣਾ ਨਾਲ ਮੇਰੀ ਮੁਲਾਕਾਤ ਕੇਵਲ ਕੁਝ ਦਿਨ ਪਹਿਲਾਂ ਹੀ ਸ੍ਰੀਨਗਰ ਦੇ ਟੈਗੋਰ ਹਾਲ 'ਚ ਇੱਕ ਕਾਨਫਰੰਸ ਦੌਰਾਨ ਹੋਈ ਸੀ। ਮਾਮਾ ਜੀ ਨਾਲ ਉਹਨਾਂ ਦੀ ਜਾਣ ਪਛਾਣ ਸੀ ਤੇ ਇਸੇ ਜਾਣ ਪਛਾਣ ਦੇ ਆਧਾਰ ਤੇ ਬਲਜੀਤ ਨੇ ਮੇਰੇ ਨਾਲ ਆਪਣੀ ਜਾਣ ਪਛਾਣ ਵਧਾਈ ਤੇ ਫਿਰ ਮੈਨੂੰ ਵਿਆਹ ਕਰਵਾਉਣ ਲਈ ਕਹਿਣ ਵਿੱਚ ਉਹਨਾਂ ਨੇ ਕੋਈ ਵਕਤ ਨਹੀਂ ਸੀ ਗਵਾਇਆ। ਉਦੋਂ ਆਲਮ ਇਹ ਸੀ ਕਿ ਮੈਂ ਜਿਸ ਚੀਜ਼ ਤੇ ਹੱਥ ਧਰਦੀ, ਜਿਸ ਸ਼ਖਸ ਵੱਲ ਇਸ਼ਾਰਾ ਕਰਦੀ, ਜਿਸ ਤਰ੍ਹਾਂ ਦੀ ਜ਼ਿੰਦਗੀ ਦੀ ਮੈਂ ਖਾਹਿਸ਼ ਕਰਦੀ, ਉਹੋ ਜਿਹੀ ਜ਼ਿੰਦਗੀ ਮੈਨੂੰ ਆਪਣੇ ਕਲਾਵੇ 'ਚ ਲੈਣ ਲਈ ਮੇਰੇ ਅੱਗੇ ਆ ਜਾਂਦੀ। ਮੇਰੇ ਇੱਕ ਪਾਸੇ ਐਸ਼ੋ ਇਸ਼ਰਤ ਦੀ ਜ਼ਿੰਦਗੀ ਲੈ ਕੇ ਮੇਰੀ ਇੱਕ ਪ੍ਰੋਫੈਸਰ ਦਾ ਭਰਾ ਖੜਾ ਸੀ, ਦੂਜੇ ਪਾਸੇ ਸਾਹਿਤ ਦੀ ਦੁਨੀਆ 'ਚ ਜਾਣਿਆ ਪਛਾਣਿਆ ਇੱਕ ਸਾਹਿਤਕਾਰ ਖੜਾ ਸੀ। ਮੈਂ ਸਾਹਿਤਦਾਰਾਂ ਚੁਣਨ ਦਾ ਫੈਸਲਾ ਕੀਤਾ। ਉਦੋਂ ਵੀ ਮੇਰੇ ਘਰ ਵਾਲੇ ਚਾਹੁੰਦੇ ਤਾਂ ਮੈਨੂੰ ਪੁੱਛ ਸਕਦੇ ਸਨ, ਕਿਉਂਕਿ ਮੇਰੀ ਪ੍ਰੋਫੈਸਰ ਦੇ ਘਰ ਵਾਲਿਆਂ ਨੇ ਉਹਦੇ ਜਿਸ ਭਰਾ ਲਈ ਮੇਰਾ ਹੱਥ ਮੰਗਿਆ ਸੀ ਉਹ ਇੱਕ ਸਫਲ ਬਿਜ਼ਨਸਮੈਨ ਸੀ, ਜਿਹੜਾ ਹੁਣ ਤੱਕ ਮੇਰਾ ਪਰਿਵਾਰਕ ਸੁਹਿਰਦ ਤੇ ਇਮਾਨਦਾਰ ਦੋਸਤ ਹੈ। ਉਹਦੇ ਘਰ ਵਾਲਿਆਂ ਨੇ ਮੈਨੂੰ ਆਪਣੀ ਧੀ ਮੰਨ ਕੇ ਬਾਕੀ ਸਾਰੀ ਉਮਰ ਰਿਸ਼ਤਾ ਨਿਭਾਇਆ, ਤੇ ਦੂਜੇ ਪਾਸੇ ਬਲਜੀਤ ਰੈਣਾ, ਜਿਹਨੂੰ ਨਾ ਮੇਰੇ ਘਰ ਵਾਲੇ ਜਾਣਦੇ ਸੀ, ਨਾ ਉਹਨਾਂ ਦੇ ਪਰਿਵਾਰ ਬਾਰੇ ਜਾਂ ਜੰਮੂ ਦੇ ਕਲਚਰ ਬਾਰੇ ਸਾਨੂੰ ਕੁਝ ਪਤਾ ਸੀ, ਪਰ ਇਹ ਨਾਨਕ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੇ ਰੋਮਾਂਟਿਕ ਨਾਵਲਾਂ ਦਾ ਹੀ ਅਸਰ ਸੀ ਕਿ ਮੈਂ ਸਾਹਿਤਕਾਰ ਨੂੰ ਆਪਣਾ ਹਮਸਫਰ ਚੁਣ ਲਿਆ। ਮੈਂ ਕਸ਼ਮੀਰ ਤੋਂ ਵਿਸਥਾਪਿਤ ਹੋ ਕੇ ਜੰਮੂ ਆ ਗਈ। ਮੇਰੀ ਭੈਣ ਵੀ ਉਦੋਂ ਤੱਕ ਜੰਮੂ ਹੀ ਸੈਟਲ ਹੋ ਚੁੱਕੀ ਸੀ ਤੇ ਪਾਪਾ ਜੀ ਨੇ ਵੀ ਕਸ਼ਮੀਰ ਦੇ ਮਾਹੌਲ ਤੋਂ ਤੰਗ ਆ ਕੇ ਜੰਮੂ 'ਚ ਘਰ ਬਣਾ ਲਿਆ। ਘਰ ਬਣਾਉਣ ਲਈ ਵੀ ਬੇਜੀ ਨੇ ਮੇਰੇ ਹੀ ਘਰ ਦੇ ਨੇੜੇ ਜ਼ਮੀਨ ਖਰੀਦਣ ਨੂੰ ਤਰਜੀਹ ਦਿੱਤੀ। ਉਹ ਮੇਰੇ ਗੁਆਂਢੀ ਹਨ। ਇੱਕ ਅਜਿਹੀ ਘਟਨਾ ਜਿਹਨੇ ਸਾਡੀ ਜ਼ਿੰਦਗੀ 'ਚ ਖੌਫ ਤੇ ਅਵਿਸ਼ਵਾਸ ਦੀ ਹਨੇਰੀ ਲੈ ਆਂਦੀ, ਉਹਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹਾਂਗੀ। 1993 ਦੇ ਦਿਨ ਕਸ਼ਮੀਰ ਦੇ ਸਿਆਸੀ ਮੰਜ਼ਰਨਾਮੇ ਉੱਤੇ ਸਭ ਤੋਂ ਵੱਧ ਭਿਆਨਕ ਦਿਨ ਸਨ। ਆਤੰਕਵਾਦ ਸਿਖਰਾਂ ਉੱਤੇ ਸੀ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਸੀ, ਫਿਰ ਵੀ ਲੋਕੀ ਜੀ ਰਹੇ ਸਨ, ਇਹ ਸੋਚ ਕੇ ਕਿ ਜਿਹੜਾ ਦਿਨ ਗੁਜ਼ਰ ਰਿਹਾ ਉਹ ਗਨੀਮਤ ਹੈ। ਇਹਨਾਂ ਹੀ ਦਿਨਾਂ 'ਚ ਮੇਰਾ ਬੱਚਾ ਹੋਣ ਵਾਲਾ ਸੀ। ਜੰਮੂ 'ਚ ਤਾਂ ਖੈਰ ਅਮਨ ਅਮਾਨ ਸੀ, ਪਰ ਬੇਜੀ ਜਾਣਦੇ ਸਨ ਕਿ ਜੰਮੂ 'ਚ ਮੇਰੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੋਏਗਾ। ਮੇਰੀ ਸੱਸ ਸਰਕਾਰੀ ਸਕੂਲ ਦੇ ਟੀਚਰ ਸਨ, ਸੋ ਨੌਕਰੀ ਪੇਸ਼ਾ ਔਰਤ ਮੇਰੀ ਕਿੰਨੀ ਕੁ ਦੇਖਭਾਲ ਕਰ ਸਕਦੀ ਸੀ, ਜਦਕਿ ਪਹਿਲਾਂ ਮੇਰੇ 2 ਮੇਜਰ ਆਪਰੇਸ਼ਨ ਹੋ ਚੁੱਕੇ ਸਨ। ਯਕੀਨਨ ਤੀਜੀ ਵਾਰ ਵੀ ਮੇਜਰ ਆਪਰੇਸ਼ਨ ਦੀ ਹੀ ਸੰਭਾਵਨਾ ਸੀ। ਉੱਪਰੋਂ ਬਲਜੀਤ ਦੀ ਆਪਣੀ ਹੀ ਫਿਲਮੀ ਦੁਨੀਆ ਸੀ, ਜਿਸ 'ਚ ਉਹ ਕਲਪਨਾ ਤੇ ਉਡਾਰੀਆਂ ਮਾਰਦੇ ਮਸਤ ਵਿਚਰਦੇ ਰਹਿੰਦੇ।
ਉਹ ਦੁਨੀਆਦਾਰੀ ਤੇ ਗ੍ਰਸਤੀ ਦੇ ਝਮੇਲਿਆਂ 'ਚ ਬਹੁਤਾ ਨਹੀਂ ਸੀ ਪੈਂਦੇ। ਬੇਜੀ ਨੂੰ ਕਿਸੇ ਤੇ ਭਰੋਸਾ ਨਹੀਂ ਸੀ, ਪਰ ਕਸ਼ਮੀਰ ਦੇ ਹਾਲਾਤ ਇਜਾਜ਼ਤ ਨਹੀਂ ਸਨ ਦੇ ਰਹੇ ਕਿ ਕੋਈ ਗੰਭੀਰ ਕੇਸ ਉੱਥੋਂ ਦੇ ਡਾਕਟਰਾਂ ਹੱਥ ਸੌਂਪ ਦਿੱਤਾ ਜਾਏ। ਬੇਜੀ ਜੰਮੂ ਆ ਕੇ ਮੇਰੇ ਸਹੁਰਾ ਘਰ ਰਹਿ ਕੇ ਵੀ ਮੇਰੀ ਦੇਖਭਾਲ ਨਹੀਂ ਸਨ ਕਰ ਸਕਦੇ। ਕੁਝ ਵੀ ਹੋਵੇ ਦੇਖਿਆ ਜਾਏਗਾ। ਮੈਂ ਕਸ਼ਮੀਰ ਚਲੀ ਗਈ। ਨਿਸ਼ਚਿਤ ਤਰੀਕ ਤੋਂ 2 ਦਿਨ ਪਹਿਲਾਂ ਹੀ ਉਨੀ ਦਿਨੀ ਪਾਪਾ ਜੀ ਬਿਜਲੀ ਮਹਿਕਮੇ 'ਚ SO ਦੀ ਪੋਸਟ ਤੋਂ ਰਿਟਾਇਰ ਹੋਏ ਸੀ। ਮੇਰੀ ਸਿਹਤ ਠੀਕ ਨਹੀਂ ਸੀ ਰਹਿੰਦੀ, ਇਸ ਕਰਕੇ ਪਾਪਾ ਜੀ ਨੇ ਸ੍ਰੀਨਗਰ ਲਲਦੈਦ ਹਸਪਤਾਲ ਦੇ ਨੇੜੇ ਇੱਕ ਕਮਰਾ ਕਿਰਾਏ ਤੇ ਲੈ ਲਿਆ। ਬੇਜੀ ਮੇਰੇ ਨਾਲ ਸ਼ਹਿਰ ਰਹਿਣ ਲੱਗ ਪਏ ਤੇ ਪਾਪਾ ਜੀ ਘਰ ਸੰਭਾਲਣ ਲੱਗ ਪਏ। ਇਹ ਫਸਲਾਂ ਕੱਟਣ ਦਾ ਮੌਸਮ ਸੀ, ਜ਼ਿਮੀਂਦਾਰਾਂ ਲਈ ਨੱਠ ਭੱਜ ਦਾ ਸਮਾਂ, ਪਰ ਬੇਜੀ ਸਭ ਕੁਝ ਪਾਪਾ ਜੀ ਦੀ ਜ਼ਿੰਮੇਵਾਰੀ ਤੇ ਛੱਡ ਕੇ ਮੇਰੇ ਨਾਲ ਸ਼ਹਿਰ ਚਲੇ ਗਏ। ਮੇਰੀ ਨਿਸ਼ਚਿਤ ਤਰੀਕ ਨੇੜੇ ਆ ਰਹੀ ਸੀ। ਬੇਜੀ ਪਾਪਾ ਜੀ ਸ਼ਹਿਰੋਂ ਪਿੰਡੋਂ ਸ਼ਹਿਰ ਗੇੜੇ ਮਾਰਦੇ ਰਹੇ। ਜਿਸ ਦਿਨ ਮੈਂ ਹਸਪਤਾਲ ਦਾਖਲ ਹੋਣਾ ਸੀ, ਬੇਜੀ ਪਰੇਸ਼ਾਨ ਇੱਧਰ ਉੱਧਰ ਦੌੜਦੇ ਫਿਰ ਰਹੇ ਸਨ। ਮੇਰਾ ਇਕਲੌਤਾ ਵੀਰ ਉਹਨਾਂ ਦਿਨਾਂ 'ਚ ਲੇਹ ਨੌਕਰੀ ਕਰਦਾ ਸੀ। ਤਾਏ ਚਾਚੇ ਸਾਰੇ ਜ਼ਿਮੀਂਦਾਰੀਆਂ 'ਚ ਉਲਝੇ ਹੋਏ ਸਨ। ਪਾਪਾ ਜੀ ਨੇ ਪਿਛਲੀ ਰਾਤ ਹੀ ਸ਼ਹਿਰ ਪਹੁੰਚ ਜਾਣਾ ਸੀ, ਪਰ ਨਹੀਂ ਸਨ ਪਹੁੰਚੇ। ਬੇਜੀ ਘਬਰਾਏ ਹੋਏ ਤਾਂ ਸਨ, ਪਰ ਮੇਰੇ ਸਾਹਮਣੇ ਕੁਝ ਵੀ ਜ਼ਾਹਿਰ ਨਹੀਂ ਸੀ ਹੋਣ ਦਿੱਤਾ। ਅਖੀਰ ਡਾਕਟਰਾਂ ਨੇ ਬੇਜੀ ਨੂੰ ਆਪਰੇਸ਼ਨ ਦੇ ਫਾਰਮ ਤੇ ਸਾਈਨ ਕਰਨ ਲਈ ਕਿਹਾ। ਪਹਿਲੀ ਵਾਰ ਮੈਂ ਵੇਖਿਆ ਬੇਜੀ ਸ਼ਾਇਦ ਭੁੱਬਾਂ ਮਾਰ ਕੇ ਰੋਣਾ ਚਾਹੁੰਦੇ ਸੀ, ਪਰ ਉਹਨਾਂ ਜ਼ਾਬਤਾ ਰੱਖਿਆ ਹੋਇਆ ਸੀ। ਐਸੀ ਕਰਾਮਾਤ ਹੋਈ ਕਿ ਉਸੇ ਵੇਲੇ ਪਾਪਾ ਜੀ ਆ ਪਹੁੰਚੇ। ਉਹਨਾਂ ਸਭ ਸੰਭਾਲ ਲਿਆ। ਤੀਜੀ ਵਾਰ ਮੇਰਾ ਮੇਜਰ ਆਪਰੇਸ਼ਨ ਹੋਇਆ। ਬੇਟਾ ਹੋਣ ਦੀ ਖੁਸ਼ੀ 'ਚ ਪਾਪਾ ਜੀ ਨੇ ਨਰਸਾਂ ਦਾਈਆਂ ਨੂੰ ਪੈਸੇ ਵੰਡੇ। ਮੈਂ ਨੀਂਦ ਬੇਹੋਸ਼ੀ 'ਚ ਸੁਣ ਰਹੀ ਸਾਂ। ਪਾਪਾ ਜੀ ਪਰੇਸ਼ਾਨ ਤੇ ਘਬਰਾਈ ਆਵਾਜ਼ 'ਚ ਬੇਜੀ ਨੂੰ ਕੁਝ ਸੁਣਾ ਰਹੇ ਸਨ। ਮੈਂ ਸੁਣ ਰਹੀ ਸਾਂ, ਪਰ ਬੇਹੋਸ਼ੀ ਕਾਰਨ ਸਮਝ ਨਹੀਂ ਸੀ ਰਹੀ। ਹੋਰ ਕੋਈ ਵਕਤ ਹੁੰਦਾ ਤਾਂ ਮੇਰੀ ਇੱਕ ਦਰਦ ਭਰੀ ਕਰਾਹ ਤੇ ਬੇਜੀ ਪਾਪਾ ਜੀ ਆਪਣਾ ਸੀਨਾ ਪਿੱਟ ਲੈਂਦੇ, ਪਰ ਇਸ ਵੇਲੇ ਉਹ ਪਤਾ ਨਹੀਂ ਕਿਹੜੀਆਂ ਪਰੇਸ਼ਾਨੀਆਂ 'ਚ ਪਏ ਹੋਏ ਸਨ। ਮੇਰੇ ਆਪਰੇਸ਼ਨ ਤੋਂ 2-3 ਦਿਨ ਬਾਅਦ ਤੱਕ ਪਾਪਾ ਜੀ ਸਾਡੇ ਨਾਲ ਹੀ ਹਸਪਤਾਲ ਰਹੇ। ਮੈਂ ਦਰਦ ਤਕਲੀਫ ਤੋਂ ਥੋੜ੍ਹਾ ਬਾਹਰ ਨਿਕਲ ਆਈ ਤਾਂ ਉਹਨਾਂ ਮੇਰੇ ਤੇ ਨਵ ਜੰਮੇ ਬੱਚੇ ਦੇ ਮੱਥੇ ਤੇ ਚੁੰਮਣ ਦੇ ਕੇ ਮੈਨੂੰ ਕਿਹਾ ਕਿ ਮੈਂ ਘਰ ਜਾਣਾ ਹੈ, ਜ਼ਰੂਰੀ। ਮੈਂ ਵੇਖਿਆ ਪਾਪਾ ਜੀ ਦੀਆਂ ਅੱਖਾਂ ਭਰ ਆਈਆਂ ਸਨ। ਬੇਜੀ ਚੁੱਪ ਸਨ, ਪਰ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਉਹਨਾਂ ਦੀ ਅੰਦਰਲੀ ਕਸ਼ਮਕਸ਼ ਨੂੰ ਜ਼ਾਹਿਰ ਕਰ ਰਹੇ ਸਨ। ਪਾਪਾ ਜੀ ਪਿੰਡ ਚਲੇ ਗਏ। 4-5 ਦਿਨ ਬੀਤ ਗਏ। ਪਾਪਾ ਜੀ ਮੁੜ ਸ਼ਹਿਰ ਨਹੀਂ ਆਏ। ਨਾ ਕਿਤੇ ਮੋਬਾਈਲ ਦੀ ਸੁਵਿਧਾ ਹਾਸਲ ਸੀ, ਨਾ ਫੋਨ ਦੀ। ਮੈਨੂੰ ਇਕੱਲਿਆਂ ਛੱਡ ਕੇ ਬੇਜੀ ਇੱਧਰ ਉੱਧਰ ਜਾ ਵੀ ਨਹੀਂ ਸੀ ਸਕਦੇ। ਮੈਂ ਸਮਝ ਰਹੀ ਸਾਂ ਕਿ ਕੋਈ ਗੱਲ ਜ਼ਰੂਰ ਹੈ ਜਿਹੜੀ ਬੜੀ ਗੰਭੀਰ ਹੈ, ਪਰ ਮੇਰੇ ਤੋਂ ਛੁਪਾਈ ਜਾ ਰਹੀ ਹੈ। ਇੰਨੀ ਬਹਾਦਰ ਹਿੰਮਤ ਵਾਲੀ ਔਰਤ ਵੀ ਜਿਸ ਗੱਲ ਲਈ ਪਰੇਸ਼ਾਨ ਤੇ ਬੇਬਸ ਜਿਹੀ ਦਿਸਦੀ ਜਿਹੀ ਹੋਈ ਫਿਰਦੀ ਹੈ, ਪਰ ਕੀ ਹੋ ਸਕਦੀ ਹੈ ਇਹ ਗੱਲ? ਪੁੱਛਣ ਤੇ ਵੀ ਬੇਜੀ ਨੇ ਮੈਨੂੰ ਕੁਝ ਨਹੀਂ ਸੀ ਦੱਸਿਆ। 5 ਦਿਨ ਬੀਤੇ ਸਨ ਕਿ ਪਿੰਡੋਂ ਮੇਰੀ ਇੱਕ ਚਾਚੀ ਤੇ ਉਹਦਾ ਮੁੰਡਾ ਸ਼ਹਿਰ ਸਾਡੇ ਕੋਲ ਆ ਗਏ। ਉਹਨਾਂ ਬੇਜੀ ਨਾਲ ਪਤਾ ਨਹੀਂ ਅੰਦਰੋਂ ਅੰਦਰੀ ਕੀ ਗੱਲ ਕੀਤੀ ਕਿ ਬੇਜੀ ਜਿਨ੍ਹਾਂ ਕੱਪੜਿਆਂ 'ਚ ਬੈਠੇ ਸੀ ਉਹਨਾਂ 'ਚ ਉੱਠੇ ਤੇ ਪਿੰਡ ਵੱਲ ਦੌੜ ਪਏ। ਪਿੰਡ ਨੂੰ 2-3 ਹੀ ਬੱਸਾਂ ਜਾਂਦੀਆਂ ਸਨ। ਬੇਜੀ ਨੇ ਵਕਤ ਨਹੀਂ ਦੇਖਿਆ ਤੇ ਨਾ ਹੀ ਕੁਝ ਸੋਚਿਆ ਉਹ ਹਨੇਰਾ ਪੈਣ ਤੇ 13 ਮੀਲ ਦੀ ਚੜ੍ਹਾਈ ਇਕੱਲਿਆਂ ਕਿਵੇਂ ਚੜ੍ਹ ਕੇ ਪਿੰਡ ਪੁੱਜੇਗੀ। ਪਰ ਬੇਜੀ ਤਾਂ ਬੇਜੀ ਸੀ। ਹਾਰ ਤਾਂ ਕਦੀ ਉਹਨਾਂ ਮੰਨੀ ਨਹੀਂ ਸੀ। ਚਾਚੀ ਤੇ ਉਹਦਾ ਮੁੰਡਾ ਮੇਰੀ ਦੇਖਭਾਲ ਕਰਦੇ ਰਹੇ। ਉਹਨਾਂ ਵੀ ਮੈਨੂੰ ਕੁਝ ਨਹੀਂ ਦੱਸਿਆ, ਪਰ ਉਹਨਾਂ ਦੇ ਘਬਰਾਏ ਚਿਹਰੇ ਵੀ ਕਿਸੇ ਹੋਣੀ ਦੀ ਸੂਚਨਾ ਦੇ ਰਹੇ ਸਨ। 3 ਦਿਨ ਬਾਅਦ ਬੇਜੀ ਪਾਪਾ ਜੀ ਨੂੰ ਨਾਲ ਲੈ ਕੇ ਸ਼ਹਿਰ ਆ ਗਏ। ਉਹਨਾਂ ਦੇ ਚਿਹਰੇ ਉੱਤੇ ਉਹ ਤੇਜ ਸੀ ਜਿਵੇਂ ਯਮਰਾਜ ਤੋਂ ਸੱਤਿਆਵਾਨ ਨੂੰ ਵਾਪਸ ਖੋ ਕੇ ਸਵਿਤਰੀ ਦੇ ਮੁੱਖ ਮੰਡਲ ਤੇ ਆਇਆ ਹੋਏਗਾ। ਪਾਪਾ ਜੀ ਮੈਨੂੰ ਗਲ ਲਾ ਕੇ ਧਾਹਾਂ ਮਾਰ ਮਾਰ ਕੇ ਰੋ ਪਏ। ਦਰਅਸਲ ਪਾਪਾ ਜੀ ਦੀ ਰਿਟਾਇਰਮੈਂਟ ਦਾ ਪਤਾ ਲੱਗਣ ਤੇ ਆਤੰਕਵਾਦੀਆਂ ਨੇ ਉਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਕਿ ਉਹਨਾਂ ਨੂੰ ਉਹ ਪੈਸਾ ਦੇਣ। ਇਹ ਤਾਂ ਕਸ਼ਮੀਰ 'ਚ ਉਹਨੇ ਦਿਨੀ ਅਰਾਜਕਤਾ ਦੀ ਹੱਦ ਸੀ। ਉਹ ਇਹ ਫਰੌਤੀਆਂ ਦੇ ਪੈਸੇ ਇਸ ਕਰਕੇ ਨਹੀਂ ਸੀ ਵਸੂਲਦੇ ਕਿ ਉਹਨਾਂ ਕੋਲ ਪੈਸੇ ਦੀ ਕਮੀ ਸੀ, ਬਲਕਿ ਇਹ ਅਗਵਾਕਾਰੀ ਫਰੌਤੀਆਂ ਇਸ ਕਰਕੇ ਕਰ ਰਹੇ ਸਨ ਤਾਂ ਕਿ ਘੱਟ ਗਿਣਤੀ ਦੇ ਲੋਕਾਂ 'ਚ ਦਹਿਸ਼ਤ ਫੈਲੀ ਰਹੇ। ਆਪਰੇਸ਼ਨ ਵਾਲੇ ਦਿਨ ਜਦ ਪਾਪਾ ਜੀ ਪੁੱਜੇ ਸਨ, ਉਹਦੀ ਇੱਕ ਰਾਤ ਪਹਿਲਾਂ ਹੀ ਸਾਡੇ ਘਰ 3-4 ਮੁਜ਼ਾਹਿਦ ਆ ਕੇ ਪਾਪਾ ਜੀ ਨੂੰ ਧਮਕੀ ਦੇ ਕੇ ਗਏ ਸੀ। ਉਹਨਾਂ ਮੇਰੇ ਆਪਰੇਸ਼ਨ ਹੋਣ ਤੱਕ ਦੀ ਮੁਹਲਤ ਮੰਗੀ ਸੀ। ਪਿੰਡ ਵਾਪਸ ਜਾਣ ਉੱਤੇ ਜਦ ਮੇਰੇ ਚਾਚਿਆਂ ਦੇ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਮੁਜਾਹਿਦਾਂ ਨਾਲ ਗੱਲ ਕਰਨ ਦੀ ਸੋਚੀ। ਵਿਚੋਲਿਆਂ ਰਾਹੀਂ ਸੌਦਾ ਹੁੰਦਾ ਰਿਹਾ, ਪਰ ਗੱਲ ਨਹੀਂ ਸੀ ਬਣ ਰਹੀ ਤੇ ਇੱਕ ਰਾਤ ਮੁਜ਼ਾਹਿਦ ਪਾਪਾ ਜੀ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਉਹਨਾਂ ਨੂੰ ਅਗਵਾ ਕਰਕੇ ਪਤਾ ਨਹੀਂ ਕਿਹੜੇ ਜੰਗਲਾਂ 'ਚ ਲੈ ਗਏ। ਪਿੰਡ 'ਚ ਦਹਿਸ਼ਤ ਫੈਲ ਗਈ। ਉਦੋਂ ਹੀ ਮੇਰੀ ਚਾਚੀ ਦੌੜਦੀ ਹੋਈ ਸ਼ਹਿਰ ਸਾਡੇ ਕੋਲ ਪੁੱਜੀ ਤੇ ਬੇਜੀ ਨੂੰ ਪਾਪਾ ਜੀ ਦੇ ਅਗਵਾ ਹੋ ਜਾਣ ਦੀ ਗੱਲ ਦੱਸੀ। ਬੇਜੀ ਰਾਤੋਂ ਰਾਤ ਪੈਦਲ ਤੁਰਦੇ ਪਿੰਡ ਪੁੱਜੇ। ਪਾਪਾ ਜੀ 2 ਦਿਨ ਤੋਂ ਅਗਵਾ ਸਨ।
ਪਿੰਡ ਵਾਲਿਆਂ ਦੀਆਂ ਹਜ਼ਾਰਾਂ ਕੋਸ਼ਿਸ਼ਾਂ ਦੇ ਬਾਅਦ ਮੁਜਾਹਿਦ ਉਹਨਾਂ ਨੂੰ ਛੱਡ ਨਹੀਂ ਸੀ ਰਹੇ। ਉਹਨਾਂ ਨੂੰ ਉਹਨਾਂ ਦੀ ਮੰਗ ਮੁਤਾਬਕ ਪਾਪਾ ਜੀ ਨੂੰ ਰਿਟਾਇਰਮੈਂਟ ਦਾ ਮਿਲਿਆ ਪੈਸਾ ਚਾਹੀਦਾ ਸੀ। ਘਰ ਪੁੱਜਦੇ ਬੇਜੀ ਨੇ ਅਲਮਾਰੀਆਂ 'ਚ ਅਲੱਗ-ਅਲੱਗ ਥੈਲੀਆਂ 'ਚ ਸੀ ਕੇ ਚਾਵਲਾਂ ਵਾਲੀ ਪੇਟੀ ਵਿੱਚ ਤੇ ਸਟੋਰ 'ਚ ਪਏ ਅਖਰੋਟਾਂ ਦੀਆਂ ਬੋਰੀਆਂ ਵਿੱਚ ਰੱਖੇ ਰੁਪਏ ਲਿਆ ਪਿੰਡ ਵਾਲਿਆਂ ਦੇ ਅੱਗੇ ਰੱਖ ਦਿੱਤੇ। ਅਗਲੇ ਦਿਨ ਪਾਪਾ ਜੀ ਸਹੀ ਸਲਾਮਤ ਘਰ ਵਾਪਸ ਆ ਗਏ। ਘਰ ਵਾਪਸ ਆਉਣ 'ਤੇ ਉਹਨਾਂ ਦੇ ਹਾਵ ਭਾਵ ਉਹੋ ਜਿਹੇ ਹੀ ਸਨ ਜਿਹੋ ਜਿਹੇ ਉਹਨਾਂ ਲੋਕਾਂ ਦੇ ਹੁੰਦੇ ਹਨ ਜਿਹੜੇ ਦੱਸਦੇ ਹੁੰਦੇ ਹਨ ਕਿ ਉਹ ਕੁਝ ਦੇਰ ਲਈ ਮਰ ਕੇ ਕਿਸੇ ਹੋਰ ਦੁਨੀਆ 'ਚ ਚਲੇ ਗਏ ਸਨ, ਪਰ ਫਿਰ ਤਰਸ ਖਾ ਕੇ ਉਹਨਾਂ ਨੇ ਵਾਪਸ ਆਪਣੀ ਦੁਨੀਆ 'ਚ ਭੇਜ ਦਿੱਤਾ ਗਿਆ। ਇਹ ਅਗਵਾਕਾਰੀਆਂ ਫਰੌਤੀਆਂ ਕਸ਼ਮੀਰ ਤੇ ਮੁਜਾਹਿਦੀਨਾਂ ਦਾ ਹਿੱਸਾ ਸਨ। ਉਹਨਾਂ ਦਿਨਾਂ 'ਚ ਪਾਪਾ ਜੀ ਆਖਦੇ ਸਨ ਕਿ ਬਿੱਟੂ ਦੇ ਬੱਚੇ ਦੀ ਕਿਸਮਤ ਨਾਲ ਮੈਂ ਮੁਜਾਹਿਦਾਂ ਤੋਂ ਬਚ ਕੇ ਵਾਪਸ ਆ ਗਿਆ, ਸਹੀ ਸਲਾਮਤ। ਪੈਸਾ ਚਲਾ ਗਿਆ ਤਾਂ ਕੀ ਹੋਇਆ, ਜਾਨ ਤਾਂ ਬਚ ਗਈ। ਬੇਜੀ ਨੇ ਮੈਨੂੰ ਕੁਝ ਇਸ ਕਰਕੇ ਨਹੀਂ ਸੀ ਦੱਸਿਆ ਕਿ ਅਜਿਹੀ ਹਾਲਤ 'ਚ ਮੈਂ ਘਬਰਾ ਨਾ ਜਾਵਾਂ। ਆਪਰੇਸ਼ਨ ਵਾਲੀ ਜੋ ਮੈਂ ਸਾਂ। ਪਾਪਾ ਜੀ ਹੁਣ ਇਸ ਦੁਨੀਆ ਤੇ ਨਹੀਂ ਹਨ। ਬੇਜੀ ਦਾ ਭਾਵੇਂ ਆਪਣਾ ਪਰਿਵਾਰ ਹੈ, ਨੂੰਹ ਪੁੱਤਰ ਪੋਤਰੇ ਪੋਤਰੀਆਂ, ਪਰ ਉਹਨਾਂ ਦੇ ਮੇਰੇ ਪ੍ਰਤੀ ਮੋਹ ਵਿੱਚ ਕੋਈ ਫਰਕ ਨਹੀਂ ਆਇਆ। ਮੈਂ ਚਾਹੁੰਦੀ ਹਾਂ ਹੁਣ ਮੇਰੇ ਵੱਲੋਂ ਮੁੜ ਕੇ ਆਪਣੀ ਨੂੰਹ ਪੁੱਤਰ ਤੇ ਪੋਤਰੇ ਪੋਤਰੀਆਂ ਵਿੱਚ ਆਪਣਾ ਪਿਆਰ ਵੰਡੇ, ਪਰ ਕੀ ਇਹ ਮੁਮਕਿਨ ਹੈ? ਕਦੀ ਨਹੀਂ। ਬੇਜੀ ਅਗਰ ਕਦੀ ਮੇਰੇ ਘਰ ਆਏ ਹੋਣ ਤਾਂ ਜਵਾਨ ਬੱਚੇ ਜਾਂ ਬਲਜੀਤ ਕਿਸੇ ਗੱਲੋਂ ਖਿਝ ਪੈਣ ਜਾਂ ਗੁੱਸਾ ਕਰਨ, ਬੇਜੀ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ। ਉਹ ਮੰਨ ਹੀ ਨਹੀਂ ਸਕਦੇ ਕਿ ਉਹਨਾਂ ਦੀ ਬਿੱਟੂ ਜਿਹਨੇ ਪਹਿਲੇ ਸਾਲ ਫਸਟ ਡਿਵੀਜ਼ਨ 'ਚ ਮੈਟ੍ਰਿਕ ਪਾਸ ਕੀਤੀ, ਕਾਲਜ 'ਚ BA ਤੇ ਯੂਨੀਵਰਸਿਟੀ ਤੋਂ MA ਕੀਤੀ, ਉਹ ਕੋਈ ਗੱਲ ਗਲਤ ਕਹਿ ਸਕਦੀ ਹੈ ਜਿਸ ਲਈ ਇਹ ਤੁੱਛ ਜਿਹੇ ਬੱਚੇ ਜਾਂ ਪਤੀ ਮੇਰੇ ਨਾਲ ਬਹਿਸਣ, ਇਹ ਬੇਜੀ ਦੇ ਵਿਸ਼ਵਾਸ ਤੋਂ ਬਾਹਰ ਹੈ। ਮੈਂ ਉਹਨਾਂ ਨੂੰ ਬੜਾ ਸਮਝਾਉਂਦੀ ਹਾਂ ਕਿ ਮੈਂ ਵੀ ਤਾਂ ਗਲਤ ਹੋ ਸਕਦੀ ਹਾਂ। ਮੇਰੇ ਬੱਚੇ ਜਵਾਨ ਨੇ, ਵਕਤ ਬਦਲ ਗਿਆ ਹੈ। ਹੁਣ ਹਰ ਬੰਦਾ ਆਪਣੀ ਗੱਲ ਸਾਬਤ ਕਰਨ ਲਈ ਤਰਕ ਦਿੰਦਾ ਹੈ, ਤਰਕ ਮੰਗਦਾ ਹੈ। ਹੁਣ ਉਹ ਵਿਸ਼ਵਾਸ ਜਾਂ ਅੰਧ ਵਿਸ਼ਵਾਸ ਵਾਲਾ ਸਮਾਂ ਨਹੀਂ ਹੈ। ਹੁਣ ਹਰ ਗੱਲ ਰਿਸ਼ਤਿਆਂ ਦੀ ਕਸੌਟੀ ਤੇ ਪਰਖੀ ਜਾਂਦੀ ਹੈ। ਪਰ ਬੇਜੀ ਦੀ ਸਮਝ ਤੋਂ ਇਹ ਗੱਲਾਂ ਬਾਹਰ ਨੇ। ਉਹਨਾਂ ਲਈ ਸਾਰੀ ਦੁਨੀਆ ਗਲਤ ਹੋ ਸਕਦੀ ਹੈ, ਪਰ ਉਹਨਾਂ ਦੀ ਬਿੱਟੂ ਨਹੀਂ। ਪਰ ਉਹ ਕੀ ਜਾਣਨ ਕਿ ਬਿੱਟੂ ਵੀ ਤਾਂ ਆਖਰ ਇੱਕ ਇਨਸਾਨ ਹੀ ਹੈ, ਸ਼ਾਇਦ ਦੁਨੀਆ ਦੇ ਬਾਕੀ ਸਾਰੇ ਇਨਸਾਨਾਂ ਤੋਂ ਵੱਧ ਕਮਜ਼ੋਰ। ਪਰ ਬੇਜੀ ਨੂੰ ਕੌਣ ਸਮਝਾਏ। ਧੰਨਵਾਦ। ਅਗਲਾ ਲੇਖ ਹੈ ਭਗਵੰਤ ਰਸੂਲਪੁਰੀ ਦਾ ਖਾਮੋਸ਼ੀ ਦਾ ਜ਼ਜ਼ੀਰਾ। ਨਹੀਂ ਬਦਮਾਸ਼ੇ, ਤੈਂ ਮੇਰਾ ਮੁੰਡਾ ਰੋਲਤਾ, ਮੇਰੀ ਦਾਦੀ ਅਕਸਰ ਮਾਂ ਨੂੰ ਕਹਿੰਦੀ। ਜਦੋਂ ਮਾਂ ਆਪਣੇ ਨਿਆਣੇ ਘਰ ਛੱਡ ਕੇ ਦਿਹਾੜੀ ਜਾਣ ਲੱਗਦੀ ਤਾਂ ਦਾਦੀ ਅੱਗਿਓਂ ਆ ਘੇਰਦੀ, ਸਾਡੇ ਕੋਲੋਂ ਨਹੀਂ ਸਾਂਭ ਹੁੰਦਾ ਕਤੀੜ ਖਾਨਾ, ਇਹਨਾਂ ਨੂੰ ਨਾਲ ਹੀ ਲੈ ਜਾ, ਜਮਾਏ ਆ ਤਾਂ ਸਾਂਭ ਇਹਨਾਂ ਨੂੰ। ਮਾਂ ਸਬਰ ਦਾ ਘੁੱਟ ਭਰ ਕੇ ਰਹਿ ਜਾਂਦੀ। ਆਪਣੀ ਕੁੜੀ ਨੂੰ ਕੁੱਛੜ ਚੁੱਕ ਕੇ ਆਲੂ ਪੁੱਟਣ ਤੁਰ ਪੈਂਦੀ। ਪਹਿਲਾਂ ਪਹਿਲ ਮਾਂ ਨੇ ਦਿਹਾੜੀਆਂ ਕਰ ਕਰ ਗੁਜ਼ਾਰਾ ਕੀਤਾ। ਖੇਤਾਂ 'ਚੋਂ ਕਾਨੇ, ਪਰਾਲੀ, ਮੁੱਢੀਆਂ, ਕਪਾਹ ਦੀਆਂ ਛਿਟੀਆਂ, ਮੱਕੀ ਦੇ ਟਾਂਡੇ, ਪੰਡਾਂ ਬੰਨ੍ਹ ਕੇ ਬਾਲਣ ਲਈ ਲਿਆਉਂਦੀ। ਉਹਨਾਂ ਦਿਨਾਂ 'ਚ ਮੇਰਾ ਪਿਓ ਵਧੇਰੇ ਚੰਡੀਗੜ੍ਹ ਹੀ ਰਹਿੰਦਾ ਸੀ। ਅੱਲਾ ਹੀ ਜਾਣਦਾ ਹੈ ਉਹ ਕੀ ਕਰਦਾ ਸੀ। ਕਦੀ 3-4 ਮਹੀਨੇ ਉਹ ਲਾਪਤਾ ਹੋ ਜਾਂਦਾ, ਘਰ ਹੀ ਨਾ ਵੜਦਾ। ਜਦੋਂ ਕਦੀ ਦਾਦੀ ਪੁੱਛਦੀ, ਕੁੜੇ ਬਖਸ਼ੋ, ਭਲਾ ਚਮਨ ਵੀ ਆਇਆ ਸੀ, ਤਾਂ ਮਾਂ ਖਿਜੀ ਹੋਈ ਕਹਿੰਦੀ, ਕਿਤੇ ਮਰ ਖੱਪ ਗਿਆ ਹੋਊ। ਜਿਉਂਦੇ ਦਾ ਕੀ ਆਸਰਾ ਸਾਨੂੰ, ਨਿਆਣੇ ਪੈਰੋਂ ਨੰਗੇ ਫਿਰਦੇ ਆ, ਚੱਜ ਦਾ ਲੀੜਾ ਨਹੀਂ, ਰੋਟੀ ਨੂੰ ਤਰਸਦੇ ਰਹਿੰਦੇ ਆ। ਮੈਨੂੰ ਤਾਂ ਮਾਪੇ ਨਰਕ 'ਚ ਸੁੱਟ ਗਏ। ਫਿਰ ਉਹ ਇੱਕ ਦੂਜੇ ਨੂੰ ਮਿਹਣੇ ਮਾਰਦੀਆਂ ਲੜ ਪੈਂਦੀਆਂ। ਆਪਣੀ ਸੁਰਤੀ 'ਚ ਆਪਣੇ ਪਿੰਡ ਰਸੂਲਪੁਰ ਵਿਖੇ ਮੈਂ ਮਾਮੇ ਰਾਮ ਰਤਨ ਨਾਲ ਗਿਆ ਸੀ। ਪਹਿਲਾਂ ਵੀ ਗਿਆ ਹੋਵਾਂਗਾ, ਪਰ ਮੈਨੂੰ ਪਤਾ ਨਹੀਂ। ਮਾਮਾ ਰਾਮ ਰਤਨ ਪਿਛਲੇ ਦਿਨੀ ਵਿਛੋੜਾ ਦੇ ਗਿਆ। 7 ਕੁ ਸਾਲ ਦਾ ਹੋਵਾਂਗਾ। ਨਾਨੀ ਨੇ ਮੈਨੂੰ ਤਿਆਰ ਕਰਕੇ ਮਾਮੇ ਨਾਲ ਤੋਰ ਦਿੱਤਾ ਸੀ। ਮਾਮਾ ਸਾਈਕਲ ਚਲਾ ਕੇ ਗਿਆ ਸੀ। ਉਹਨਾਂ ਦਿਨਾਂ 'ਚ ਵਧੇਰੇ ਕਰਕੇ ਸਾਈਕਲ 'ਤੇ ਹੀ ਜਾਈਦਾ ਸੀ। 100 ਕਿਲੋਮੀਟਰ ਹੋਏਗਾ ਪਿੰਡ। ਪਿਛਲੇ ਕੈਰੀਅਰ 'ਤੇ ਮਾਮੇ ਨੇ ਅਚਾਰ ਦਾ ਮਰਤਬਾਨ ਰੱਖ ਕੇ ਬੰਨ੍ਹਿਆ ਹੋਇਆ ਸੀ ਤੇ ਮੋਹਰੇ ਡੰਡੇ 'ਤੇ ਪਰਨਾ ਲਪੇਟ ਕੇ ਮੈਨੂੰ ਬਿਠਾ ਲਿਆ ਸੀ। ਮੈਨੂੰ ਚੇਤੇ ਹੈ ਸਫੈਦਿਆਂ ਵਿੱਚ ਘਰ ਜਾਂਦੀ ਪਗਡੰਡੀ 'ਚ ਦੀ ਮਾਮਾ ਸਾਈਕਲ ਲੈ ਕੇ ਗਿਆ ਸੀ। ਅਸੀਂ ਦੁਪਹਿਰ ਢਲੇ ਪਿੰਡ ਪਹੁੰਚ ਗਏ ਸੀ। ਘਰ ਪਹੁੰਚ ਕੇ ਮਾਂ ਨੂੰ ਮਿਲ ਕੇ ਮੈਂ ਬੜਾ ਖੁਸ਼ ਹੋਇਆ ਸੀ। ਛੋਟਾ ਜਿਹਾ ਕਮਰਾ ਸੀ। ਘਰ 'ਚ ਇੱਕ ਮੇਰੇ ਤੋਂ ਛੋਟਾ ਭਰਾ ਪੈਂਕੀ ਸੀ। ਇੱਕ ਭੈਣ ਬੀਨਾ ਸੀ ਜੋ ਬਹੁਤ ਛੋਟੀ ਸੀ। ਪਾਪੇ ਹੋਣੀ 3 ਭਰਾ ਸਨ। ਵੱਡਾ ਮੇਰਾ ਪਾਪਾ ਸੀ, ਉਹ ਤੋਂ ਛੋਟਾ ਬਿਹਾਰੀ ਸੀ, ਸਭ ਤੋਂ ਛੋਟਾ ਕੇਵਲ ਸੀ। ਬਾਬਾ ਸੀ, ਦਾਦੀ ਸੀ। ਉਦੋਂ ਸਾਡੇ ਬਾਬਿਆਂ ਦਾ ਸਾਂਝਾ ਵਿਹੜਾ ਹੁੰਦਾ ਸੀ। ਸਾਂਝੇ ਵਿਹੜੇ 'ਚ 3-4 ਭਾਰੀਆਂ ਕਿੱਕਰਾਂ ਸਨ। ਮਾਂ ਨੇ ਕਿੱਕਰਾਂ ਦੀ ਛਾਵੇਂ ਮੰਜਾ ਡਾਹ ਦਿੱਤਾ ਸੀ।
ਹੱਥ ਨਾਲ ਕੱਢੀ ਹੋਈ ਚਿੱਟੀ ਚਾਦਰ ਵਿਛਾ ਦਿੱਤੀ ਸੀ। ਅਸੀਂ ਬੈਠੇ ਹੋਏ ਸੀ ਕਿ 5-7 ਪੁਲਿਸ ਵਾਲੇ ਜੀਪ 'ਚ ਆ ਧਮਕੇ। ਮਾਂ ਕੋਲੋਂ ਤੇ ਦਾਦੀ ਕੋਲੋਂ ਪੁੱਛਣ ਲੱਗੇ, ਕਿੱਥੇ ਹੈ ਚਮਨ? ਕੱਢੋ ਬਾਹਰ ਉਹਨੂੰ। ਸਾਨੂੰ ਪਤਾ ਲੱਗਾ ਉਹ ਪਿੰਡ ਆਇਆ ਹੋਇਆ। ਫਿਰ ਉਹ ਸਾਨੂੰ ਪੁੱਛਣ ਲੱਗ ਪਏ, ਕੌਣ ਹੋ? ਮਾਮੇ ਨੇ ਕਿਹਾ, ਅਸੀਂ ਤਾਂ ਗੁਆਂਢੀਆਂ ਦੇ ਪ੍ਰਾਹੁਣੇ ਆਏ ਹੋਏ ਹਾਂ। ਮੇਰਾ ਤਾਂ ਡਰ ਨਾਲ ਮੂੰਹ ਤੇ ਨਿਕਲ ਗਿਆ ਸੀ। ਮਾਮਾ ਮੈਨੂੰ ਬਾਅਦ 'ਚ ਅਕਸਰ ਛੇੜਦਾ ਹੁੰਦਾ ਸੀ, ਪੁਲਿਸ ਦੇਖ ਕੇ ਇਹਦਾ ਤਾਂ ਮੂੰਹ ਤੇ ਨਿਕਲ ਗਿਆ। ਮਾਂ ਬਹੁਤ ਡਰ ਗਈ ਸੀ, ਘੁੰਡ ਕੱਢ ਕੇ ਬੈਠ ਗਈ ਸੀ। ਮੇਰੇ ਪਿਓ ਨੂੰ 10 ਨੰਬਰੀ ਲੱਗੀ ਹੋਈ ਸੀ, ਵਿਆਹ ਤੋਂ ਪਹਿਲਾਂ ਦੀ। ਮਾਂ ਨੂੰ ਬਾਅਦ 'ਚ ਪਤਾ ਲੱਗਾ ਸੀ। ਉਹਦੀ ਫੋਟੋ ਫਲੋਰ ਥਾਣੇ 'ਚ ਲੱਗੀ ਹੋਈ ਸੀ। ਪਿਓ ਪਿੰਡ ਦੇ ਸਾਥੀਆਂ ਨਾਲ ਮਿਲ ਕੇ ਲੁੱਟਾਂ ਖੋਹਾਂ ਕਰਨ ਲੱਗ ਪਿਆ ਸੀ। ਮਾਂ ਨੂੰ ਜਦੋਂ ਪਤਾ ਲੱਗਾ ਤਾਂ ਉਹ ਨਾਨੇ ਕੋਲ ਆ ਕੇ ਧਾਈ ਰੋਣ ਲੱਗ ਪਈ ਸੀ। ਪਰ ਮੇਰੇ ਨਾਨਾ ਜੀ ਨੇ ਉਹਨੂੰ ਭਾਣਾ ਮੰਨਣ ਲਈ ਕਹਿ ਕੇ ਮੁੜ ਆਪਣੇ ਘਰ ਤੋਰਤਾ ਸੀ। ਮੈਂ ਉਦੋਂ ਬਹੁਤ ਛੋਟਾ ਸੀ, ਦੁੱਧ ਚੁੰਘਦਾ ਹੋਵਾਂਗਾ। ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਸੀ। ਪਿਓ ਤਾਂ ਕਿੰਨੇ ਦਿਨ ਘਰ ਨਹੀਂ ਸੀ ਵੜਦਾ। ਜਦੋਂ ਆਉਂਦਾ ਸੀ ਤਾਂ ਮਾਂ ਕਹਿੰਦੀ ਕਿ ਉਦੋਂ ਘਰ ਪੁਲਿਸ ਬਹੁਤ ਆਉਂਦੀ ਸੀ, ਤੇਰੇ ਪਿਓ ਨੂੰ ਲੱਭਦੀ ਰਹਿੰਦੀ ਸੀ। ਮੈਂ ਡਰ ਗਈ ਸੀ, ਮਤੇ ਤੈਨੂੰ ਨਿੱਕੇ ਜਿਹੇ ਨੂੰ ਨਾ ਲੈ ਜਾਣ। ਮੈਂ ਤੈਨੂੰ ਨਾਨਕੇ ਛੱਡ ਆਈ ਸੀ। ਮੈਨੂੰ ਪਿਓ ਦਾ ਪਿਆਰ ਕੀ ਮਿਲਣਾ ਸੀ, ਮਾਂ ਦਾ ਵੀ ਨਾ ਮਿਲਿਆ। ਮੈਨੂੰ ਪਾਲਣ ਵਾਲੀ ਮੇਰੀ ਮਾਸੀ ਹੈ, ਸਭ ਤੋਂ ਛੋਟੀ ਕ੍ਰਿਸ਼ਨਾ। ਉਹ ਮੇਰਾ ਗੂੰ ਮੂੰਹ ਚੁੱਕਦੀ। ਨਾਨੀ ਨਾਨਾ ਮੇਰੇ ਮਾਂ-ਬਾਪ ਬਣ ਕੇ ਮੇਰਾ ਪਾਲਣ ਪੋਸ਼ਣ ਦਾ ਕਾਰਜ ਕਰਨ ਲੱਗੇ। ਮਾਂ ਤੇ ਛੋਟੀ ਭੈਣ ਬੀਨਾ ਮੈਨੂੰ ਨਾਨਕੇ ਮਿਲਣ ਆਉਂਦੀਆਂ। ਮਾਂ ਦੇ ਪੈਰ ਧੂੜ ਨਾਲ ਭਰੇ ਹੁੰਦੇ, ਕੈਂਚੀ, ਚੱਪਲਾਂ, ਪੁਰਾਣੇ ਕੱਪੜੇ ਪਾਏ ਹੁੰਦੇ। ਮਾਂ ਕੋਲ ਹਰ ਵਾਰ ਇੱਕ ਝੋਲਾ ਹੁੰਦਾ ਜਿਹਦੇ 'ਚ ਛੋਟੇ-ਛੋਟੇ ਨਵੇਂ ਕੱਪੜੇ ਦੇ ਟੁਕੜੇ ਹੁੰਦੇ, ਜਿਹੜੇ ਸੂਟਾਂ 'ਚੋਂ ਬਚੇ ਹੁੰਦੇ। ਮਾਂ ਉਹਨਾਂ ਟੁਕੜਿਆਂ ਦੇ ਸਿਰਹਾਣੇ ਨਿਆਣਿਆਂ ਦੀਆਂ ਫਰਾਕਾਂ, ਭਰਾਵਾਂ ਦੇ ਕੱਛੇ, ਨਾਨੇ ਦੀਆਂ ਗੁੱਥਲੀਆਂ ਆਦਿ ਬਣਾ ਕੇ ਦੇ ਜਾਂਦੀ। ਮਾਂ ਉਹ ਝੋਲਾ ਨਾਨੇ ਨੂੰ ਆਉਂਦੀ ਸੰਭਾਲ ਦਿੰਦੀ। ਫਿਰ ਨਾਨਾ ਰੁਮਾਲ 'ਚ ਬੰਨੇ ਪੈਸੇ ਗਿਣਦਾ। 100 ਦੇ, 50 ਤੇ 10, 20 ਦੇ ਨੋਟ ਹੁੰਦੇ। ਮਾਂ ਕਹਿੰਦੀ, ਦੇਖੀ ਪਾਪਾ, ਪੂਰੇ ਪੈਸੇ ਜਮ੍ਹਾਂ ਕਰਾਈ, ਪੂਰੇ 4000 ਆ। ਅੱਗੇ ਨਾਨਾ ਕਹਿੰਦਾ, ਹੈ ਕਮਲੀ, ਤੈਂ ਪੈਸੇ ਕੀ ਕਰਨੇ ਆ? ਜਮ੍ਹਾਂ ਕਰਕੇ ਚੰਗਾ ਖਾਇਆ ਕਰ, ਘਿਓ ਲੈ ਲਿਆ ਕਰ, ਰੋਟੀ ਚੰਗੀ ਖਾਇਆ ਕਰ, ਰੋਜ਼ ਦਾਲ ਬਣਾਇਆ ਕਰ, ਕਦੀ ਸਬਜ਼ੀ ਬਣਾ ਲਈ। ਸਰਦੀਆਂ 'ਚ ਬਦਾਮ, ਮਗਜ਼, ਠੂਠੀ ਤੇ ਦੇਸੀ ਘਿਓ ਦੀ ਗਜਾ ਬਣਾ ਕੇ ਰੱਖਿਆ ਕਰ। ਤੇ ਫਿਰ ਨਾਨਾ 1000 ਰੁਪਏ ਆਪਣੇ ਕੋਲੋਂ ਪਾ ਕੇ 5000 ਕਰਕੇ ਮਾਂ ਦੇ ਪੈਸੇ ਮੇਰੀ ਕਾਪੀ 'ਚ ਜਮ੍ਹਾਂ ਕਰਾ ਦਿੰਦਾ ਸੀ। ਮਾਂ ਨੇ ਮੇਰੇ ਨਾਮ ਬੈਂਕ ਅਕਾਊਂਟ ਖੁਲਾਇਆ ਸੀ। ਉਹਦੀ ਕਾਪੀ ਨਾਨੇ ਦੇ ਟਰੰਕ 'ਚ ਹੁੰਦੀ ਸੀ। ਮਾਂ ਸਹੁਰੇ ਪਿੰਡ ਕੱਪੜੇ ਸਿਉਂਦੀ, ਪਿਓ ਤੋਂ ਚੋਰੀ ਪੈਸੇ ਬਚਾ ਕੇ ਰੱਖਦੀ। ਪੇਟੀ 'ਚ ਪਏ ਟਰੰਕ 'ਚ ਜਿੰਦਾ ਲਾ ਕੇ ਪੈਸੇ ਰੱਖਦੀ ਤੇ ਕੁੰਜੀ ਆਪਣੇ ਨਾਲੇ ਨਾਲ ਬੰਨ੍ਹ ਕੇ ਰੱਖਦੀ। ਜਦੋਂ ਕਦੇ ਪਾਪੇ ਦਾ ਦਾਅ ਲੱਗਦਾ, ਮਾਂ ਕੋਲੋਂ ਜ਼ਬਰਦਸਤੀ ਪੈਸੇ ਲੈ ਲੈਂਦਾ ਜਾਂ ਚੋਰੀ ਕਰ ਲੈਂਦਾ। ਨਾਨੇ ਹੋਰਾਂ ਨੇ ਮੈਨੂੰ ਪੜ੍ਹਨੇ ਪਾ ਦਿੱਤਾ। ਰਸੂਲਪੁਰ ਮੈਂ ਕਦੇ ਕਿਸੇ ਦੇ ਨਾਲ ਮਾਂ ਨੂੰ ਮਿਲਣ ਜਾਂਦਾ, ਕਦੀ ਨਾਨੀ ਨਾਲ, ਕਦੇ ਮਾਮੇ ਨਾਲ। ਮਾਂ ਦੱਸਦੀ ਹੁੰਦੀ ਸੀ, ਤੇਰਾ ਪਿਓ ਘਰ ਦਾ ਪੱਤਣ ਨਹੀਂ ਲੱਗਣ ਦਿੰਦਾ। ਮੇਰੇ ਹੱਥ ਕੋਈ ਪੈਸਾ ਨਹੀਂ ਰੱਖਦਾ। ਸਾਰਾ ਖਰਚ ਅਸੀਂ ਮਾਵਾਂ ਧੀਆਂ ਕਰਦੀਆਂ। ਜਦੋਂ ਪੁਲਿਸ ਘਰ ਆਉਂਦੀ ਤਾਂ ਮਨ ਬੜਾ ਖਰਾਬ ਹੁੰਦਾ। ਜਦੋਂ ਉਹ ਨਹੀਂ ਲੱਭਦਾ ਤਾਂ ਪੁਲਿਸ ਮੈਨੂੰ ਲਿਜਾਣ ਲਈ ਜ਼ੋਰ ਪਾਉਂਦੀ, ਪਰ ਪਿੰਡ ਵਾਲੇ ਜਾਣ ਨਹੀਂ ਸੀ ਦਿੰਦੇ। ਕਈ ਵਾਰ ਤਾਂ ਬਹੁਤ ਗੰਦ ਬੋਲਦੇ ਆ। ਗਬਲੇ ਚਾਚੇ ਦੀ ਮੌਤ ਹੋ ਗਈ। ਦੂਜਾ ਚਾਚਾ ਚੰਡੀਗੜ੍ਹ ਨੇੜੇ ਧੱਕਾ ਕਲੋਨੀ 'ਚ ਚਲਾ ਗਿਆ। ਉੱਥੇ ਮਜ਼ਦੂਰੀ ਕਰਕੇ ਬੱਚੇ ਪਾਲਣ ਲੱਗਾ। ਚਾਚੀ ਲੋਕਾਂ ਦੇ ਘਰਾਂ 'ਚ ਕੰਮ ਕਰਨ ਲੱਗ ਪਈ। ਦਾਦੀ ਇਕੱਲੀ ਰਹਿ ਗਈ। ਕਦੀ ਆਪਣੀ ਕੁੜੀ ਕੋਲ ਫਗਵਾੜੇ ਰਹਿ ਲੈਂਦੀ, ਕਦੀ ਮਾਂ ਕੋਲ ਆ ਜਾਂਦੀ। ਉਹਦਾ ਕਈ ਸਾਲ ਚੂੜਾ ਹਿੱਲਿਆ ਰਿਹਾ, ਫਿਰ ਟੁੱਟ ਗਿਆ। ਉਹ ਜਮਾਂ ਤੁਰਨੋਂ ਰਹਿ ਗਈ, ਅੱਖਾਂ ਤੋਂ ਦਿਸਣੋਂ ਹਟ ਗਿਆ। ਅਖੀਰਲੀ ਉਮਰੇ ਮਾਂ ਨੇ ਉਹਨੂੰ ਸਾਂਭਿਆ। ਮਾਂ ਉਹਨੂੰ ਰੋਟੀ ਦਿੰਦੀ, ਉਹਨੂੰ ਫਲੱਸ਼ ਤੇ ਗੁਸਲਖਾਨੇ 'ਚ ਲੈ ਕੇ ਜਾਂਦੀ। ਦਾਦੀ ਕਹਿੰਦੀ, ਇਹ ਮੇਰੀ ਨੂੰਹ ਨਹੀਂ ਧੀ ਵਾਂਗ ਸੇਵਾ ਕਰਦੀ ਹੈ। ਜਿਹੜਾ ਚਾਚਾ ਮਰ ਗਿਆ ਸੀ ਉਹ ਔਰਤ ਸੀ। ਘਰ ਵਾਲੀ ਛੱਡ ਕੇ ਚਲੀ ਗਈ। ਕੋਈ ਨਿਆਣਾ ਨਹੀਂ ਸੀ। ਉਹਦੇ ਹਿੱਸੇ ਦਾ ਥਾਂ ਦਾਦੀ ਕੋਲ ਸੀ। ਉਹਨੂੰ ਉਸ ਥਾਂ ਤੇ ਮਾਣ ਸੀ। ਮਰਨ ਤੋਂ ਬਾਅਦ ਜਦੋਂ ਮਾਂ ਨੇ ਪਿੰਡ ਵਾਲਾ ਥਾਂ ਵੇਚਿਆ ਤਾਂ ਇੱਕ ਹਿੱਸਾ ਦਾਦੀ ਦੀ ਧੀ ਨੂੰ ਵੀ ਦਿੱਤਾ। ਪੁਲਿਸ ਦੇ ਨਿੱਤ ਦੇ ਗਧੀ ਗੇਟ ਤੋਂ ਤੰਗ ਆ ਕੇ ਮੇਰੇ ਬਾਬਾ ਦਾਦੀ ਨੇ ਪਿਓ ਨੂੰ ਬੇਦਖਲ ਵੀ ਕਰ ਦਿੱਤਾ ਸੀ। ਮਾਂ ਨੂੰ ਵੱਖਰੇ ਕਰਤਾ ਸੀ। ਬਾਬਾ ਸਾਊ ਬੰਦਾ ਸੀ, ਨੇਕ ਦਿਲ ਬੰਦਾ, ਕਾਮਾਂ ਤੇ ਕਿਰਤੀ। ਪੁੱਤ ਦਾ ਦੁੱਖ ਉਹਨੂੰ ਲੈ ਬੈਠਾ। ਜਦੋਂ ਪਾਪਾ ਰਾਤ ਨੂੰ ਘਰ ਆਉਂਦਾ ਤਾਂ ਸ਼ਰਾਬ ਪੀ ਕੇ ਮਾਂ ਨਾਲ ਕਲੇਸ਼ ਕਰਦਾ। ਮੇਰੀ ਦਾਦੀ ਆਪਣੇ ਮੁੰਡੇ ਦਾ ਪੱਖ ਲੈਂਦੀ, ਨਹੀਂ ਲੁੱਚੀਏ, ਤੂੰ ਮੁੰਡੇ ਨੂੰ ਰੋਟੀ ਨਹੀਂ ਦਿੰਦੀ। ਫਿਰ ਮਾਂ ਵੀ ਬੋਲਦੀ। ਇੱਧਰ ਉੱਧਰ ਜੁੱਤੀਆਂ ਚੱਲਦੀਆਂ, ਚਿਮਟੇ ਚੱਲਦੇ, ਰੋਟੀ ਖਾਣੀ ਭਾਰੀ ਹੋ ਜਾਂਦੀ। ਰੋਟੀਆਂ ਛੋਟੇ ਜਿਹੇ ਕਮਰੇ 'ਚ ਖਿਲਰ ਜਾਂਦੀਆਂ, ਦਾਲ ਡੁੱਲ ਜਾਂਦੀ। ਮੈਂ ਕਈ ਵਾਰ ਆਪਣੀ ਮਾਂ ਨੂੰ ਪਿਓ ਕੁੱਟਦਾ ਵੇਖਿਆ। ਇੱਕ ਵਾਰੀ ਮੈਂ ਪਿੰਡ ਗਿਆ ਸੀ, ਪਿਓ ਮਾਂ ਨੂੰ ਕੁੱਟਣ ਲੱਗਾ ਤਾਂ ਮੈਂ ਉਹਦਾ ਹੱਥ ਫੜ ਲਿਆ।
ਮੇਰੇ ਛੋਟੇ ਭੈਣ ਭਰਾ ਵੀ ਅੱਗੇ ਆ ਖੜੇ। ਛੋਟਾ ਭਰਾ ਕਹਿੰਦਾ, ਬਿੱਟੂ ਮਾਰ ਸਾਲੇ ਦੇ ਲੱਫੜ, ਮੰਮੀ ਨੂੰ ਰੋਜ਼ ਕੁੱਟਣ ਲੱਗ ਪੈਂਦਾ। ਪਿਓ ਫਿਰ ਡਰਨ ਲੱਗ ਪਿਆ। ਡਰ ਕੇ ਉਹ ਕੁੱਟਣੋਂ ਹਟ ਗਿਆ, ਪਰ ਡਰ ਤੇ ਸਹਿਮ ਘਰ 'ਚ ਬਣਿਆ ਰਹਿੰਦਾ। ਮਾਂ ਬਿਨਾਂ ਰੋਟੀ ਖਾਧੇ ਨਿਆਣਿਆਂ ਨੂੰ ਲੈ ਕੇ ਪੈ ਜਾਂਦੀ ਤੇ ਪਿਓ ਦੀਵੇ ਦੀ ਲਾਈਟ ਨਾਲ ਫਿਲਮੀ ਰਸਾਲੇ ਪੜ੍ਹਦਾ। ਬਾਜ਼ਾਰੂ ਨਾਵਲਾਂ 'ਚ ਗਈ ਰਾਤ ਤੱਕ ਖੁੱਭਾ ਰਹਿੰਦਾ। ਮੇਰੀ ਭੈਣ ਬੀਨਾ ਅਜੇ ਛੋਟੀ ਸੀ ਜਦੋਂ ਮਾਂ ਨੂੰ ਵੱਖਰੀ ਕਰ ਦਿੱਤਾ ਸੀ। ਮਾਂ ਦੱਸਦੀ ਹੁੰਦੀ ਸੀ, ਪੈਂਕੀ ਨੂੰ ਘਰ ਛੱਡ ਕੇ ਦਿਹਾੜੀ ਜਾਣਾ। ਬੀਨਾ ਛੋਟੀ ਸੀ, ਇਹਨੂੰ ਵੀ ਨਾਲ ਲੈ ਜਾਣਾ। ਇਹਨੂੰ ਖੇਤਾਂ 'ਚ ਪੱਲੀ ਵਿਛਾ ਕੇ ਬਿਠਾ ਦੇਣਾ। ਮੈਂ ਦਿਹਾੜੀ ਕਰਨ ਲੱਗ ਜਾਣਾ। ਇਹਨੇ ਖੇਤਾਂ ਵਿੱਚ ਖੇਡਦੀ ਰਹਿਣਾ ਤੇ ਮੈਂ ਦਿਹਾੜੀ ਕਰਦੀ ਰਹਿਣਾ। ਆਲੂ ਪੁੱਟਣੇ, ਸ਼ਾਮ ਨੂੰ ਦਾਲ ਬਣਾਉਣ ਲਈ ਆਲੂ ਝੋਲੀ 'ਚ ਪਾ ਕੇ ਲੈ ਆਉਣੇ। ਕਈ ਵਾਰ ਤਾਂ ਆਲੂ ਭੁੰਨ ਕੇ ਖਾ ਪੀ ਕੇ ਸੌਂ ਜਾਣਾ। ਫਿਰ ਉਹਨਾਂ ਪੈਸਿਆਂ ਦਾ ਆਟਾ ਲੈ ਕੇ ਆਉਣਾ। ਦਾਲ, ਘਿਓ, ਦੁੱਧ, ਪੱਤੀ, ਹੋਰ ਨਿੱਕ ਸੁੱਖ। ਕਾਕਾ ਅਸੀਂ ਏਦਾਂ ਗੁਜ਼ਾਰਾ ਕੀਤਾ। ਤੂੰ ਕਿਤੇ ਦੇਖੀ ਹੈ ਮੇਰੀ ਗਰੀਬੀ? ਫਿਰ ਮੈਂ ਪਿੰਡ ਦੀਆਂ ਜਨਾਨੀਆਂ ਦੇ ਕੱਪੜੇ ਸੀਣ ਲੱਗ ਪਈ। 4 ਪੈਸੇ ਜੁੜਨ ਲੱਗੇ। ਪਰ ਪਿਓ ਦਾ ਠਾਠ ਸ਼ਾਹੀ ਸੀ। ਮੈਂ ਇੱਕ ਵਾਰੀ ਅੱਖੀਂ ਦੇਖਿਆ ਸੀ। ਮੈਂ ਪਿੰਡ ਵਾਢੀ ਕਰਵਾਉਣ ਆਇਆ ਹੋਇਆ ਸੀ। ਗਰਮੀਆਂ ਦੀ ਰੁੱਤ ਸੀ। ਮੇਰਾ ਬਾਪ ਕਾਰ 'ਚੋਂ ਘਰ ਆਇਆ। ਵਿਹੜੇ 'ਚ ਕਾਰ ਰੁਕੀ। ਮੇਰੀ ਮਾਂ ਡਰ ਗਈ ਕਿ ਹੁਣ ਫੇਰ ਪੁਲਿਸ ਆ ਗਈ ਹੈ। ਵਿਹੜੇ 'ਚ ਕਿੱਕਰ ਥੱਲੇ ਮਸ਼ੀਨਾਂ ਡਾਹ ਕੇ ਕੱਪੜੇ ਸੀਣ ਲੱਗੀ ਸੀ। ਪਿਓ ਕਾਰ 'ਚੋਂ ਉਤਰਿਆ। ਉਹਨੇ ਕੋਟ ਪੈਂਟ ਪਾਇਆ ਹੋਇਆ ਸੀ, ਕਾਲੀ ਐਨਕ ਲਾਈ ਸੀ, ਸਿਗਰਟ ਪੀਂਦਾ ਉਹ ਬਾਹਰ ਖੜਾ ਹੋਇਆ। ਮੈਂ ਪਿਓ ਵੱਲ ਹੈਰਾਨੀ ਨਾਲ ਵੇਖਣ ਲੱਗਾ। ਮਨ 'ਚ ਖੁਸ਼ੀ ਵੀ ਕਿ ਪਿਓ ਕਾਰ 'ਚ ਆਇਆ। ਉਹਦੇ ਹੱਥ 'ਚ 2-3 ਲਿਫਾਫੇ ਸਨ। ਉਹ ਜਦੋਂ ਇੰਝ ਆਉਂਦਾ ਸੀ ਤਾਂ ਮੀਟ ਲੈ ਕੇ ਆਉਂਦਾ ਸੀ। ਸ਼ਰਾਬ ਹੁੰਦੀ, ਨਾਲ ਬਾਜ਼ਾਰੂ ਨਾਵਲ, ਰਸਾਲੇ। ਜਦੋਂ ਸ਼ਰਾਬ ਦੇ ਨਸ਼ੇ 'ਚ ਸੌਂ ਜਾਂਦਾ, ਮਾਂ ਚੋਰੀ ਛਿਪੇ ਪਿਓ ਦੀ ਪੈਂਟ ਦੀ ਜੇਬ 'ਚ ਹੱਥ ਮਾਰਦੀ। ਉਹਦੀ ਜੇਬ 'ਚੋਂ ਫੀਮ ਨਿਕਲਦੀ। ਕਦੇ ਕੋਈ ਪਰਸ ਹੁੰਦਾ, ਕਦੇ ਕੋਈ ਸੋਨੇ ਦੀ ਚੇਨੀ। ਚੀਜ਼ਾਂ ਦੇਖ ਮਾਂ ਪਿਓ ਨਾਲ ਲੜ ਪੈਂਦੀ। ਪਿਓ ਸਫਾਈਆਂ ਦਿੰਦਾ, ਝੂਠ ਬੋਲਦਾ। ਮਾਂ ਆਪਣੇ ਕਰਮਾਂ ਨੂੰ ਰੋਂਦੀ ਤੇ ਕਦੇ ਆਪਣੇ ਬਾਪ ਨੂੰ ਗਾਲਾਂ ਕੱਢਦੀ, ਕਦੇ ਵਿਚੋਲਿਆਂ ਨੂੰ ਬੁਰਾ ਭਲਾ ਕਹਿੰਦੀ। ਕਬਾਬ ਤੇ ਸ਼ਰਾਬ ਦਾ ਸ਼ੌਕੀਨ ਪਿਓ ਆਪ ਮੀਟ ਨੂੰ ਤੜਕਾ ਲਾਉਂਦਾ, ਸ਼ਰਾਬ ਪੀਂਦਾ, ਮੀਟ ਖਾਂਦਾ। ਮੇਰੀ ਮਾਂ ਤੇ ਭੈਣ ਭਰਾ ਉਹਦੀ ਬਣਾਈ ਚੀਜ਼ ਨੂੰ ਹੱਥ ਨਹੀਂ ਸੀ ਲਾਉਂਦੇ। ਛੋਟੀ ਜੀ ਕੋਠੜੀ 'ਚ ਸਾਰੇ ਜਣੇ ਸੌਂਦੇ। ਪਿਓ ਪਲੰਘ ਤੇ, ਮਾਂ ਤੇ ਭੈਣ ਨੇੜੇ ਡਾਹੇ ਮੰਜੇ ਤੇ। ਵਿੱਚ ਜੇ ਮੇਰੀ ਛੋਟੀ ਮੰਜੀ ਡਾਹ ਦਿੱਤੀ ਜਾਂਦੀ ਤੇ ਭਰਾ ਪੇਟੀ ਤੇ ਸੌਂਦਾ। ਉਦੋਂ ਸਾਡੇ ਘਰ ਬਿਜਲੀ ਨਹੀਂ ਸੀ ਹੁੰਦੀ। ਘਰ ਮਿੱਟੀ ਦਾ ਦੀਵਾ ਜਗਦਾ ਤੇ ਮੇਰਾ ਪਿਓ ਦੀਵੇ ਦੀ ਲੋ 'ਚ ਚਮਕੀਲੀ ਪੜ੍ਹਦਾ। ਵੱਡੇ ਹੋ ਕੇ ਉਹ ਬਾਜ਼ਾਰੂ ਨਾਵਲ ਤੇ ਚਮਕੀਲੀ ਮੈਂ ਚੁੱਕ ਚੁੱਕ ਕੇ ਪੜ੍ਹਨ ਲੱਗ ਪਿਆ। ਇਹ ਬਿਮਾਰੀ ਮੈਨੂੰ ਐਸੀ ਚੰਬੜੀ ਕਿ ਹੁਣ ਤੱਕ ਨਹੀਂ ਲੱਥੀ, ਸਗੋਂ ਵਧੀ ਜਾਂਦੀ ਹੈ। ਪਿਓ ਵੱਲੋਂ ਪੜ੍ਹਨ ਦੀ ਲੱਗੀ ਬਿਮਾਰੀ ਨੇ ਮੈਨੂੰ ਚੰਗਾ ਸਾਹਿਤ ਪੜ੍ਹਨ ਤੇ ਲਿਖਣ ਵੱਲ ਤੋਰ ਦਿੱਤਾ। ਮੇਰੀ ਸੋਚ ਬਦਲ ਗਈ। ਕਹਿੰਦੇ ਨੇ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਮੇਰਾ ਪਿਓ ਅਖੀਰਲੀ ਉਮਰੇ ਪਿੰਡ ਰਹਿਣ ਲੱਗ ਪਿਆ। ਸਾਡੇ ਦੂਰ ਦੇ ਰਿਸ਼ਤੇਦਾਰ ਦਾਸੋ ਨੇ ਉਹਨੂੰ ਨਿੱਤ ਸਮਝਾਉਣਾ। ਅਖੀਰ ਪਹਿਲਾਂ ਜੱਟਾਂ ਦੇ ਕੰਮ ਕਰਨ ਲੱਗ ਪਿਆ, ਪੂਰੀ ਇਮਾਨਦਾਰੀ ਨਾਲ। ਉਸ ਵੇਲੇ ਉਹਦੇ 3-4 ਕੇਸ ਚੱਲਦੇ ਸੀ। ਤਰੀਕਾਂ ਤੇ ਜਾਂਦਾ। ਕਈ ਵਾਰੀ ਪੰਚਾਇਤ ਦੇ ਬੰਦੇ ਠਾਣੇ ਗਏ, ਸਾਹਿਬ ਜੀ ਹੁਣੇ ਬੰਦਾ ਬਣ ਗਿਆ, ਪਿੰਡ ਕੰਮ ਕਰਦਾ ਹੈ, ਕਿਤੇ ਨਹੀਂ ਜਾਂਦਾ। ਅਖੀਰ ਉਹਦੀ 10 ਨੰਬਰੀ ਟੁੱਟ ਗਈ। ਸਭ ਨੇ ਸੁੱਖ ਦਾ ਸਾਹ ਲਿਆ। ਨਹੀਂ ਤਾਂ ਪੁਲਿਸ ਮਹੀਨੇ 'ਚ 1-2 ਵਾਰ ਗੇੜਾ ਮਾਰਦੀ ਸੀ ਤੇ ਪਿੰਡ 'ਚ ਉਹਦੇ ਬਾਰੇ ਪੁੱਛ ਕੇ ਜਾਂਦੀ ਸੀ। ਉਹਨਾਂ ਦੇ ਮਗਰ ਪਿੰਡ ਦੇ ਲੋਕਾਂ ਦੀ, ਤਮਾਸ਼ਬੀਨਾਂ ਦੀ ਭੀੜ ਹੁੰਦੀ। ਮਸਾਲਾ ਲਾ ਲਾ ਕੇ ਲੋਕ ਗੱਲਾਂ ਕਰਦੇ ਰਹਿੰਦੇ, ਸੁਣੇ ਨਾ ਜਾਂਦੇ। ਫਿਰ ਉਹ ਪਿੰਡ ਵਿੱਚ ਦਿਹਾੜੀਆਂ ਕਰਨ ਲੱਗ ਪਿਆ। ਜੋ ਕਮਾਉਂਦਾ ਉਹਦਾ ਆਪਣਾ ਹੀ ਸਰਦਾ। ਮਾਂ ਸਬਰ ਕਰਕੇ ਬੈਠ ਗਈ। ਆਖਰ ਮਾਂ ਭਾਰਤੀ ਨਾਰੀ ਸੀ। ਉਹ ਨਾਰੀ ਜਿਹਨੂੰ ਸਾਡੇ ਧਰਮ, ਭਗਤੀ, ਸ਼ਰਧਾ, ਸੰਸਕ੍ਰਿਤੀ ਨੇ ਤੇ ਮਰਦ ਪ੍ਰਧਾਨ ਸਮਾਜ ਨੇ ਇਹ ਸਿੱਖਿਆ ਦਿੱਤੀ ਹੈ ਕਿ ਬੰਦਾ ਚਾਹੇ ਮਿੱਟੀ ਦਾ ਹੋਵੇ, ਉਹ ਔਰਤ ਦੇ ਸਿਰ ਦਾ ਸਾਈਂ ਹੁੰਦਾ ਹੈ। ਅਖੀਰ ਤੱਕ ਮਾਂ ਤੇ ਭੈਣ ਬੀਨਾ ਨੇ ਹੀ ਪਿਓ ਨੂੰ ਰੋਟੀ ਦਿੱਤੀ। ਮੈਂ ਵਿਆਹ ਕਰਵਾ ਕੁਝ ਚਿਰ ਪਿੰਡ ਰਹਿ ਕੇ ਜਲੰਧਰ ਘਰ ਬਣਾ ਲਿਆ ਤਾਂ ਮਾਂ ਨੂੰ ਆਪਣੇ ਕੋਲ ਰੱਖ ਲਿਆ। ਉਦੋਂ ਪਿਓ ਇਕੱਲਾ ਪਿੰਡ ਰਹਿੰਦਾ ਸੀ। ਇੱਕ ਦਿਨ ਸਾਡੇ ਪਿੰਡ ਦੇ ਦਾਸੋ ਨੇ ਜਲੰਧਰ ਜਾਂਦਿਆਂ ਮੈਨੂੰ ਕਿਹਾ, ਕਾਕਾ ਆਪਣੀ ਮਾਂ ਦਾ ਖਿਆਲ ਰੱਖੀ। ਇਹ ਔਰਤ ਨਹੀਂ, ਦੇਵੀ ਆ, ਦੇਵੀ, ਜਿਹਨੇ ਇਹੋ ਜਿਹੇ ਬੰਦੇ ਨਾਲ ਸਾਰੀ ਜੂਨ ਕੱਟ ਲਈ। ਝੁਕੀ ਨਹੀਂ, ਕਿਸੇ ਅੱਗੇ ਹੱਥ ਨਹੀਂ ਅੱਡਿਆ। ਆਪਣੀ ਮਿਹਨਤ ਕੀਤੀ, ਚੰਗੀ ਰੋਟੀ ਖਾਧੀ। ਖਾਂਦੇ ਪੀਂਦੇ ਘਰ ਦੀ ਕੁੜੀ ਇੱਥੇ ਆ ਕੇ ਦਿਹਾੜੀਆਂ ਕਰੇ, ਰੋਟੀ ਦੇ ਟੁੱਕ ਲਈ ਤਰਸੇ। ਕਾਕਾ ਇਹਨੂੰ ਘਰ 'ਚੋਂ ਚੰਗੇ ਸੰਸਕਾਰ ਮਿਲੇ ਸੀ ਤਾਂ ਹੀ ਇੰਨੇ ਦੁੱਖ ਕੱਟ ਗਈ। ਨਹੀਂ ਤਾਂ ਮਾੜੇ ਜਿਗਰੇ ਵਾਲੀ ਔਰਤ ਇਹੋ ਜਿਹੇ ਬੰਦੇ ਨਾਲ 2 ਦਿਨ ਨਹੀਂ ਕੱਟਦੀ। ਇਹਨੇ ਤਾਂ ਸਾਰੀ ਉਮਰ ਉਹਦੇ ਲੇਖੇ ਲਾਤੀ। ਕਾਕਾ ਮੈਂ ਤਾਂ ਸਭ ਕੁਝ ਦੇਖਿਆ। ਤੇਰੇ ਵੱਲ ਦੇਖ ਦੇਖ ਇਹਨੇ ਸਾਰੀ ਜ਼ਿੰਦਗੀ ਲੰਘਾਤੀ ਹੈ। ਸ਼ਾਇਦ ਮੇਰਾ ਪੁੱਤ ਮੈਨੂੰ ਕੋਈ ਸੁੱਖ ਦੇਵੇ। ਕਾਕਾ ਤੇਰੇ ਉੱਤੇ ਹੈ ਇਹਦੀਆਂ ਡੋਰਾਂ।
ਮੈਂ ਇੱਕ ਟੱਕ ਦੱਸ ਉਹਦੇ ਚਿਹਰੇ ਵੱਲ ਦੇਖਦਾ ਰਹਿੰਦਾ। ਮੇਰੇ ਅੰਦਰ ਉਦੋਂ ਬਹੁਤ ਕੁਝ ਚੱਲਦਾ, ਲਹੂ ਖੌਲਦਾ, ਅੱਖਾਂ ਭਰ ਆਉਂਦੀਆਂ। ਮੇਰਾ ਨਾਨਾ ਚਮੜੇ ਦਾ ਕਾਰੋਬਾਰ ਕਰਦਾ ਸੀ ਤੇ ਉਹਨਾਂ ਕੋਲ ਜ਼ਮੀਨਾਂ ਵੀ ਸਨ। ਇੱਕ ਵਾਰੀ ਦੱਸੋ ਮੈਨੂੰ ਦੱਸਣ ਲੱਗਾ, ਮੁੰਡਿਆ ਚਮਨ ਨੇ ਪਤਾ ਨਹੀਂ ਕੀ ਕੀ ਕੀਤਾ, ਕੋਈ ਭੇਤ ਨਹੀਂ। ਇੱਕ ਵਾਰ ਦੀ ਗੱਲ ਤੈਨੂੰ ਦੱਸਾਂ ਵੀ ਫਲੋਰ ਲਾਗੇ ਇੱਕ ਬੱਸ ਦੇ ਕੰਡਕਟਰ ਕੋਲੋਂ ਪਿਸਤੌਲ ਦਿਖਾ ਕੇ ਪੈਸਿਆਂ ਵਾਲਾ ਥੈਲਾ ਖੋਹ ਲਿਆ ਤੇ ਨੱਠ ਗਿਆ। ਮੈਂ ਇੱਕਦਮ ਹਿੱਲ ਗਿਆ। ਉਹਨਾਂ ਕੋਲ ਪਿਸਤੌਲ ਵੀ ਸੀ। ਦੱਸੋ ਬੋਲਿਆ, ਲੈ ਹੋਰ ਕੀ, ਪਤਾ ਨਹੀਂ ਕੀ ਕੀ ਸੀ, ਪਿਸਤੌਲ ਦਿਖਾ ਕੇ ਲੁੱਟਦੇ ਸੀ। ਇੱਕ ਵਾਰੀ ਕੀ ਹੋਇਆ ਬਈ, ਚਮਨ ਹੋਰਾਂ ਨੇ ਰਾਹੋਂ ਲਾਗੇ ਇੱਕ ਕਾਰ 'ਚ ਸਵਾਰ ਮਾਂ ਪੁੱਤ ਨੂੰ ਲੁੱਟ ਲਿਆ। ਉਹਨਾਂ ਨੂੰ ਕਾਰ 'ਚ ਸੁੱਟ ਕੇ ਸਤਲੁਜ ਦਰਿਆ ਵੱਲ ਲੈ ਗਏ। ਇਹਨਾਂ ਨੇ ਮੁੰਡੇ ਤੇ ਉਹਦੀ ਮਾਂ ਨੂੰ ਕਾਰ 'ਚੋਂ ਧੱਕਾ ਦਿੱਤਾ ਤੇ ਪਿਸਤੌਲ ਦੀ ਨੋਕ ਤੇ ਵਾਲੀਆਂ ਹਾਰ ਲੁਹਾ ਕੇ ਦੋਹਾਂ ਨੂੰ ਉਜਾੜ ਵਿੱਚ ਸੁੱਟ ਕੇ ਭੱਜ ਗਏ। ਪਰ ਬਦਕਿਸਮਤੀ ਨਾਲ ਪੁਲਿਸ ਨੇ ਫੜ ਲਏ। ਚਮਨ ਦੇ ਨਾਲ ਪਿੰਡ ਦੇ 2 ਬੰਦੇ ਹੋਰ ਸੀ। ਇੱਕ ਤੇ ਹਿੰਗਦਾ ਸੀ, ਲਓ ਜੀ, ਦੂਜੇ ਦਿਨ ਅਖਬਾਰਾਂ 'ਚ ਛਪ ਗਿਆ। ਕਾਕਾ ਜ਼ਿਮੀਂਦਾਰਾਂ ਦੇ ਮੁੰਡੇ ਤਾਂ ਉਹਨਾਂ ਦੇ ਮਾਪਿਆਂ ਨੇ ਛੁਡਾ ਲਏ, ਉਹ ਤਕੜੇ ਸੀ। ਚਮਨ ਫਸ ਗਿਆ। ਫਿਰ ਮੁਕੱਦਮਾ ਚੱਲਿਆ। ਅਸੀਂ ਤੇ ਤੇਰਾ ਬਾਬਾ ਬਖਸ਼ੀ ਤਰੀਕਾਂ ਭੁਗਤਣ ਜਾਂਦੇ ਰਹੇ। ਮੁੰਡਿਆ, ਅਸੀਂ ਤਾਂ 20 ਸਾਲ ਤੋਂ ਚਮਨ ਨੂੰ ਥਾਣਿਆਂ 'ਚੋਂ ਛੁਡਾਉਣ ਹੀ ਤੁਰੇ ਰਹੇ, ਕਦੀ ਜ਼ਮਾਨਤ ਤੇ ਕਦੀ ਲੈ ਦੇ ਕੇ। ਤੇਰਾ ਬਾਬਾ ਬਖਸ਼ੀ ਨਾਲ ਹੁੰਦਾ। ਇੱਕ ਵਾਰ ਮਾਂ ਥੱਕੀ ਹਾਰੀ ਮੂੰਹ ਸਿਰ ਮਿੱਟੀ ਨਾਲ ਭਰੇ ਹੋਏ ਨਾਨੇ ਕੋਲ ਆ ਕੇ ਰੋਣ ਲੱਗ ਪਈ। ਲੈ ਹੈ ਕਮਲੀ, ਬਹਾਦਰ ਬਣੀ ਦਾ, ਹੌਸਲਾ ਨਹੀਂ ਢਾਈਦਾ। ਓਏ ਮੁੰਡਿਓ, ਪਾਣੀ ਲੈ ਕੇ ਆਓ, ਬਖਸ਼ੋ ਆਈ ਹੈ। ਨਾਨੇ ਨੇ ਹੌਸਲੇ ਦੇ ਕੇ ਮਾਂ ਨੂੰ ਮੰਜੇ ਤੇ ਬਿਠਾਇਆ। ਮਾਂ ਦਾ ਤਾਂਬੇ ਰੰਗਾ ਚਿਹਰਾ ਬਹੁਤ ਧੁਆਂਖਿਆ ਗਿਆ ਸੀ, ਪਰ ਉਹਨੇ ਇੱਕ ਕਾਗਜ਼ ਜਿਹਾ ਨਾਨੇ ਦੇ ਹੱਥ ਫੜਾ ਦਿੱਤਾ। ਤੂੰ ਗੱਲ ਦੱਸ ਕੀ ਹੈ? ਕਾਗਜ਼ ਦਾ ਮੈਂ ਕੀ ਕਰਾਂ? ਨਾਨਾ ਤਲਖੀ 'ਚ ਕਹਿਣ ਲੱਗਾ। ਫਿਰ ਮਾਂ ਬੋਲੀ, ਤੁਹਾਡੀ ਖਰੀਦ ਜਲੰਧਰ ਜੇਲ੍ਹ 'ਚ ਆ। ਬਿਮਾਰੀ ਪੈਣਾ ਆਹ ਚਿੱਠੀਆਂ ਜਿਹੀਆਂ ਪਾਈ ਜਾਂਦਾ ਹੈ ਬਈ ਮੈਨੂੰ ਖਰਚਾ ਦੇ ਜਾਓ, ਮੈਂ ਬਿਮਾਰ ਆ, ਮੈਨੂੰ ਮਿਲ ਜਾਓ, ਮੈਂ ਮਰ ਜਾਊਂ। ਮਰਨ ਦੇ ਸਾਲੇ ਨੂੰ, ਕਹਿੰਦਾ ਨਾਨਾ ਤੇਜ਼ ਤੇਜ਼ ਹੋਕਾ ਪੀਣ ਲੱਗ ਪਿਆ ਸੀ। ਤੇ ਮਾਂ ਨੇ ਮੈਨੂੰ ਕੁਝ ਪੈਸੇ ਦੇ ਕੇ ਜਲੰਧਰ ਜੇਲ੍ਹ 'ਚ ਭੇਜਤਾ। ਮੈਂ ਇੱਕ ਸਾਥੀ ਮੁੰਡੇ ਨੂੰ ਨਾਲ ਲੈ ਕੇ ਪਿਓ ਨੂੰ ਮਿਲਣ ਗਿਆ। ਪਿਓ ਮੈਨੂੰ ਵੇਖ ਕੇ ਰੋਣ ਲੱਗ ਪਿਆ। ਮੇਰੀਆਂ ਅੱਖਾਂ ਵੀ ਸਿੱਲੀਆਂ ਹੋ ਗਈਆਂ। ਉੱਥੋਂ ਆ ਕੇ ਮੈਂ ਕਈ ਦਿਨ ਪਰੇਸ਼ਾਨ ਰਿਹਾ। ਮੇਰੀ ਮਾਂ ਮੇਰੇ ਪਿਓ ਨੂੰ ਬਹੁਤ ਨਫ਼ਰਤ ਕਰਦੀ ਸੀ, ਪਰ ਕਈ ਵਾਰ ਮੈਂ ਦੇਖਦਾ ਉਹ ਗਈ ਰਾਤ ਤੱਕ ਬੈਠੇ ਗੱਲਾਂ ਕਰਦੇ ਰਹਿੰਦੇ ਸੀ। ਇਹ ਕਦੇ ਕਦੇ ਹੁੰਦਾ ਸੀ, ਖਾਸ ਕਰਕੇ ਅਖੀਰਲੀ ਉਮਰੇ ਜਦੋਂ ਪਿਓ ਦੀ ਦੌਰਾ ਪੈਣ ਨਾਲ ਮੌਤ ਹੋ ਗਈ ਤਾਂ ਮੈਂ ਪਿੰਡ ਪਹੁੰਚਿਆ ਤਾਂ ਮਾਂ ਨੇ ਮੈਨੂੰ ਕੋਲ ਬਿਠਾ ਕੇ ਕਿਹਾ, ਕਾਕਾ ਚੰਗਾ ਹੋਇਆ ਮਰ ਗਿਆ, ਦੱਦ ਲੱਗੀ ਸੀ, ਖਬਰੇ ਅਜੇ ਕਿੰਨਾ ਚਿਰ ਸਾਨੂੰ ਚਰੂੰਡ ਕੇ ਖਾਣਾ ਸੀ। ਭਾਵੇਂ ਕਿ ਮੇਰਾ ਪਿਓ ਪਿੰਡ ਵਿੱਚ ਦਿਹਾੜੀ ਦੱਪੇ ਦਾ ਕੰਮ ਕਰਦਾ ਸੀ, ਪਰ ਜੋ ਮਿਲਦਾ ਸੀ ਉਹਦੇ ਨਸ਼ੇ ਦਾ ਵੀ ਨਹੀਂ ਸੀ ਸਰਦਾ। ਅਖੀਰਲੇ ਪੜਾਅ 'ਤੇ ਆ ਕੇ ਮੇਰਾ ਬਾਪ ਬਹੁਤ ਸ਼ਰੀਫ ਤੇ ਸਾਊ ਬਣ ਗਿਆ ਸੀ, ਪਰ ਨਸ਼ਾ ਖਾਣ ਦੀ ਆਦਤ ਨਹੀਂ ਸੀ ਗਈ। ਉਹਨੇ ਪਤਾ ਨਹੀਂ ਕਿੰਨੀ ਵਾਰ ਨਸ਼ਾ ਛੱਡਣ ਦੀ ਦਵਾਈ ਖਾਧੀ ਸੀ। ਰਿਸ਼ਤੇਦਾਰੀ 'ਚ ਮਿਲਣ ਲੱਗ ਪਿਆ ਸੀ। ਮੇਰੇ ਨਾਨਕੇ ਉਹਨੂੰ ਮਿਲਣ ਲੱਗ ਪਏ ਸੀ। ਮੇਰੀ ਨਾਨੀ ਅਕਸਰ ਮੈਨੂੰ ਕਹਿੰਦੀ, ਕਾਕਾ ਹੁਣ ਤੂੰ ਆਪਣੇ ਪਿਓ ਨੂੰ ਇੱਥੇ ਆਪਣੇ ਕੋਲ ਰੱਖ, ਹੋਊ ਉਹ ਤੇਰਾ ਬਾਪ ਹੈ, ਚਾਹੇ ਚੰਗਾ ਚਾਹੇ ਮਾੜਾ, ਬੰਦੇ ਦਾ ਆਸਰਾ ਹੁੰਦਾ। ਮੈਂ ਚੁੱਪ ਕਰ ਗਿਆ। ਆਖਰੀ ਪੜਾਅ 'ਤੇ ਆ ਕੇ ਉਹ ਮੇਰੇ ਕੋਲੋਂ ਡਰਨ ਲੱਗ ਪਿਆ ਸੀ। ਮੈਂ ਉਦੋਂ 9ਵੀਂ ਜਾਂ 10ਵੀਂ 'ਚ ਪੜ੍ਹਦਾ ਹੋਊਂਗਾ। ਇੱਕ ਦਿਨ ਮਾਤਾ ਛੋਟੀ ਭੈਣ ਨੂੰ ਨਾਲ ਲੈ ਕੇ ਨਾਨਕੇ ਘਰ ਆ ਗਈ। ਆਉਂਦੀ ਰੋਣ ਲੱਗ ਪਈ। ਪਾਪਾ ਪਿੰਡ ਵਾਲਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਤੇਰੇ 2 ਮੁੰਡਿਆਂ ਤੇ ਤੇਰੇ ਘਰ ਵਾਲੇ ਚਮਨ ਨੇ ਡੇਰੇ ਦਾ ਰੁਪਈਆ ਵਾਲਾ ਗੱਲਾ ਭੰਨਿਆ। ਕਿਸੇ ਸਿਆਣੇ ਨੇ ਮੁੰਦੀ ਵਿੱਚੋਂ ਦੇਖ ਲਿਆ ਤੇ ਦੱਸਿਆ। ਕੱਲ੍ਹ ਨੂੰ ਪੰਚਾਇਤ ਇਕੱਠੀ ਹੋਣੀ ਹੈ। ਉਸ ਪਾਪੀ ਨੇ ਮੇਰਾ ਜੀਣਾ ਹਰਾਮ ਕਰਤਾ। ਨਾਨਾ ਜੀ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋ ਗਏ। ਭਾਵੇਂ ਕਿ ਮੇਰਾ ਪਿਓ ਪਿੰਡ ਰਹਿੰਦਾ ਸੀ ਤੇ ਜੱਟਾਂ ਨਾਲ ਖੇਤੀਬਾੜੀ ਦਾ ਕੰਮ ਕਰਦਾ ਸੀ, ਪਰ ਲੋਕਾਂ ਲਈ ਤਾਂ ਉਹ ਅਜੇ ਵੀ ਚੰਗੀਆਂ ਯਾਰੀਆਂ ਕਰਨ ਵਾਲਾ ਬੰਦਾ ਸੀ। ਦੂਜੇ ਦਿਨ ਮੇਰਾ ਨਾਨਾ ਮੇਰੇ ਮਾਸੜ ਮੇਰੇ ਪਿੰਡ ਪੰਚਾਇਤ 'ਚ ਗਏ। ਪਿੰਡ ਵਾਲਿਆਂ ਨੂੰ ਪਿੰਡ ਦੇ ਡੇਰੇ 'ਤੇ ਬੈਠੇ ਪੁੱਛਾਂ ਦੇਣ ਵਾਲੇ ਸਾਧ ਨੂੰ ਸੱਦਿਆ। ਖੈਰ ਨਾਨੇ ਹੋਰਾਂ ਨੇ ਪਿੰਡ ਦੀ ਪੰਚਾਇਤ ਦੀ ਚੰਗੀ ਲਾਪਾ ਕੀਤੀ ਤੇ ਰਾਜੀਨਾਮਾ ਹੋ ਗਿਆ। ਪੰਚਾਇਤ ਮੰਨ ਗਈ ਕਿ ਸਾਡੀ ਗਲਤੀ ਹੈ। ਸਾਡੇ ਘਰ ਦੇ ਨੇੜੇ ਸੰਤ ਕਰਤਾਰ ਦਾਸ ਦਾ ਡੇਰਾ ਹੈ, ਬਹੁਤ ਵੱਡਾ। ਉੱਥੇ ਇੱਕ ਗੱਲਾ ਰੱਖਿਆ ਹੋਇਆ ਸੀ ਜਿਹਨੂੰ ਕਿਸੇ ਅਮਲੀ ਨੇ ਤੋੜ ਲਿਆ ਸੀ। ਇਹੋ ਜਿਹੀਆਂ ਗੱਲਾਂ ਸੁਣ ਕੇ ਮੇਰਾ ਡੇਰਿਆਂ, ਮੰਦਰਾਂ, ਗੁਰਦੁਆਰਿਆਂ ਤੇ ਉਹਨਾਂ 'ਚ ਰਹਿੰਦੇ ਸਾਧੂ ਪਾਠੀਆਂ ਭਾਈਆਂ ਤੋਂ ਵਿਸ਼ਵਾਸ ਚੁੱਕਿਆ ਹੀ ਨਹੀਂ, ਬਲਕਿ ਨਫ਼ਰਤ ਨਾਲ ਭਰ ਗਿਆ। ਹੁਣ ਵੀ ਮੈਂ ਜਦੋਂ ਕਦੇ ਕਿਸੇ ਡੇਰੇ ਜਾਵਾਂ ਤਾਂ ਮਨ ਕੁੜੱਤਣ ਨਾਲ ਭਰ ਜਾਂਦਾ। ਫਿਰ ਪਿੰਡ ਭਾਪੇ ਹੋਰਾਂ ਦਾ ਥਾਂ 3 ਭਰਾਵਾਂ 'ਚ ਵੰਡ ਹੋ ਗਿਆ। ਮੇਰੇ ਨਾਨਾ ਜੀ ਨੇ ਆਪ ਖਰਚਾ ਕਰਕੇ ਮਾਂ ਨੂੰ ਮਕਾਨ ਪਾ ਕੇ ਦਿੱਤੇ।
ਮਿਸਤਰੀ ਮਾਮੇ ਨੇ ਮਕਾਨ ਬਣਾਏ ਤੇ ਅਸੀਂ ਮਜ਼ਦੂਰੀ ਕੀਤੀ, ਸਾਰੇ ਸ਼ਰੀਕੇ ਨਾਲੋਂ ਚੰਗੇ। ਇੱਕ ਵਾਰ ਮੇਰਾ ਪਿਓ ਮੈਨੂੰ ਤੇ ਮੇਰੀ ਮਾਂ ਨੂੰ ਚੰਡੀਗੜ੍ਹ ਲੈ ਕੇ ਗਿਆ। ਮੈਂ ਉਦੋਂ 9ਵੀਂ 'ਚ ਪੜ੍ਹਦਾ ਸੀ। ਕਹਿਣ ਲੱਗਾ, ਤੇਰੀ ਸੁੱਖ ਲਾਉਣੀ ਆ ਮਾਨਸਾ ਦੇਵੀ ਦੇ। ਪਿਓ ਕੋਲ ਕਾਫੀ ਰੁਪਏ ਸੀ। ਚੰਡੀਗੜ੍ਹ ਨੂੰ ਜਾਂਦਿਆਂ ਉਹ ਮੈਨੂੰ ਅਕਸਰ ਪੁੱਛਦਾ, ਬੋਲ ਬਿੱਟੂ, ਕੀ ਖਾਣਾ, ਕੀ ਲੈਣਾ, ਜੋ ਮਰਜ਼ੀ ਲੈ ਲੈ। ਪਰ ਬੋਲਦਾ ਨਾ। ਫਿਰ ਸੁੱਖ ਲਾ ਕੇ ਪਿਓ ਸਾਨੂੰ ਕਿਸੇ ਗੁਰਦੁਆਰੇ ਲੈ ਕੇ ਗਿਆ। ਉੱਥੇ ਅਸੀਂ ਰਾਤ ਰਹੀ। ਵਾਪਸੀ ਤੇ ਨਗਰ ਦੇ ਅੱਡੇ ਉੱਤੇ ਉਤਰ ਕੇ ਮਾਂ ਕਹਿਣ ਲੱਗੀ ਕਿ ਤੁਸੀਂ ਤੁਰੇ ਚੱਲੋ, ਮੈਂ ਠਹਿਰ ਕੇ ਆਉਂਦੀ ਹਾਂ। ਮੇਰਾ ਪਿਓ ਇਸ ਗੱਲ ਤੇ ਖਿਝ ਗਿਆ। ਹੁਣ ਕੀ ਬਿਮਾਰੀ ਪੈ ਗਈ ਤੈਨੂੰ, ਸਾਡੇ ਨਾਲ ਨਹੀਂ ਤੁਰ ਸਕਦੀ? ਮਾਂ ਵੀ ਬੋਲ ਪਈ, ਪਰ ਉਹ ਪਿਓ ਨਾਲ ਤੁਰੀ ਨਾ। ਮੈਂ ਕਈ ਵਾਰ ਦੇਖਿਆ ਕਿ ਪਿਓ ਨਾਲ ਮਾਂ ਕਦੀ ਵੀ ਨਹੀਂ ਤੁਰੀ, ਨਾ ਹੀ ਘਰੋਂ ਤੁਰਨ ਲੱਗਿਆ ਤੇ ਨਾ ਹੀ ਪਿੰਡ ਨੂੰ ਜਾਣ ਲੱਗਿਆ। ਅੱਡੇ ਤੋਂ ਪਿੰਡ 2 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਹੈ। ਮਾਂ ਮਨ 'ਚ ਪਿਓ ਪ੍ਰਤੀ ਜਿਹੜੀ ਨਫ਼ਰਤ ਦੀ ਗੰਢ ਵੱਜੀ ਹੋਈ ਸੀ। ਵਿਆਹ ਤੋਂ ਉਪਰੰਤ ਮੇਰੇ ਪਿਓ ਨੇ ਮਾਂ ਨਾਲ ਇੱਕ ਬਲੈਕ ਐਂਡ ਵਾਈਟ ਤਸਵੀਰ ਬਣਵਾਈ ਸੀ, ਸ਼ੀਸ਼ੇ 'ਚ ਜੜੀ ਹੋਈ, ਕੰਧ 'ਤੇ ਟੰਗੀ। ਮੈਂ ਨਿੱਕਾ ਹੁੰਦਾ ਦੇਖਦਾ ਹੁੰਦਾ ਸੀ। ਜਦੋਂ ਪਿਓ ਮਗਰ ਪੁਲਿਸ ਲੱਗੀ ਰਹਿੰਦੀ ਸੀ, ਉਦੋਂ ਕੋਈ ਮਾਂ ਨੇ ਆਪਣੀ ਤਸਵੀਰ ਨਾਲ ਪਿਓ ਦੀ ਤਸਵੀਰ ਪਾੜ ਕੇ ਸਾੜ ਦਿੱਤੀ ਸੀ। ਕੱਲੀ ਮਾਂ ਦੀ ਤਸਵੀਰ ਅਜੇ ਵੀ ਮੇਰੇ ਕੋਲ ਹੈ। ਫਿਰ ਪਿਓ ਦੇ ਮਰਨ ਉਪਰੰਤ ਉਹਦੇ ਭੋਗ 'ਤੇ ਮੈਂ ਉਹਦੀ ਵੱਡੀ ਫੋਟੋ ਬਣਾਈ, ਗੁਲਾਬੀ ਪੱਗ ਬੰਨੀ ਹੋਈ ਸੀ। ਮਾਂ ਆਪਣੇ ਸਮਾਨ ਨਾਲ ਉਹ ਫੋਟੋ ਵੀ ਜਲੰਧਰ ਲੈ ਆਈ, ਪਰ ਮਾਂ ਨੇ ਆਪਣੇ ਕਮਰੇ 'ਚੋਂ ਫੋਟੋ ਨਹੀਂ ਰੱਖੀ, ਪਰਛੱਤੀ 'ਤੇ ਰੱਖ ਦਿੱਤੀ। ਇੱਕ ਦਿਨ ਮੈਂ ਸਫਾਈ ਕਰਦਿਆਂ ਪਰਛੱਤੀ ਤੋਂ ਚੁੱਕ ਕੇ ਕਮਰੇ 'ਚ ਟੰਗ ਦਿੱਤੀ। ਦੂਜੇ ਦਿਨ ਮੈਂ ਦੇਖਿਆ ਪਿਓ ਦੀ ਫੋਟੋ ਉੱਥੇ ਨਹੀਂ ਸੀ। ਮਾਂ ਨੇ ਚੁੱਕ ਕੇ ਟਰੰਕ 'ਚ ਰੱਖ ਲਈ ਸੀ। ਜਦੋਂ ਘਰ ਪੁਲਿਸ ਆਉਂਦੀ ਸੀ ਤਾਂ ਮਾਂ ਘੁੰਡ ਕੱਢ ਲੈਂਦੀ ਤੇ ਇਹ ਵੀ ਨਹੀਂ ਦੱਸਦੀ ਸੀ ਕਿ ਮੈਂ ਚਮਨ ਦੀ ਵਹੁਟੀ ਹਾਂ। ਜੇ ਉਹ ਪੁੱਛਦੇ ਤਾਂ ਉਹ ਕਹਿ ਦਿੰਦੀ ਕਿ ਉਹ ਇੱਥੇ ਨਹੀਂ ਰਹਿੰਦੀ। ਮਾਂ ਦੇ ਮਨ 'ਚ ਆਪਣੇ ਪਤੀ ਦੇ ਪ੍ਰਤੀ ਨਫ਼ਰਤ ਦੇ ਬੀਜ ਗਹਿਰੇ ਪਏ ਸਨ। ਮਾਂ ਦੇ ਸੁਭਾਅ ਦਾ ਮੈਨੂੰ ਬਹੁਤਾ ਪਤਾ ਨਹੀਂ ਸੀ, ਕਿਉਂਕਿ ਮੈਂ ਬਹੁਤਾ ਸਮਾਂ ਨਾਨਕੇ ਹੀ ਰਿਹਾ। ਕਦੇ ਕਦੇ ਜਦੋਂ ਸਕੂਲ ਦੀਆਂ ਛੁੱਟੀਆਂ ਹੋਣੀਆਂ ਤਾਂ ਪਿੰਡ ਜਾਂਦਾ। ਪਿਓ ਦੀ ਮੌਤ ਤੋਂ ਬਾਅਦ ਪਿੰਡ ਵਾਲੇ ਘਰ ਨੂੰ ਜੰਦਾ ਲੱਗ ਗਿਆ। ਮਾਂ ਨੇ ਬੜੀ ਮਿਹਨਤ ਨਾਲ ਘਰ ਬਣਾਇਆ ਸੀ। ਮਾਂ ਸਾਡੇ ਕੋਲ ਰਹਿਣ ਲੱਗ ਪਈ। ਇੱਕ ਦਿਨ ਮਾਂ ਮੈਨੂੰ ਕਹਿਣ ਲੱਗੇ, ਬਿੱਟੂ, ਕਿਉਂ ਨਾ ਪਿੰਡ ਵਾਲਾ ਘਰ ਵੇਚ ਦਈਏ, ਉੱਥੇ ਹੁਣ ਕਿਹਨੇ ਰਹਿਣਾ? ਬੰਦ ਘਰ ਦਿਨੋਂ ਦਿਨ ਢਹਿੰਦਾ ਹੀ ਰਹਿੰਦਾ। ਮੈਂ ਪਿੰਡ 'ਚ ਗੱਲ ਕਰ ਆਈ ਹਾਂ। ਘਰ ਵੇਚਣ ਦੀਆਂ ਗੱਲਾਂ ਕਾਫੀ ਦੇਰ ਤੋਂ ਹੋ ਰਹੀਆਂ ਸੀ। ਮਾਂ ਦਾ ਪਿੰਡ ਨਾਲ ਕੋਈ ਮੋਹ ਨਹੀਂ ਸੀ, ਕਿਉਂਕਿ ਮਾਂ ਨੂੰ ਪਿੰਡ ਨੇ ਤੇ ਸ਼ਰੀਕੇ ਨੇ ਬਹੁਤ ਦੁੱਖ ਦਿੱਤੇ ਸਨ। ਮਾਂ ਨੇ ਪਿੰਡ ਆ ਕੇ ਬੜੀ ਜਿੱਲਤ ਹੰਢਾਈ ਸੀ। ਮੇਰਾ ਛੋਟਾ ਭਰਾ ਪਿਛਲੇ 10 ਸਾਲ ਤੋਂ ਪਾਗਲ ਸੀ, ਜਿਹਨੂੰ ਅੰਮ੍ਰਿਤਸਰ ਪਾਗਲਖਾਨੇ ਛੱਡਿਆ ਹੋਇਆ ਸੀ। ਮੈਂ ਇਕੱਲਾ ਸਾਂ, ਸੋ ਘਰ ਵੇਚ ਦਿੱਤਾ। ਮਾਂ ਆਪਣਾ ਸਮਾਨ ਲੈ ਕੇ ਜਲੰਧਰ ਸਾਡੇ ਕੋਲ ਆ ਗਈ ਸੀ। ਮੈਂ ਕਿਹਾ, ਹੁਣ ਇਹ ਤੇਰਾ ਘਰ ਹੈ, ਕੋਠੀ ਏ, ਕਾਰ ਏ, ਕੋਈ ਕੰਮ ਕਰਨ ਦੀ ਲੋੜ ਨਹੀਂ, ਬਥੇਰਾ ਕੰਮ ਕਰ ਲਿਆ, ਆਪਣੇ ਪੋਤਾ ਪੋਤੀ ਸਾਂਭ ਤੇ ਮੌਜ ਕਰ। ਪਰ ਮਾਂ ਕੁਝ ਚਿਰ ਬਾਅਦ ਉਦਾਸ ਰਹਿਣ ਲੱਗ ਪਈ। ਕਦੇ ਕਦੇ ਗੁੰਮ-ਸੁੰਮ ਹੋ ਜਾਂਦੀ, ਕਿਸੇ ਨਾਲ ਬੋਲਦੀ ਨਾ, ਕੋਠੇ 'ਤੇ ਜਾ ਕੇ ਕਿੰਨਾ ਕਿੰਨਾ ਚਿਰ ਬੈਠੀ ਰਹਿੰਦੀ। ਮੈਂ ਉਹਦੀ ਹਾਲਤ ਵੇਖ ਕੇ ਉਦਾਸ ਹੋ ਜਾਂਦਾ। ਨਿੱਕੀ ਜਿਹੀ ਗੱਲ 'ਤੇ ਗੁੱਸੇ ਹੋ ਜਾਂਦੀ। ਫਿਰ ਉਹ ਗੱਲ ਬਾਰੇ ਸੋਚੀ ਜਾਂਦੀ। ਮਾਂ ਨੂੰ ਅਜੀਬ ਤਰ੍ਹਾਂ ਦਾ ਸਨਕ ਹੋ ਗਿਆ ਸੀ। ਇੱਕ ਦਿਨ ਮੈਂ ਮਾਂ ਨੂੰ ਦੇਖਣ ਕੋਠੇ ਦੀ ਛੱਤ 'ਤੇ ਬਣੀ ਲੌਬੀ ਵੱਲ ਗਿਆ। ਮਾਂ ਉੱਥੇ ਬੈਠੀ ਹੋਈ ਸੀ, ਗੁੰਮ-ਸੁੰਮ। ਮੈਂ ਪੁੱਛਿਆ, ਕੀ ਹੋਇਆ, ਇੱਥੇ ਇੰਨੀ ਗਰਮੀ 'ਚ ਕਿਵੇਂ ਬੈਠੀ ਹੈ? ਉਹ ਕੁਛ ਨਾ ਬੋਲੀ, ਬੈਠੀ ਰਹੀ। ਉਹਦਾ ਚਿਹਰਾ ਬੜਾ ਉਦਾਸ ਲੱਗ ਰਿਹਾ ਸੀ। ਫਿਰ ਰੋਣ ਲੱਗ ਪਈ। ਕਹੇ, ਮੇਰੇ ਕੋਲ ਹੁਣ ਕੁਝ ਨਹੀਂ ਰਿਹਾ, ਮੇਰੀ ਕਿਤੇ ਢੋਈ ਨਹੀਂ, ਮੈਂ ਕਿੱਥੇ ਜਾਵਾਂ? ਮੈਂ ਕਿਹਾ, ਲੈ, ਇਹ ਤੂੰ ਕੀ ਕਰਦੀ ਹੈ? ਸਾਰਾ ਘਰ ਤੇਰਾ ਹੈ, ਤੂੰ ਇਹਦੀ ਮਾਲਕਣ ਹੈ, ਇਹ ਗੱਲ ਮਨ 'ਚ ਨਾ ਲਿਆਈ। ਪਰ ਮਾਂ ਦੇ ਮਨ 'ਚ ਜਿਹੜੀ ਗੱਲ ਬੈਠ ਜਾਂਦੀ ਸੀ, ਜਲਦੀ ਕਿਤੇ ਨਿਕਲਦੀ ਨਹੀਂ ਸੀ। ਮਾਂ ਬਹੁਤ ਸਨਕੀ ਸੁਭਾਅ ਦੀ ਬਣਦੀ ਜਾ ਰਹੀ ਸੀ। ਨਿੱਕੀ ਨਿੱਕੀ ਗੱਲ ਉੱਤੇ ਸ਼ੱਕ ਕਰਨ ਲੱਗ ਪੈਂਦੀ। ਜੇ ਅਸੀਂ ਗੱਲਾਂ ਕਰ ਰਹੇ ਹੋਈਏ ਤਾਂ ਮਾਂ ਆਪਣੇ ਦਿਮਾਗ ਨਾਲ ਹੋਰ ਗੱਲਾਂ ਸੁਣਦੀ, ਪਰੇਸ਼ਾਨ ਹੁੰਦੀ ਜਾਂਦੀ। ਨਾਨਕੇ ਘਰ ਪਹਿਲਾਂ ਵਿਚਕਾਰਲੇ ਮਾਮੇ ਦੀ ਮੌਤ ਹੋਈ, ਫਿਰ ਨਾਨਾ ਚਲਾ ਗਿਆ, ਹੁਣ ਜੇ ਵੱਡਾ ਮਾਮਾ ਚਲਾ ਗਿਆ। ਮਾਂ ਨਾਨਕੇ ਘਰ ਆ ਕੇ ਹੁਣ ਬਹੁਤਾ ਭਿੱਜਦੀ ਨਹੀਂ ਸੀ। ਜਾਂ ਤਾਂ ਲੜ ਕੇ ਜਾਂਦੀ ਜਾਂ ਗੁੱਸੇ ਹੋ ਜਾਂਦੀ। ਇੱਥੇ ਆ ਕੇ ਵੀ ਉਹਨੂੰ ਲੱਗਦਾ ਕਿ ਮੈਨੂੰ ਸਾਰੇ ਲਾ ਲਾ ਕੇ ਗੱਲਾਂ ਕਹਿੰਦੇ ਆ। ਸਿੱਧੀ ਗੱਲ ਨੂੰ ਵੀ ਪੁੱਠੀ ਪਾ ਲੈਂਦੀ ਤੇ ਲੜ ਪੈਂਦੀ। ਮਾਂ ਦੀ ਇਹ ਆਦਤ ਤੇ ਸੁਭਾਅ ਕਿਵੇਂ ਬਣੀ ਜਾ ਰਿਹਾ ਸੀ, ਮੈਂ ਸੋਚਦਾ ਰਹਿੰਦਾ। ਇਹਦੇ ਵਿੱਚ ਉਹਦਾ ਕੀ ਕਸੂਰ ਸੀ? ਸਹੁਰੇ ਘਰ ਹਾਲਾਤ ਹੀ ਇੱਦਾਂ ਦੇ ਸਨ। ਮੇਰੇ ਪਿਓ ਨੇ ਮਾਂ ਨੂੰ ਸਨਕੀ, ਸ਼ੱਕੀ, ਵਹਿਮੀ ਬਿਰਤੀ ਦਾ ਬਣਾ ਦਿੱਤਾ। ਮਾਂ ਬਸ ਇਕੱਲੀ ਰਹਿ ਕੇ ਖੁਸ਼ ਹੈ। ਆਪਣੀਆਂ ਭੈਣਾਂ ਨਾਲ ਅਕਸਰ ਲੜ ਪੈਂਦੀ ਹੈ। ਆਪਣੀ ਮਾਂ ਨਾਲ ਲੜ ਪੈਂਦੀ ਹੈ। ਜਿੱਥੇ ਅਸੀਂ ਰਹਿੰਦੇ ਹਾਂ ਉਹਦੇ ਨੇੜੇ ਹੀ ਨਾਨਕਾ ਘਰ ਹੈ। ਮੇਰਾ ਦਫ਼ਤਰ ਉੱਥੇ ਹੀ ਹੈ। ਜਦੋਂ ਮੈਂ ਦਫ਼ਤਰ ਜਾਂਦਾ ਤਾਂ ਨਾਨੀ ਪੁੱਛਦੀ, ਕਾਕਾ ਹੁਣ ਬਖਸ਼ੋ ਠੀਕ ਆ? ਕੱਲ੍ਹ ਇੱਥੇ ਆਈ, ਬਹੁਤ ਬੋਲ ਕੇ ਗਈ। ਸੱਤਿਆ ਉਹਦੀ ਭੈਣ ਨਾਲ ਲੜ ਪਈ।
ਇੰਨਾ ਬੋਲਦੀ ਹੈ, ਕਿਸੇ ਦੀ ਕੋਈ ਗੱਲ ਸੁਣਦੀ ਨਹੀਂ। ਉਹਨੂੰ ਸਮਝਾਇਆ ਕਰ, ਕਿਤੇ ਪਾਗਲ ਨਾ ਹੋ ਜਾਏ। ਕਿਸੇ ਡਾਕਟਰ ਨੂੰ ਦਿਖਾ ਲਓ, ਤਾਕਤ ਦੇ ਟੀਕੇ ਲਵਾ ਦੇ। ਨਾਨੀ ਮਾਂ ਦਾ ਬਹੁਤ ਫਿਕਰ ਕਰਦੀ। ਮਾਂ ਜੇ ਨਾਨੀ ਨਾਲ ਲੜ ਪੈਂਦੀ ਤਾਂ ਨਾਨੀ ਕੋਲ ਰਿਹਾ ਨਹੀਂ ਜਾਂਦਾ, ਉਹ ਦੂਜੇ ਦਿਨ ਮਿਲਣ ਆ ਜਾਂਦੀ। ਘਰ ਵੜਦੀ ਕਹਿੰਦੀ, ਬਖਸ਼ੋ ਕਿੱਥੇ ਆ? ਤੂੰ ਤਾਂ ਹੁਣ ਆਉਂਦੀ ਨਹੀਂ, ਕਿੰਨੇ ਦਿਨ ਹੋ ਗਏ। ਐਵੇਂ ਫਿਕਰ ਨਾ ਕਰਿਆ ਕਰ, ਦੇਖ ਤੇਰੇ ਘਰ ਲਹਿਰਾਂ ਬਹਿਰਾਂ। ਕੁੜੀ ਮੇਰੀ ਪਤਨੀ ਨੌਕਰੀ ਕਰਦੀ ਆ ਪੋਤਾ ਤੇਰਾ ਮੁੰਡਾ ਰਾਜੀ ਰਵੇ। ਤੂੰ ਚਾਹੇ ਮੇਰੇ ਨਾਲ 100 ਵਾਰ ਲੜ, ਮੈਂ ਨਹੀਂ ਆਉਣੋਂ ਹਟਣਾ। ਇਹ ਮੁੰਡਾ ਤੇਰਾ ਨਹੀਂ, ਮੇਰਾ। ਮੈਂ ਇਹਨੂੰ ਇੰਨਾ ਕੁ ਨੂੰ ਪਾਲਿਆ, ਮੇਰਾ ਹੱਕ ਆ ਇਹਦੇ ਤੇ। ਹਲਾ ਦੇਖ, ਕਿਸੇ ਨਹੀਂ ਰਹਿਣਾ ਇੱਥੇ, ਸਭ ਜਾਈ ਜਾਂਦੇ ਆ। ਤੂੰ ਖੁਸ਼ ਰਿਹਾ ਕਰ, ਐਵੇਂ ਮਨ 'ਚ ਬੋਝ ਨਾ ਪਾਇਆ ਕਰ। ਇੰਝ ਨਾਨੀ ਕਿੰਨਾ ਚਿਰ ਉਹਨੂੰ ਸਮਝਾਉਂਦੀ। ਮਾਂ ਚੁੱਪ ਵੱਟੀ ਰੱਖਦੀ। ਨਾਨੀ ਫੇਰ ਬੋਲਦੀ, ਆਹ ਦੇਖੀਏ ਆਪਣੀ ਹਾਲਤ। ਜਾ ਸਿਰ 'ਚ ਪਾਣੀ ਪਾ, ਦੇਹ 'ਤੇ ਪਾਣੀ ਪਾ, ਤੈਨੂੰ ਸੁਰਤ ਆਵੇ। ਐਵੇਂ ਝੱਲੀ ਬਣੀ ਫਿਰਦੀ ਹੈ। ਫਿਰ ਮਾਂ ਉੱਚੀ ਉੱਚੀ ਰੋਣ ਲੱਗ ਪੈਂਦੀ, ਬਹੁਤ ਰੋਂਦੀ। ਫਿਰ ਬੋਲਦੀ, ਮੇਰਾ ਹੁਣ ਕੋਈ ਨਹੀਂ ਰਿਹਾ। ਪੁੱਤ ਠੀਕ ਹੁੰਦਾ ਤਾਂ ਮੈਂ ਉਹਦੇ ਨਾਲ ਪਿੰਡ ਰਹਿ ਲੈਂਦੀ, ਮੈਂ ਇਕੱਲੀ ਰਹਿ ਗਈ। ਕੁਝ ਚਿਰ ਬਾਅਦ ਚੁੱਪ ਕਰ ਜਾਂਦੀ। ਜੇ ਮੈਂ ਚੁੱਪ ਕਰਾਉਣ ਲੱਗਦਾ ਤਾਂ ਨਾਨੀ ਕਹਿੰਦੀ, ਕਾਕਾ ਇਹਨੂੰ ਚੁੱਪ ਨਾ ਕਰਾ, ਇਹਨੂੰ ਰੋਣ ਦੇ, ਦੱਬ ਕੇ ਰੋਣ ਦੇ, ਮਨ ਹਲਕਾ ਹੋ ਜੂ ਇਹਦਾ। ਮਨ 'ਤੇ ਭਾਰ ਪਾ ਲੈਂਦੀ ਹੈ। ਫਿਰ ਮਾਂ ਆਪੇ ਰੋਣੋਂ ਹਟ ਜਾਂਦੀ। ਕੁਝ ਚਿਰ ਬਾਅਦ ਦੋਵੇਂ ਗੱਲਾਂ ਕਰਨ ਲੱਗ ਪੈਂਦੀਆਂ। ਮਾਂ ਉੱਠਦੀ, ਨਾਨੀ ਨੂੰ ਚਾਹ ਬਣਾ ਕੇ ਦਿੰਦੀ, ਕਦੇ ਰੋਟੀ ਦਿੰਦੀ, ਸਭ ਨੂੰ ਅਸੀਸਾਂ ਦਿੰਦੀ। ਨਾਨੀ ਖੂੰਡੀ ਚੁੱਕ ਕੇ ਕੁੱਬੀ ਕੁੱਬੀ ਤੁਰ ਪੈਂਦੀ। ਮੇਰੇ ਮਨ 'ਚ ਨਾਨੀ ਦਾ ਕੱਦ ਬਹੁਤ ਵੱਡਾ ਹੋ ਜਾਂਦਾ, ਬਹੁਤ ਵੱਡੀ ਵੈਦ ਲੱਗਦੀ, ਜੋ ਮਾਂ ਨੂੰ ਦਾਰੂ ਦਿੰਦੀ ਤੇ ਉਹਨੂੰ ਸਹਿਜ ਕਰਕੇ ਤੁਰ ਪੈਂਦੀ। ਮਾਂ ਦੀ ਅਜਿਹੀ ਸਥਿਤੀ 2 ਕੁ ਦਿਨ ਰਹਿੰਦੀ, ਫਿਰ ਉਹ ਸ਼ਾਂਤ ਹੋ ਜਾਂਦੀ ਸਹਿਜ। ਮਾਂ ਦੀ ਆਪਣੀ ਪੋਤੀ ਹਰਲੀਨ ਨਾਲ ਬਹੁਤ ਬਣਦੀ। ਦੋਵੇਂ ਜਣੀਆਂ ਕਿੰਨਾ ਚਿਰ ਗੱਲਾਂ ਕਰਦੀਆਂ ਰਹਿੰਦੀਆਂ। ਹਰਲੀਨ ਆਪਣੀ ਬੀਬੀ ਕੋਲੋਂ ਪਿੰਡ ਦੀਆਂ ਗੱਲਾਂ ਸੁਣਦੀ, ਪੁਰਾਣੇ ਪਿੰਡ ਦੀਆਂ ਗੱਲਾਂ, ਕਦੀ ਕਦੀ ਕਹਾਣੀਆਂ ਸੁਣਦੀ। ਦੋਵੇਂ ਰਲ ਕੇ ਕੋਈ ਨਾ ਕੋਈ ਚੀਜ਼ ਬਣਾਉਂਦੀਆਂ। ਹਰਲੀਨ ਕੋਈ ਖਿਡੌਣਾ ਬਣਾਉਂਦੀ ਹੈ, ਮਾਂ ਉਹਦੇ ਕੱਪੜੇ ਸੀ ਦਿੰਦੀ ਹੈ। ਜੇ ਕਦੇ ਮੈਂ ਤਲਖੀ ਨਾਲ ਮਾਂ ਨੂੰ ਕੋਈ ਗੱਲ ਕਹਿ ਦੇਵਾਂ ਤਾਂ ਸਭ ਤੋਂ ਪਹਿਲਾਂ ਹਰਲੀਨ ਮੇਰੇ ਨਾਲ ਗੁੱਸੇ ਹੁੰਦੀ ਹੈ। ਪਾਪਾ ਤੁਸੀਂ ਬੀਬੀ ਨੂੰ ਗੁੱਸੇ ਨਹੀਂ ਹੋਣਾ, ਪਾਪਾ ਤੁਸੀਂ ਅੱਜ ਬੀਬੀ ਨੂੰ ਝਿੜਕਾਂ ਮਾਰੀਆਂ। ਜਦੋਂ ਮਾਂ ਗੁੱਸੇ ਹੋ ਜਾਏ ਤਾਂ ਕਿਸੇ ਨਾਲ ਬੋਲਦੀ ਨਹੀਂ, ਬਸ ਅੰਦਰੇ ਅੰਦਰ ਵਿਸ਼ ਘੋਲਦੀ ਰਹਿੰਦੀ ਹੈ। ਖਬਰੇ ਉਹਦਾ ਬਲੱਡ ਪ੍ਰੈਸ਼ਰ ਵੱਧਦਾ ਹੈ, ਜਾਂ ਜੇ ਮੈਂ ਕਹਾਂ ਡਾਕਟਰ ਨੂੰ ਦਿਖਾ ਲੈਂਦੇ, ਉਹ ਮੰਨਦੀ ਨਹੀਂ। ਕਿਸੇ ਨਿੱਕੀ ਜਿਹੀ ਗੱਲ ਦਾ ਮਾਂ 'ਤੇ ਅਸਰ ਹੁੰਦਾ ਹੈ, ਫਿਰ ਮਾਂ ਸਾਰੀ ਰਾਤ ਸੌਂਦੀ ਨਹੀਂ। ਦੂਜੇ ਦਿਨ ਮੇਰੇ ਕੋਲੋਂ ਉਹਦੇ ਵੱਲ ਦੇਖ ਨਹੀਂ ਹੁੰਦਾ, ਅੱਖਾਂ ਗੁੱਸੇ ਨਾਲ ਲਾਲ ਹੁੰਦੀਆਂ। ਮੈਂ ਬਹੁਤ ਘਬਰਾ ਜਾਂਦਾ। ਮਾਂ ਕਿਸੇ ਨਾਲ ਬੋਲਦੀ ਨਹੀਂ, ਕੋਠੇ 'ਤੇ ਜਾ ਕੇ ਬੈਠ ਜਾਂਦੀ ਹੈ। ਹਰਲੀਨ ਉਹਦੇ ਵੱਲ ਦੇਖ ਕੇ ਪਰੇਸ਼ਾਨ ਹੋ ਜਾਂਦੀ ਹੈ, ਕਦੇ ਮੈਨੂੰ ਪੁੱਛਦੀ ਹੈ, ਕਦੀ ਆਪਣੀ ਬੀਬੀ ਨੂੰ ਪੁੱਛਦੀ ਹੈ, ਕੁੜੀਏ ਮੈਨੂੰ ਬੁਲਾ ਨਾ, ਮੈਨੂੰ ਬਹੁਤ ਚੱਕਰ ਆਉਂਦਾ, ਜਾ ਚਲੀ ਜਾ। ਫਿਰ ਉਹਦੇ ਦਿਮਾਗ ਦਾ ਉਹਦੇ ਸਰੀਰ 'ਤੇ ਕੰਟਰੋਲ ਨਹੀਂ ਰਹਿੰਦਾ। 5 ਸਾਲ ਦਾ ਬੇਟਾ ਆਯੂਸ਼ ਪੁੱਛਦਾ, ਪਾਪਾ ਬੀਬੀ ਦਾ ਦਿਮਾਗ ਟੁੱਟ ਗਿਆ? ਉਹ ਦੇਖਦੀ ਕਿੱਦਾਂ, ਹੁਣ ਡਾਕਟਰ ਨੇ ਉਹਦਾ ਦਿਮਾਗ ਕੱਢ ਦੇਣਾ। ਮੈਂ ਉਹਨੂੰ ਚੁੱਪ ਕਰਨ ਲਈ ਕਹਿੰਦਾ, ਮਹੀਨਾ ਕੁ ਹੋਇਆ ਵੱਡੇ ਪਾਗਲ ਮਾਮੇ ਦੀ ਮੌਤ ਹੋ ਗਈ। ਮਾਂ ਨਾਨਕੇ ਘਰ ਆ ਕੇ ਲੜ ਪੈਂਦੀ, ਫਿਰ ਘਰ ਜਾ ਕੇ ਗੁੰਮਸੁੰਮ ਹੋ ਜਾਂਦੀ। ਇੱਕ ਦਿਨ ਨਾਨਕੇ ਘਰ ਆ ਕੇ ਨਾਨੀ ਨਾਲ ਲੜ ਪਈ। ਸ਼ਾਮ ਨੂੰ ਘਰ ਪਹੁੰਚੀ, ਉਹਦੇ ਚਿਹਰੇ 'ਤੇ ਬੜਾ ਗੁੱਸਾ ਸੀ। ਮੈਂ ਸ਼ਾਮ ਨੂੰ ਰੋਟੀ ਲੈ ਕੇ ਉਹਨੇ ਨਹੀਂ ਖਾਧੀ। ਸਵੇਰੇ ਸਾਜਰੇ ਉੱਠ ਕੇ ਕੋਠੇ 'ਤੇ ਚਲੀ ਗਈ। ਮੈਂ ਚਾਹ ਲਈ ਹਾਕ ਮਾਰੀ, ਉਹ ਬਾਹਰੋਂ ਦੁਕਾਨ ਤੋਂ ਡਬਲ ਰੋਟੀ ਲੈ ਕੇ ਆਈ ਸੀ। ਮੈਂ ਕਿਹਾ ਚਾਹ ਲੈ ਲਾ। ਗੁੱਸੇ 'ਚ ਬੋਲਣ ਲੱਗ ਪਈ, ਤੁਹਾਡਾ ਦੁੱਧ ਮੁੱਕ ਜਾਊ, ਮੇਰੇ ਲਈ ਨਾ ਚਾਹ ਬਣਾਇਆ ਕਰੋ, ਰੋਟੀ ਵੀ ਨਾ ਦਿਆ ਕਰੋ, ਮੈਂ ਤਾਂ ਘਰ ਦੀ ਵਾਧੂ ਚੀਜ਼ ਆ, ਕੁੱਤਿਆਂ ਵਾਂਗੂ ਰੋਟੀ ਦਿੰਦੇ ਆ, ਮੈਂ ਆਪੇ ਕਿਤੇੋਂ ਮੰਗ ਕੇ ਖਾ ਲੂੰ। ਫਿਰ ਮਾਂ ਰੋਣ ਲੱਗ ਪਈ। ਮੈਂ ਕੁਝ ਨਾ ਬੋਲਿਆ, ਚਾਹ ਚੁੱਕ ਕੇ ਕੋਠੇ ਚੜ੍ਹ ਗਈ। ਉੱਤੇ ਜਾ ਕੇ ਰੋਣ ਲੱਗ ਪਈ। ਬੱਚੇ ਬਾਰ-ਬਾਰ ਪੁੱਛਣ, ਬੀਬੀ ਨੂੰ ਕੀ ਹੋਇਆ, ਬੀਬੀ ਨੂੰ ਕੀ ਹੋਇਆ। ਪਤਨੀ ਕਹੇ, ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਕਿਸੇ ਡਾਕਟਰ ਕੋਲ ਲੈ ਜਾਓ, ਦਵਾਈ ਦਿਓ, ਤੁਸੀਂ ਕਿਹੜਾ ਮੰਨਦੇ ਹੋ। ਪਰ ਮਾਂ ਕਿਸੇ ਡਾਕਟਰ ਕੋਲ ਜਾਂਦੀ ਨਾ। ਕੁਝ ਚਿਰ ਬਾਅਦ ਮੈਂ ਮਾਂ ਨੂੰ ਥੱਲੇ ਲੈ ਆਇਆ, ਉਹਨੂੰ ਨਹਾਉਣ ਲਈ ਕਿਹਾ, ਫਿਰ ਉਹ ਕੰਮ ਕਰਨ ਲੱਗ ਪਈ। ਮੈਂ ਕਿਹਾ ਹੁਣ ਸੌਂ ਜਾ, ਸਾਰੀ ਰਾਤ ਸੁੱਤੀ ਨਹੀਂ, ਐਵੇਂ ਨਾ ਮਨ 'ਤੇ ਬੋਝ ਪਾਇਆ ਕਰ। ਹਰਲੀਨ ਸਕੂਲੋਂ ਆ ਕੇ ਉਹਦੇ ਨਾਲ ਗੱਲਾਂ ਕਰਨ ਲੱਗ ਪਈ। ਸ਼ਾਮ ਤੱਕ ਮਾਂ ਠੀਕ ਹੋ ਗਈ। ਅਜਿਹੀ ਹਾਲਤ ਮਾਂ ਦੀ ਕਦੀ ਕਦੀ ਉਦੋਂ ਹੁੰਦੀ ਜਦੋਂ ਕਿਤਿਓਂ ਗੁੱਸੇ ਹੋ ਕੇ ਆਉਂਦੀ। ਮਾਂ ਦਾ ਕਿਰਸੀ ਸੁਭਾਅ ਅਜੇ ਤੱਕ ਕਾਇਮ ਹੈ। ਫਾਲਤੂ ਚੀਜ਼ ਬਾਹਰ ਸੁੱਟਣ ਦੀ ਬਜਾਏ ਸਾਂਭ ਕੇ ਰੱਖ ਲੈਂਦੀ ਹੈ। ਕੋਈ ਸ਼ੀਸ਼ੀ ਡੱਬੀ, ਕੋਈ ਚੀਜ਼ 3-4 ਲਿਫਾਫੇ ਚਾੜ ਕੇ ਰੱਖਦੀ। ਕਾਗਜ਼ ਡੱਬੇ, ਪੋਲੀਥੀਨ ਦੇ ਲਿਫਾਫੇ ਉਹ ਇਕੱਠੇ ਕਰ ਕਰਕੇ ਬਾਲਕਨੀ 'ਚ ਰੱਖਦੀ ਰਹਿੰਦੀ। ਉੱਤੇ ਉਹਨੇ ਚੁੱਲ੍ਹਾ ਰੱਖਿਆ ਹੋਇਆ, ਸਾਰੇ ਕਾਗਜ਼ ਤੇ ਗੱਤਾ ਚੁੱਲ੍ਹੇ 'ਚ ਬਾਲਦੀ ਹੈ, ਲਿਫਾਫੇ ਵੀ ਬਾਹਰ ਨਹੀਂ ਸੁੱਟਦੀ। ਪਾਣੀ ਦੀ ਬਹੁਤ ਬੱਚਤ ਕਰਦੀ ਹੈ, ਭਾਂਡੇ ਧੋਂਦੀ ਬਹੁਤ ਘੱਟ ਪਾਣੀ ਦੀ ਵਰਤੋਂ ਕਰਦੀ ਹੈ।
ਦਾਲ ਸਬਜ਼ੀ ਨਾਲ ਲਾਲਾ ਰੋਟੀ ਖਾ ਲੈਂਦੀ ਹੈ। ਜੇ ਕਿਤੇ ਘਰ 'ਚ ਥੋੜ੍ਹੀ ਦਾਲ ਹੋਵੇ ਤਾਂ ਉਹਦੇ ਵਿੱਚੋਂ ਵੀ ਦਾਲ ਬਚਾ ਕੇ ਰੱਖ ਲੈਂਦੀ ਹੈ। ਬੇਹੀ ਰੋਟੀ ਕਦੇ ਬਾਹਰ ਨਹੀਂ ਸੁੱਟਦੀ, ਸਾਨੂੰ ਤਾਜ਼ੀ ਬਣਾ ਕੇ ਬੇਹੀ ਰੋਟੀ ਗਰਮ ਕਰਕੇ ਆਪ ਖਾ ਲੈਂਦੀ ਹੈ। ਜੇ ਮੈਂ ਕਹਾਂ ਵੀ ਤਾਜ਼ੀ ਰੋਟੀ ਖਾ ਤਾਂ ਚੋਰੀ ਬੇਹੀ ਰੋਟੀ ਖਾ ਲੈਂਦੀ ਹੈ। ਜੇ ਇੱਕ ਰੋਟੀ ਉਹਦੇ ਲਈ ਬਚੀ ਹੋਵੇ ਤਾਂ ਉਹ ਇੱਕ ਰੋਟੀ ਨਾਲ ਸਾਰ ਲੈਂਦੀ ਹੈ। ਮਾਂ ਦਾ ਇੱਕ ਕਿਰਸੀ ਮਨ ਗਰੀਬੀ ਵਿੱਚੋਂ ਨਿਕਲਿਆ। ਕਿਰਸ ਕਰ ਕਰਕੇ ਮਾਂ ਨੇ ਪੈਸੇ ਜੋੜੇ, ਉਹਨਾਂ ਦਾ ਪਿੰਡ ਘਰ ਬਣਾਇਆ। ਜੇ ਘਰ 'ਚ ਸਫਾਈ ਕਰਨ ਵਾਲੀ ਕੋਈ ਰੱਖ ਲਈਏ ਤਾਂ ਉਹਦੇ ਕੰਮ 'ਚ ਨੁਕਸ ਕੱਢ ਕੇ ਭਜਾ ਦਿੰਦੀ ਹੈ। ਆਪ ਕੰਮ ਕਰਨੋਂ ਹਟਦੀ ਨਹੀਂ, ਕਹਿੰਦੀ ਹੈ ਮੈਂ ਵਿਹਲੀ ਨੇ ਕੀ ਕਰਨਾ, ਕੰਮ ਕਰਨ ਨਾਲ ਬੰਦਾ ਤੰਦਰੁਸਤ ਰਹਿੰਦਾ ਹੈ। ਮਾਂ ਦਾ ਆਪਣੀ ਕੁੜੀ ਬੀਨਾ ਨਾਲ ਬਹੁਤ ਪਿਆਰ ਹੈ। ਜਦੋਂ ਬੀਨਾ ਭੈਣ ਦਾ ਜਲੰਧਰੋਂ ਆ ਕੇ ਵਿਆਹ ਕੀਤਾ ਤਾਂ ਮਾਂ ਨੂੰ ਜਿਵੇਂ ਬਹੁਤ ਵੱਡਾ ਝਟਕਾ ਲੱਗਾ, ਜਿਵੇਂ ਉਹਦਾ ਕੋਈ ਅੰਗ ਟੁੱਟ ਗਿਆ ਹੋਵੇ। ਵਿਆਹ ਤੋਂ ਬਾਅਦ ਮਾਂ ਗੁੰਮਸੁੰਮ ਹੋ ਗਈ, ਚੁੱਪ ਕਰਕੇ ਬੈਠੀ ਰਹਿੰਦੀ, ਇੱਕਦਮ ਖਾਮੋਸ਼। ਉਦੋਂ ਮਾਂ ਰਾਤ ਨੂੰ ਸੌਂਦੀ ਨਾ, ਕਹਿੰਦੀ ਸਿਰ ਪਾਟਦਾ। ਦਵਾਈ ਦਿੱਤੀ, ਰਾਤ ਨੂੰ ਸੁੱਤੀ ਪਈ ਬੁੜਬੁੜਾਉਣ ਲੱਗ ਪਈ, ਉਹ ਸੱਪ ਫਿਰਦਾ ਹੈ, ਫੜੋ ਉਹਨੂੰ, ਮਾਰ ਦਿਓ ਉਹਨੂੰ। ਮੂੰਹ 'ਚੋਂ ਖਤਰਨਾਕ ਆਵਾਜ਼ਾਂ ਕੱਢਦੀ, ਜਾਨਵਰਾਂ ਦੀਆਂ, ਜਿਵੇਂ ਗਿੱਦੜ ਭੌਂਕਦਾ ਹੁੰਦਾ। ਮੈਂ ਤਰਬਕ ਕੇ ਉੱਠ ਪੈਂਦਾ। ਮਾਂ ਮੰਜੇ 'ਤੇ ਪਈ ਹੱਥ ਮਾਰ ਰਹੀ ਹੁੰਦੀ। ਮੈਂ ਉਹਨੂੰ ਉੱਚੀ ਉੱਚੀ ਹਾਕਾਂ ਮਾਰ ਰਿਹਾ ਹੁੰਦਾ, ਉਹਨੂੰ ਉਠਾਉਂਦਾ। ਉਹ ਤਰਬਕ ਕੇ ਉੱਠ ਬੈਠਦੀ। ਦਹਿਸ਼ਤ ਭਰਿਆ ਮਾਹੌਲ ਹੁੰਦਾ। ਅਜਿਹੀ ਸਥਿਤੀ ਮਾਂ ਦੀ ਕਾਫੀ ਦੇਰ ਰਹੀ। ਦੋਵੇਂ ਇਕੱਠੀਆਂ ਰਹੀਆਂ, ਦੋਵਾਂ ਨੇ ਰੱਜ ਕੇ ਕਿਰਤ ਕੀਤੀ, ਦਿਨ ਰਾਤ ਇੱਕ ਕਰਕੇ ਕੰਮ ਕੀਤਾ। ਦੀਵੇ ਦੀ ਲੋਚ ਵੀ ਇਹਨਾਂ ਦੀ ਮਸ਼ੀਨ ਚੱਲਦੀ ਰਹਿੰਦੀ। ਦੋਹਾਂ 'ਚ ਬਹੁਤ ਪਿਆਰ ਹੈ। ਮੈਂ ਤਾਂ ਨਾਨਕੇ ਰਿਹਾ ਸੀ, ਸ਼ਾਇਦ ਹੀ ਮਾਂ ਨੇ ਮੈਨੂੰ ਆਪਣੇ ਪਿਆਰ ਦੀ ਜੱਫੀ 'ਚ ਲਿਆ ਹੋਵੇ, ਪਰ ਉਹਦੇ ਅੰਦਰ ਮੇਰੇ ਪ੍ਰਤੀ ਬਹੁਤ ਪਿਆਰ ਹੈ। ਮਾਂ ਆਪਣੇ ਆਪ ਨੂੰ ਘਰ ਦੇ ਕੰਮਾਂ 'ਚ ਬਿਜ਼ੀ ਰੱਖਦੀ ਹੈ। ਸਭ ਦੇ ਕੱਪੜੇ ਧੋਂਦੀ ਹੈ, ਰੋਟੀ ਬਣਾਉਂਦੀ ਹੈ, ਘਰ ਦੀ ਸਫਾਈ ਕਰਦੀ ਹੈ। ਆਰਾਮ ਰਾਤ ਨੂੰ ਹੀ ਕਰਦੀ ਹੈ, ਦਿਨੇ ਕਦੇ ਨਹੀਂ ਸੌਂਦੀ। ਪਤਾ ਨਹੀਂ ਮਾਂ ਕਿਹੜੀ ਮਿੱਟੀ ਦੀ ਬਣੀ ਹੋਈ ਹੈ। ਆਪਣੀ ਪੇਟੀ ਨੂੰ ਜਿੰਦਾ ਲਾ ਕੇ ਰੱਖਦੀ ਹੈ। ਉਹਦੇ 2-3 ਟਰੰਕ ਹਨ, ਸਾਰਿਆਂ ਨੂੰ ਜਿੰਦਾ ਲਾ ਕੇ ਰੱਖਦੀ ਹੈ। ਇਹੀ ਉਹਦੀ ਸਲਤਨਤ ਹੈ। ਜਦੋਂ ਪਿੰਡ ਦਾ ਘਰ ਵੇਚਿਆ ਤਾਂ ਕਾਫੀ ਪੈਸੇ ਉਹਦੀ ਕਾਪੀ 'ਚ ਜਮ੍ਹਾਂ ਕਰਤੇ। ਉਹ ਹੌਸਲੇ 'ਚ ਹੈ। ਇੱਕ ਦਿਨ ਸਫਾਈ ਕਰਨ ਲਈ ਟਰੰਕ ਇੱਧਰ ਉੱਧਰ ਕਰਨੇ ਸਨ ਤਾਂ ਟਰੰਕ ਚੁੱਕ ਨਾ ਹੋਣ। ਮੈਂ ਕਿਹਾ ਮੰਮੀ ਇਹਨਾਂ ਟਰੰਕਾਂ 'ਚ ਇੱਟਾਂ ਪਈਆਂ ਹੋਈਆਂ ਨੇ ਜਿਹੜੇ ਇੰਨੇ ਭਾਰੇ ਆ। ਉਹ ਕਹਿੰਦੀ ਨਾ, ਇਹਨਾਂ 'ਚ ਕੀ ਹੋਣਾ, ਕੱਪੜੇ ਹੀ ਆ। ਮੈਂ ਸੋਚਦਾ ਸ਼ਾਇਦ ਇਹ ਟਰੰਕ ਤੇ ਪੇਟੀ ਦਾ ਸਮਾਨ ਹੀ ਉਹਨੂੰ ਸ਼ਕਤੀ ਦਿੰਦਾ ਹੋਵੇ, ਚਾਹੇ ਉਹਨਾਂ 'ਚ ਕੱਪੜੇ ਹੀ ਹਨ। ਹਾਂ, ਕੱਪੜਿਆਂ ਦੇ ਨਾਲ ਮਾਂ ਵੱਲੋਂ ਹੱਥ ਨਾਲ ਬਣਾਈਆਂ ਹੋਈਆਂ ਦਰੀਆਂ ਖੇਸੀਆਂ ਹਨ। ਮਾਂ ਨੇ ਪਿੰਡ ਦਰੀਆਂ ਬੁਣਨ ਵਾਲਾ ਅੱਡਾ ਲਾਇਆ ਹੋਇਆ ਸੀ, ਜਿੱਥੇ ਉਹ ਦਰੀਆਂ ਖੇਸ ਬੁਣਦੀ ਸੀ। ਮਾਂ ਨਾਲੀ ਡਿੱਬ, ਜਿਹੜੀ ਉਹ ਸਤਲੁਜ ਦਰਿਆ ਦੇ ਕੰਢਿਓਂ ਤੁਰ ਕੇ ਲੈ ਆਉਂਦੀ ਸੀ, ਦੇ ਛਿੱਕੂ, ਬੋਈਏ, ਛਾਬੇ ਬਹੁਤ ਵਧੀਆ ਤਿਆਰ ਕਰਦੀ। ਮੰਜਾ ਬੁਣਨ ਲਈ ਸ਼ਰੀਕੇ ਤੇ ਉਹਦੇ ਕੋਲ ਆਉਂਦੇ। ਉਹਦੇ ਹੱਥਾਂ 'ਚ ਬੜੀ ਕਲਾ। ਦਰੀਆਂ ਖੇਸ ਤੇ ਝੋਲਿਆਂ ਉੱਤੇ ਫੁੱਲ ਬੂਟੇ ਤੇ ਡਿਜ਼ਾਈਨ ਬਹੁਤ ਵਧੀਆ ਪਾਉਂਦੀ। ਚੁੱਲ੍ਹੇ ਭੱਠੀਆਂ ਬੜੀ ਰੀਝ ਨਾਲ ਬਣਾਉਂਦੀ। ਮਾਂ ਦੀ ਉਮਰ ਹੁਣ 60 ਦੇ ਨੇੜੇ ਹੋਏਗੀ। ਉਹਦੀ ਲੰਮੀ ਰਿਸ਼ਤੇਦਾਰੀ ਨਹੀਂ ਹੈ। ਉਹ ਘਰ ਹੀ ਰਹਿੰਦੀ ਹੈ, ਉੱਥੇ ਖੁਸ਼ ਰਹਿੰਦੀ ਹੈ। ਰਿਸ਼ਤੇਦਾਰੀ 'ਚ ਜਾ ਕੇ ਉਹਦੇ ਮਨ ਦੀ ਅਵਸਥਾ ਠੀਕ ਨਹੀਂ ਰਹਿੰਦੀ। ਮੈਂ ਚਾਹੁੰਦਾ ਉਹ ਵਧੇਰੇ ਸਮੇਂ ਘਰ ਹੀ ਰਹੇ। ਜਦੋਂ ਕਦੇ ਮੈਨੂੰ ਲੱਗਦਾ ਹੈ ਕਿ ਉਦਾਸ ਹੈ ਤਾਂ ਕਹਿ ਦਿੰਦਾ ਕਿ ਜਾ ਬੀਨਾ ਨੂੰ ਮਿਲਾ, ਭੂਆ ਦੇ ਜਾ, ਆਪਣੀਆਂ ਭੈਣਾਂ ਦੇ ਚੱਕਰ ਮਾਰ ਆ। ਜੇ ਉਹਦਾ ਮਨ ਕਰੇ ਤਾਂ ਚਲੀ ਜਾਂਦੀ ਹੈ, ਨਹੀਂ ਤਾਂ ਨਹੀਂ। ਮਾਂ ਧਾਰਮਿਕ ਬਿਰਤੀ ਵਾਲੀ ਨਹੀਂ ਹੈ। ਗੁਰਦੁਆਰਿਆਂ, ਮੰਦਰਾਂ, ਡੇਰਿਆਂ ਤੇ ਧਰਮ 'ਚ ਉਹਦਾ ਕੋਈ ਵਿਸ਼ਵਾਸ ਨਹੀਂ ਹੈ। ਸਿਮਰਨ ਪਾਠ ਕਰਨਾ ਤਾਂ ਦੂਰ ਦੀ ਗੱਲ। ਜਦੋਂ ਕਦੇ ਮੈਂ ਕਹਿ ਦਿੰਦਾ ਜਾਂ ਸਤਸੰਗ ਸੁਣਾ, ਜੇ ਉਹਦਾ ਮਨ ਕਰੇ ਤਾਂ ਚਲੀ ਜਾਂਦੀ ਹੈ, ਨਹੀਂ ਤਾਂ ਨਹੀਂ। ਹਾਲਾਂਕਿ ਮੇਰਾ ਇਹਨਾਂ ਕੰਮਾਂ 'ਚ ਰਤਾ ਵੀ ਵਿਸ਼ਵਾਸ ਨਹੀਂ। ਮੈਂ ਇਸ ਲਈ ਕਹਿ ਦਿੰਦਾ ਕਿ ਮਾਂ ਬਾਹਰ ਨਿਕਲੇ ਤੇ ਬੁੜੀਆਂ ਕੁੜੀਆਂ ਨੂੰ ਮਿਲੇਗੀ, ਗੱਲਾਂ ਕਰੇਗੀ, ਉਹਦਾ ਮਨ ਹੋਰ ਪਾਸੇ ਪਏਗਾ। ਮਾਂ ਪਹਿਲਾਂ ਵੀ ਧਾਰਮਿਕ ਬਿਰਤੀ ਵਾਲੀ ਨਹੀਂ ਸੀ। ਵਿਆਹ ਤੋਂ ਬਾਅਦ ਉਹਨੂੰ ਦੁੱਖ ਹੀ ਇੰਨੇ ਮਿਲੇ ਕਿ ਉਹਦਾ ਧਾਰਮਿਕ ਗੱਲਾਂ ਤੋਂ ਮਨ ਉੱਠ ਗਿਆ। ਪੂਜਾ ਪਾਠ ਦਾ ਉਹਨੂੰ ਪਤਾ ਹੀ ਨਹੀਂ। ਮੇਰੀ ਮਾਂ ਦੁੱਖਾਂ ਦੀ ਪੰਡ ਹੈ। ਦੁੱਖਾਂ ਦੀ ਪੰਡ ਦੀ ਗੰਢ ਖੋਲ੍ਹਣ ਦਾ ਮੇਰਾ ਕਦੇ ਹੌਸਲਾ ਨਹੀਂ ਪਿਆ। ਆਪਣੇ ਅੰਦਰਲੇ ਦੁੱਖਾਂ ਕਰਕੇ ਸ਼ਾਇਦ ਉਹ ਕਦੇ ਡਿਪਰੈਸ਼ਨ 'ਚ ਆ ਜਾਂਦੀ ਹੈ। ਮੇਰੀ ਮਾਂ ਖੁੱਲ੍ਹੀ ਕਿਤਾਬ ਨਹੀਂ ਹੈ ਜਿਹਨੂੰ ਹਰ ਕੋਈ ਪੜ੍ਹ ਲਏ। ਉਹ ਖੁੱਲ੍ਹਦੀ ਨਹੀਂ ਹੈ, ਸ਼ਾਇਦ ਖੁੱਲ੍ਹਣਾ ਚਾਹੁੰਦੀ ਨਹੀਂ। ਮਾਂ ਆਪਣੇ ਦੁੱਖਾਂ ਦੀ ਪੰਡ ਆਪਣੇ ਹੀ ਸਿਰ ਚੁੱਕੀ ਫਿਰ ਰਹੀ। ਜਦੋਂ ਵਧੇਰੇ ਭਾਰ ਪੈ ਜਾਏ ਤਾਂ ਕਿਸੇ ਅੱਗੇ ਖੁੱਲ੍ਹਦੀ ਨਹੀਂ, ਆਪੇ ਹੀ ਆਪਣਾ ਅੰਦਰਲਾ ਦੁੱਖ ਪੀ ਲੈਂਦੀ ਹੈ। ਖਾਮੋਸ਼, ਇੱਕਦਮ ਖਾਮੋਸ਼ੀ ਦਾ ਜਜ਼ੀਰਾ ਲੱਗਦੀ ਹੈ ਮਾਂ, ਸਮੁੰਦਰ ਵਾਂਗ ਉੱਪਰੋਂ ਸ਼ਾਂਤ, ਅੰਦਰ ਬਹੁਤ ਹਲਚਲ। ਧੰਨਵਾਦ। ਅਖੀਰਲਾ ਲੇਖ ਹੈ ਖੂਬਸੂਰਤ ਬੀਬੀ। ਲੇਖਿਕਾ ਬਲਵੀਰ ਕੌਰ ਰਹੀਲ। ਮਾਂ ਇੱਕ ਛੋਟਾ ਜਿਹਾ ਸ਼ਬਦ ਹੈ, ਪਰ ਇਹਦੇ ਵਿਸ਼ਾਲ ਅਰਥਾਂ ਦੀ ਡੂੰਘਾਈ ਨਾ ਨਾਪੀ ਜਾ ਸਕਦੀ ਹੈ, ਨਾ ਮਾਪੀ ਜਾ ਸਕਦੀ ਹੈ।
ਨਾ ਹੀ ਸ਼ਬਦਾਂ 'ਚ ਚਿੱਤਰੀ ਜਾ ਸਕਦੀ ਹੈ। ਇਸ ਸ਼ਬਦ ਦੇ ਅਰਥਾਂ ਨੂੰ ਸਿਰਫ ਤੇ ਸਿਰਫ ਮਾਂ ਨੂੰ ਪਿਆਰ ਕਰਨ ਵਾਲੇ ਹੀ ਮਹਿਸੂਸ ਕਰ ਸਕਦੇ। ਮੈਂ ਕਿੰਨੀ ਖੁਸ਼ਨਸੀਬ ਹਾਂ, ਮੈਨੂੰ ਮਾਂ ਦਾ ਪਿਆਰ ਮਿਲਿਆ। ਦੂਜੇ ਬੰਨੇ ਮੈਂ ਬਦਨਸੀਬ ਵੀ ਹਾਂ ਕਿ ਮੇਰੀ ਮਾਂ ਮੈਨੂੰ ਬਹੁਤ ਜਲਦ ਵਿਛੋੜਾ ਦੇ ਗਈ। ਮੈਂ ਕਿਸੇ ਵੀ ਪਲ ਆਪਣੀ ਮਾਂ ਨੂੰ ਭੁੱਲਦੀ ਨਹੀਂ ਹਾਂ। ਉੱਠਦੇ ਬੈਠਦੇ ਹਰ ਪਲ ਮੇਰੇ ਅੰਦਰੋਂ ਮੇਰੀ ਵਿਛੜ ਚੁੱਕੀ ਮਾਂ ਲਈ ਆਹਟ ਨਿਕਲਦੀ ਹੈ। ਦਿਲ ਤਰਾ ਤਰਾ ਕਰਨ ਲੱਗਦਾ ਹੈ। ਜੇ ਮੈਨੂੰ ਕੋਈ ਇਹ ਪ੍ਰਸ਼ਨ ਪੁੱਛਦਾ ਹੈ ਦੁਨੀਆ ਦੀ ਸਭ ਤੋਂ ਖੂਬਸੂਰਤ ਤੇ ਹੁਸੈਨ ਔਰਤ ਕੌਣ ਹੈ, ਤਾਂ ਮੇਰਾ ਜਵਾਬ ਹੁੰਦਾ ਮੇਰੀ ਮਾਂ। ਮੇਰੀ ਮਾਂ ਵਿਆਹ ਤੋਂ ਬਾਅਦ ਮੇਰੀ ਮਾਸੀ ਦੇ ਘਰ ਗਈ। ਉੱਥੇ ਕੋਈ ਪੁੱਛਣ ਲੱਗਾ, ਇਹ ਕੌਣ ਜਨਾਨੀ ਹੈ? ਸੋਨੇ ਦੇ ਪਾਏ ਚਮਕੀਲੇ ਗਹਿਣੇ ਮੇਰੀ ਬੀਬੀ ਦੇ ਕਾਲੇ ਸ਼ਾਹ ਰੰਗ ਤੇ ਖਿੜੇ ਪਏ ਸਨ। ਇੱਥੋਂ ਇਹ ਗੱਲ ਸਾਬਤ ਹੋ ਗਈ ਕਿ ਮੇਰੀ ਬੀਬੀ ਕਾਲੀ ਸੀ। ਉਹਦੇ ਰੰਗ ਰੂਪ 'ਚ ਕੋਈ ਖਿੱਚ ਨਹੀਂ ਸੀ। ਪਹਿਲੀ ਨਜ਼ਰੇ ਵੇਖਿਆ ਚੰਗੀ ਨਹੀਂ ਸੀ ਲੱਗਦੀ। ਮੈਂ ਫਿਰ ਵੀ ਉਹਨੂੰ ਆਖੀ ਜਾ ਰਹੀ ਸੀ ਕਿ ਉਹ ਦੁਨੀਆ ਦੀ ਖੂਬਸੂਰਤ ਔਰਤ ਸੀ। ਉਹ ਮੇਰੇ ਲਈ ਕੀਮਤੀ ਤੇ ਅਨਮੋਲ ਹੀਰਾ ਸੀ। ਇਸ ਗੱਲ ਦਾ ਤਾਂ ਜਵਾਬ ਹੈ ਮੇਰੇ ਕੋਲ। ਖੂਬਸੂਰਤੀ ਮੇਰੀ ਮਾਂ ਦੇ ਅੰਦਰ ਛੁਪੀ ਹੋਈ ਹੈ, ਉਹਦੇ ਅੰਦਰਲੇ ਗੁਣਾਂ ਕਰਕੇ। ਫਿਰ ਮੈਨੂੰ ਕੋਈ ਦੂਜਾ ਪ੍ਰਸ਼ਨ ਪੁੱਛੇ ਕਿ ਰੱਬ ਤੇ ਵਿਸ਼ਵਾਸ ਹੈ, ਰੱਬ ਕਦੇ ਦੇਖਿਆ? ਮੇਰੇ ਕੋਲ ਉੱਤਰ ਹੋਏਗਾ, ਰੱਬ ਤੇ ਮੈਂ ਨਹੀਂ ਵੇਖਿਆ। ਰੱਬ ਤੋਂ ਪਹਿਲਾਂ ਤੱਤਾਂ ਦੀ ਮੂਰਤੀ ਸੀ। ਸਭ ਧਰਮਾਂ ਤੇ ਪੀਰਾਂ ਪੈਗੰਬਰਾਂ ਤੋਂ ਪਹਿਲਾਂ ਮੇਰੀ ਜ਼ੁਬਾਨ ਤੇ ਮੇਰੀ ਮਾਂ ਦਾ ਨਾਂ ਹੀ ਹੈ। ਮੈਂ ਕਿਉਂ ਆਖਦੀ ਹਾਂ ਆਪਣੀ ਮਾਂ ਨੂੰ ਰੱਬ? ਕਾਰਨ ਸਪਸ਼ਟ ਹੈ। ਰੱਬ ਤਾਂ ਮੈਂ ਕਦੇ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ, ਪਰ ਮਾਂ ਦੀ ਮਮਤਾ ਵੇਖੀ ਹੈ। ਮੈਂ ਮਾਂ ਨੂੰ ਆਪਣੇ ਲਈ ਦੁੱਖ ਤਕਲੀਫਾਂ ਸਹਿਣ ਕਰਦਿਆਂ ਵੇਖਿਆ। ਅੱਜ ਜੇ ਮੈਂ ਕੁਝ ਵੀ ਹਾਂ ਤਾਂ ਉਹਦੇ ਪਿੱਛੇ ਮੇਰੀ ਮਾਂ ਦਾ ਹੀ ਵੱਡਾ ਰੋਲ ਹੈ। ਮੇਰੀ ਮਾਂ ਮੈਨੂੰ ਆਪਣੇ ਜਨਮ ਬਾਰੇ ਦੱਸਿਆ ਕਰਦੀ। ਜਦੋਂ ਪਾਕਿਸਤਾਨ ਦਾ ਰੌਲਾ ਪਿਆ, ਆ ਗਏ ਹੁੰਦੀ ਸੀ, ਮੈਂ ਮੁਸਲਮਾਨਾਂ ਦੇ ਨਿਆਣਿਆਂ 'ਚ ਖੜੀ ਸੀ। ਮੁਸਲਮਾਨ ਆਪਣੇ ਨਿਆਣੇ ਲੈ ਗਏ, ਮੈਨੂੰ ਛੱਡ ਗਏ। ਅਖੇ ਤਾਂ ਭਗਤ ਸਿੰਘ ਠੇਕੇਦਾਰ ਦੀ ਕੁੜੀ ਹੈ। ਮੈਂ ਬੀਬੀ ਦੀਆਂ ਗੱਲਾਂ ਤੋਂ ਅੰਦਾਜ਼ਾ ਲਾਉਂਦੀ ਮੇਰੀ ਬੀਬੀ 63 ਤੋਂ 65 ਸਾਲਾਂ ਦੇ ਵਿਚਕਾਰ ਸੀ। ਮਾਂ ਮੇਰੀ ਲੱਗਦੀ 80 ਵਰ੍ਹਿਆਂ ਦੀ ਸੀ। ਹੱਡੀਆਂ ਨਿਕਲ ਆਈਆਂ ਸੀ, ਸਰੀਰ ਨੇ ਮਾਸ ਛੱਡਿਆ ਹੋਇਆ ਸੀ, ਦੰਦ ਬਾਹਰ ਨੂੰ ਨਿਕਲੇ ਸੀ, ਜਾਬਾਂ ਪਿਚਕ ਗਈਆਂ। ਡੰਡੇ ਦੇ ਸਹਾਰੇ ਤੋਂ ਬਗੈਰ ਇੱਕ ਪੈਰ ਨਹੀਂ ਪੁੱਟ ਸਕਦੀ ਸੀ। ਅੱਖਾਂ ਤੋਂ ਦਿਖਾਈ ਨਹੀਂ ਸੀ ਦਿੰਦਾ। ਪਾਣੀ ਪੀਣ ਤੋਂ ਵੀ ਆਵਾਜ਼ਾਰ ਸੀ। ਜੇ ਕੋਈ ਛੋਟੀ ਮੋਟੀ ਗੱਲ ਹੋ ਜਾਂਦੀ, ਮਾਂ ਮੇਰੀ ਝੱਟ ਘਬਰਾ ਜਾਂਦੀ। ਮੈਂ ਆਖਦੀ, ਲੋਕਾਂ ਤੋਂ ਡਰੀਦਾ ਨਹੀਂ, ਇਹਨਾਂ ਨੂੰ ਦਬਾ ਕੇ ਰੋਹਬ ਨਾਲ ਰਹੀਦਾ। ਬੀਬੀ ਉੱਤਰ ਦਿੰਦੀ, ਵੰਡ ਵੇਲੇ ਆ ਗਏ ਦਾ ਰੌਲਾ ਪੈਂਦਾ ਸੀ। ਭਾਈਆ ਮਤਲਬ ਨਾਨਾ ਸਾਡਾ ਕੁੜੀਆਂ ਨੂੰ ਅੰਦਰ ਲੁਕੋ ਦਿੰਦਾ। ਪੁੱਤ ਉਦੋਂ ਦਾ ਮੇਰੇ ਅੰਦਰ ਸਹਿਮ ਪਿਆ ਹੋਇਆ। 47 ਦਾ ਡਰ ਅਜੇ ਤੱਕ ਮੇਰੇ ਅੰਦਰੋਂ ਨਹੀਂ ਗਿਆ। ਮੈਂ ਆਪਣੀ ਮਾਂ ਦੇ ਹੱਥ ਫੜਿਆ ਕਰਦੀ। ਮੈਨੂੰ ਬੀਬੀ ਦੇ ਹੱਥ ਬਹੁਤ ਨਰਮ ਲੱਗਦੇ। ਬੀਬੀ ਦੇ ਮੁਕਾਬਲੇ ਮੇਰੇ ਹੱਥ ਕਰੜੇ ਸੀ। ਕਿੰਨੀ ਕਰਿੰਦੀ ਸੀ ਮੇਰੀ ਮਾਂ। ਘਰ ਦੀ ਕਪਾਹ ਬੀਜਣੀ, ਪੂਣੀਆਂ ਸਾਰਾ ਸਾਲ ਕੱਤਦੀ ਰਹਿੰਦੀ। ਦਿਨੇ ਕੰਮ ਜਦੋਂ ਨਿਬੇੜਦੀ ਤਾਂ ਵਿਹਲੀ ਹੋਣਾ, ਕੱਤਣ ਬੈਠ ਜਾਣਾ। ਅੰਤਾਂ ਦੀਆਂ ਚਾਦਰਾਂ ਖੇਸੀਆਂ, ਹੱਥੀਂ ਕੱਤ ਕੇ ਬਣਾਈਆਂ। ਘਰ ਸਾਡੇ ਇੱਕ ਚਰਖੀ ਹੈ, ਇੱਕ ਚਰਖਾ ਤੇ ਤੀਜਾ ਗਾਂਧੀ ਚਰਖਾ। ਬੀਬੀ ਆਖਦੀ, ਚਰਖੀ ਮੇਰੀ ਛੋਟੀ ਹੁੰਦੀ ਦੀ ਹੈ, ਚਰਖਾ ਨਾਨੇ ਨੇ ਬਾਅਦ 'ਚ ਬਣਾ ਕੇ ਦਿੱਤਾ ਤੇ ਗਾਂਧੀ ਚਰਖਾ ਬਾਅਦ 'ਚ ਲਿਆ। ਕਈ ਵਾਰੀ ਮਾਂ ਮੇਰੀ ਦੇ ਚਰਖੇ ਜਾਣਨ ਦੀ ਗੱਲ ਹੁੰਦੀ। ਬੀਬੀ ਦੀ ਇਹਨਾਂ 'ਚ ਜਾਨ ਸੀ। ਰੀਝਾਂ ਨਾਲ ਮਾਂ ਚਰਖਾ ਕੱਤਦੀ ਸੀ। ਉਹ ਚਰਖੇ ਤੋੜਨ ਦੇ ਨਾਂ ਤੇ ਖਿੱਚ ਜਾਂਦੀ। ਮੇਰੀਆਂ ਨਿਸ਼ਾਨੀਆਂ ਨਹੀਂ ਜਾਣਨੀਆਂ। ਬੀਬੀ ਹੱਥੀਂ ਸੂਤ ਕੱਤਦੀ, ਫਿਰ ਉਹਦੀ ਸੂਤਲੀ ਬਣਾਉਂਦੀ, ਉਹਨੂੰ ਰੰਗਦੀ। 8 ਕਲੀਏ ਵਾਲੇ ਸੂਤ ਦੇ ਮੰਜੇ ਬੁਣਦੀ। ਬੀਬੀ ਦਾ ਸੂਤਲੀ ਦਾ ਨੀਲੇ ਪੀਲੇ ਰੰਗ ਦਾ ਹੱਥੀਂ ਬੁਣਿਆ ਮੰਜਾ ਮੇਰੀ ਸੁਰਤ 'ਚ ਹੀ ਟੁੱਟਿਆ। ਮੈਂ ਮਾਂ ਦੀਆਂ ਹੱਥੀਂ ਕੱਢੀਆਂ ਚਾਦਰਾਂ ਸਿਰਹਾਣੇ ਸੰਭਾਲ ਕੇ ਰੱਖੇ ਸੀ। ਕਿੰਨੀ ਮਿਹਨਤੀ ਸੀ ਮੇਰੀ ਮਾਂ, ਕਿੰਨਾ ਬਰੀਕੀ ਦਾ ਕੰਮ ਕਰਦੀ ਸੀ। 3 ਕੁ ਸਾਲਾਂ ਤੋਂ ਬੇਬੇ ਦੀ ਇੱਕ ਅੱਖ ਤੇ ਜਮਾ ਹੀ ਦਿਸਣਾ ਬੰਦ ਹੋ ਗਿਆ। ਕਈ ਡਾਕਟਰਾਂ ਦੇ ਦਿਖਾਇਆ, ਐਂਜੀਓਗ੍ਰਾਫੀ 'ਚ ਪਤਾ ਚੱਲਿਆ ਖੂਨ ਦੀ ਨਾੜੀ ਫਟ ਗਈ, ਅੱਖ ਕੰਮ ਨਹੀਂ ਕਰ ਸਕਦੀ। ਹੌਲੀ ਹੌਲੀ ਦੂਜੀ ਅੱਖ ਦੀ ਰੌਸ਼ਨੀ ਵੀ ਜਾਂਦੀ ਰਹੀ। ਇਹਨਾਂ ਅੱਖਾਂ ਨਾਲ ਮਾਂ ਨੇ ਕਰੋਸ਼ੀਏ ਦੇ ਬਹੁਤ ਹੀ ਸੁੰਦਰ ਤੇ ਬਰੀਕ ਨਮੂਨੇ ਬੁਣੇ ਹੋਏ ਸੀ। ਮੈਂ ਵੇਖ ਸੋਚਦੀ ਹਾਂ, ਮਾਂ ਮੇਰੀ ਦੇ ਹੱਥਾਂ 'ਚ ਜਾਦੂ ਸੀ। ਇੰਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਪਈਆਂ। ਇਹ ਉਹੀ ਅੱਖਾਂ ਸਨ ਜਿਨ੍ਹਾਂ ਵਿੱਚੋਂ ਇੰਨਾ ਬਾਰੀਕ ਤੇ ਮਹੀਨ ਕੰਮ ਹੋਇਆ। ਮੈਂ ਕਈ ਵਾਰ ਆਪਣੀ ਮਾਂ ਦੀ ਤੁਲਨਾ ਇੱਕ ਪਰਪੱਕ ਕਲਾਕਾਰ ਨਾਲ ਕਰਿਆ ਕਰਦੀ। ਬੇਬੇ ਨੂੰ ਕਿਸੇ ਦੇ ਚੁੱਲ੍ਹੇ ਭੱਠੀਆਂ ਬਣਾਏ ਪਸੰਦ ਨਹੀਂ ਸੀ ਆਉਂਦੇ। ਆਕੀ ਥੋਬਾ ਜਿਹਾ ਬਣਾ ਕੇ ਰੱਖ ਦਿੱਤਾ। ਮਾਂ ਦਾ ਜਨਮ ਵੰਡ ਤੋਂ ਪਹਿਲਾਂ ਪਿੰਡ ਭੂਨੋ ਨੇੜੇ ਬਾੜੀਆਂ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਭਗਤ ਸਿੰਘ ਠੇਕੇਦਾਰ ਦੇ ਘਰ ਹੋਇਆ। ਵੱਡੇ ਮਾਮੇ ਦਾ ਨਾਂ ਹਰਭਜਨ ਸਿੰਘ ਸੀ। ਪਿਛਲੇ ਸਮਿਆਂ 'ਚ ਭੈਣ ਭਰਾ ਦਾ ਇੱਕ ਹੀ ਨਾਂ ਹੁੰਦਾ ਸੀ।
ਸੋ ਮੇਰੀ ਮਾਂ ਦਾ ਨਾਂ ਵੀ ਹਰਭਜਨ ਕੌਰ ਹੀ ਰੱਖ ਦਿੱਤਾ ਗਿਆ। ਮੇਰੀ ਬੀਬੀ ਨੂੰ ਆਪਣੀ ਮਾਂ ਕਰਤਾਰ ਕੌਰ ਓਨੀ ਪਿਆਰੀ ਸੀ ਜਿੰਨੀ ਮੈਨੂੰ ਮੇਰੀ ਮਾਂ। ਉਹ ਆਪਣੀ ਮਾਂ ਨੂੰ ਯਾਦ ਕਰਕੇ ਰੋਇਆ ਕਰਦੀ ਸੀ। ਬੀਬੀ ਨੂੰ ਦੂਜੇ ਪਿੰਡ ਪੜ੍ਹਨ ਜਾਣਾ ਪੈਂਦਾ ਸੀ। ਕੁਝ ਕੁ ਦਿਨ ਮਾਈ ਲੈ ਕੇ ਜਾਂਦੀ ਰਹੀ। ਉਸ ਤੋਂ ਬਾਅਦ ਬੀਬੀ ਨੇ ਜਾਣਾ ਬੰਦ ਕਰ ਦਿੱਤਾ। ਬੀਬੀ ਨੂੰ ਹਮੇਸ਼ਾ ਅਫਸੋਸ ਰਹਿੰਦਾ, ਅਗਰ ਪੜ੍ਹਨ ਜਾਂਦੀ ਰਹਿੰਦੀ ਤਾਂ ਹੁਣ ਨੂੰ ਮਾਸਟਰ ਨਹੀਂ ਰਿਟਾਇਰ ਹੋਣਾ ਸੀ। ਮਾਮੇ ਮੇਰੇ ਨੇ ਮਾਂ ਨੂੰ ਪੰਜਾਬੀ ਹਿੰਦੀ ਪੜ੍ਹਨੀ ਸਿਖਾਈ। ਘਰ 'ਚ ਅਖਬਾਰ ਆਉਂਦੀ, ਬੀਬੀ ਦੀ ਇੱਛਾ ਸਭ ਤੋਂ ਪਹਿਲਾਂ ਅਖਬਾਰ ਪੜ੍ਹਨ ਦੀ ਹੁੰਦੀ। ਮਾਂ ਐਨਕ ਲਾ ਕੇ ਮੋਟੀਆਂ-ਮੋਟੀਆਂ ਸੁਰਖੀਆਂ ਪੜ੍ਹ ਲੈਂਦੀ। ਗਲੀ ਗੁਆਂਢ ਦਾ ਜਿਹੜਾ ਨਿਆਣਾ ਕੋਲ ਆਇਆ ਉਹਨੂੰ ਖਬਰ ਪੜ੍ਹ ਕੇ ਸੁਣਾਉਂਦੀ। ਲਗਾਤਾਰ ਘਰ 'ਚ 3 ਮੌਤਾਂ ਹੋਣ ਕਰਕੇ ਮਾਹੌਲ ਹਰ ਵੇਲੇ ਗਮਗੀਨ ਬਣਿਆ ਰਹਿੰਦਾ। ਬੀਬੀ ਨੇ ਜ਼ਿੰਦਗੀ ਜਿਉਣ ਦੇ ਢੰਗ ਲੱਭ ਲਏ ਸੀ। ਬੀਬੀ ਬਿਮਾਰੀਆਂ ਦੀ ਖਾਨ ਬਣ ਚੁੱਕੀ ਸੀ। ਸਾਰਾ ਦਿਨ ਟੀਵੀ ਮੂਹਰੇ ਬੈਠੀ ਰਹਿੰਦੀ। ਨਿਆਣਿਆਂ ਨੂੰ ਨਾਲ ਲੈ ਕੇ, ਭਾਵੇਂ ਕ੍ਰਿਕਟ ਦੀ ਸਮਝ ਨਾ ਹੁੰਦੀ ਫਿਰ ਵੀ ਭੱਜੀ ਨੂੰ ਹੱਲਾਸ਼ੇਰੀ ਦਿੰਦੀ। ਕਿਸੇ ਦਿਨ ਮੇਰਾ ਟੀਵੀ ਦੇਖਣ ਦਾ ਮਨ ਨਾ ਹੁੰਦਾ, ਪਰ ਬੀਬੀ ਜਾਣਦੀ ਸੀ ਮੈਨੂੰ ਖਬਰਾਂ ਸੁਣਨੀਆਂ ਬਹੁਤ ਪਸੰਦ ਹੈ। ਉਹ ਮੈਨੂੰ ਟੀਵੀ ਦੀਆਂ ਮੁੱਖ ਖਬਰਾਂ ਤੋਂ ਜਾਣੂ ਕਰਵਾ ਦਿੰਦੀ। ਨੇਤਾਵਾਂ ਦੀ ਬੀਬੀ ਨੂੰ ਪੂਰੀ ਪਹਿਚਾਣ ਸੀ। ਮੰਤਰੀਆਂ ਲਈ ਮਾਂ ਨੇ ਅਲੱਗ-ਅਲੱਗ ਨਾਂ ਰੱਖੇ ਹੋਏ ਸਨ। ਕਿਹੜਾ ਪ੍ਰਧਾਨ ਮੰਤਰੀ ਹੈ, ਕਿਹੜਾ ਹੋਰ ਮੰਤਰੀ ਹੈ। ਝੱਟ ਅੱਖਾਂ ਦਾ ਵਗੋਚਾ ਆ ਜਾਣ ਕਰਕੇ ਬੀਬੀ ਨੇ ਮਨ ਪਰਚਾਵੇ ਦਾ ਹੋਰ ਸਾਧਨ ਲੱਭ ਲਿਆ, FM ਰੇਡੀਓ। ਬੀਬੀ ਦੇ ਨਾਲ ਮੈਂ ਵੀ ਟੀਵੀ ਵੇਖਣਾ ਉੱਕਾ ਹੀ ਬੰਦ ਕਰਤਾ ਸੀ। ਕਈ ਵਾਰੀ ਕੋਈ ਗੀਤ ਮੈਨੂੰ ਪਤਾ ਨਾ ਲੱਗਦਾ ਕਿਹਦਾ ਗਾਇਆ ਹੋਇਆ, ਬੀਬੀ ਝੱਟ ਦੱਸ ਦਿੰਦੀ, ਇਹ ਤਾਂ ਮਾਝੇ ਦੀ ਮੋਮਬੱਤੀ ਵਾਲਾ ਬਲਕਾਰ ਸਿੱਧੂ ਹੈ। ਜਾਂ ਫਿਰ ਟੇਢੀ ਪੱਗ ਵਾਲੇ ਦਾ ਜ਼ਿਕਰ ਕਰਦੀ ਕੁਲਵਿੰਦਰ ਢਿੱਲੋਂ ਦੀ ਬੇਵਕਤੀ ਮੌਤ ਦਾ ਬੀਬੀ ਨੂੰ ਬਹੁਤ ਜ਼ਿਆਦਾ ਅਫਸੋਸ ਸੀ। ਬੀਬੀ ਬੁਝਾਰਤਾਂ ਵਾਲਾ ਪ੍ਰੋਗਰਾਮ ਸੁਣਦੀ। ਮੈਨੂੰ ਕਈ ਵਾਰੀ ਆਖਦੀ, ਆਹ ਸੁੱਖੀ ਕੋਲ ਚੱਜ ਦੀਆਂ ਬੁਝਾਰਤਾਂ ਨਹੀਂ ਹੈ, ਕਾਪੀ ਪੈਨਸਲ ਲਿਆ, ਇਹਨੂੰ ਬਾਤਾਂ ਭੇਜ, ਮੈਂ ਲਿਖਾਉਂਦੀ ਹਾਂ। ਬੀਬੀ ਦੀ ਬੁਝਾਰਤਾਂ ਵਾਲੀ ਰੀਝ ਮੈਥੋਂ ਪੂਰੀ ਨਾ ਹੋ ਸਕੀ। ਬੀਬੀ ਮੈਨੂੰ ਆਖਦੀ, ਤੂੰ ਗੁਰਦਾਸ ਮਾਨ ਦੇ ਨਿਆਣਿਆਂ ਬਾਰੇ ਕਿਉਂ ਨਹੀਂ ਕੁਝ ਦੱਸਦੀ? ਕਿੰਨੇ ਨਿਆਣੇ ਆ? ਹੰਸ ਦੇ ਨਿਆਣਿਆਂ ਬਾਰੇ ਤਾਂ ਬੀਬੀ ਨੂੰ ਪਤਾ ਸੀ। ਬੀਬੀ ਨੂੰ ਗੁਰਦਾਸ ਮਾਨ ਦੀ ਪਤਨੀ ਉਹਦੇ ਮੁਕਾਬਲੇ ਸੋਹਣੀ ਨਾ ਲੱਗਦੀ। ਮੈਂ ਬੀਬੀ ਨੂੰ ਸਮਝਾਉਂਦੀ, ਗੁਰਦਾਸ ਦੀ ਪਤਨੀ ਉਹਦੀ ਬਹੁਤ ਹੈਲਪ ਕਰਦੀ ਹੈ। ਬੀਬੀ ਨੇ ਇੰਗਲਿਸ਼ ਦੇ ਖਾਸੇ ਹੀ ਸ਼ਬਦ ਬੋਲਣੇ ਰੰਭੇ ਹੋਏ ਸਨ। ਗੱਲ ਨੂੰ ਬੀਬੀ ਬੜੀ ਜਲਦੀ ਕੈਚ ਕਰਦੀ। ਇੱਕ ਦਿਨ ਮੈਨੂੰ ਆਖਣ ਲੱਗੀ, ਆਹ ਮਾਊਸ ਕਾਹਦੇ ਕੰਮ ਆਉਂਦਾ? ਮੈਨੂੰ ਆਖਦੀ, ਚਿੱਠੀ ਨਹੀਂ ਪਾਉਣੀ, ਈਮੇਲ ਹੀ ਕਰਦੇ। ਘਰ 'ਚ ਹੁੰਦੀਆਂ ਗੱਲਾਂ ਬੀਬੀ ਬੜੀ ਜਲਦੀ ਸਿੱਖ ਜਾਂਦੀ। ਮਾਂ ਮੇਰੀ ਨੇ ਮੈਨੂੰ ਮੋਬਾਈਲ ਲੈਣ ਵਕਤ ਸਖਤ ਹਦਾਇਤ ਕੀਤੀ, ਬੱਸਾਂ 'ਚ ਰਸਤਿਆਂ 'ਚ ਇਹਨੂੰ ਆਵਾਗਾਉਣ ਕੰਨਾਂ ਨਾਲ ਨਾ ਲਾਈ ਬੈਠੀ। ਬੇਸ਼ੱਕ ਇਹਨੂੰ ਘਰ ਛੱਡ ਜਾਇਆ ਕਰ। ਮੇਰੇ ਸ਼ਾਮ ਨੂੰ ਆਉਂਦੇ ਮੋਬਾਈਲ ਫੋਨਾਂ ਤੋਂ ਬੀਬੀ ਚਿੜ ਜਾਂਦੀ। ਬੀਬੀ ਨੂੰ ਲੱਗਦਾ ਮੈਂ ਉਹਨੂੰ ਘੱਟ ਟਾਈਮ ਦੇ ਰਹੀ ਹਾਂ। ਹੱਟੀ, ਭੱਠੀ, ਦਰਵਾਜ਼ਾ, ਇਹਨਾਂ 3 ਜਗ੍ਹਾ 'ਤੇ ਉਹ ਕੁੜੀਆਂ ਨੂੰ ਜਾਣੂ ਵਰਜਦੀ। ਜਦੋਂ ਬੰਦੇ ਦੇ ਕਰੈਕਟਰ ਦੀ ਗੱਲ ਸਮਝਾਉਣੀ ਹੁੰਦੀ ਤਾਂ ਆਖਦੀ, ਨੰਗਾ ਪੁੱਤ ਚੋਰਾਂ 'ਚ ਖੇਡੇ। ਬੀਬੀ ਨੇ ਆਖਣਾ, ਜੇ ਚੋਰੀ ਤੇ ਯਾਰੀ ਦੋ ਐਬ ਨਹੀਂ, ਜਿੱਥੇ ਮਰਜ਼ੀ ਤਣ ਜਾਓ। ਮੇਰੇ ਦੁਆਰਾ ਲਿਖੀ ਹਰ ਰਚਨਾ ਸੁਣਨ ਦੀ ਬੀਬੀ ਦੇ ਅੰਦਰ ਤਾਂਘ ਹੁੰਦੀ। ਮੈਂ 95 'ਚ ਸੱਭਿਆਚਾਰ ਨਾਲ ਸੰਬੰਧਿਤ ਖੋਜ ਭਰਪੂਰ 25 ਦੇ ਕਰੀਬ ਆਰਟੀਕਲ ਲਿਖੇ। ਟ੍ਰਿਬਿਊਨ, ਜਗਬਾਣੀ ਤੇ ਨਿੱਕੀਆਂ ਕਰੂੰਬਲਾਂ 'ਚ ਛਪੇ। ਮੇਰੀ ਵੱਡੀ ਜਾਣਕਾਰੀ ਦਾ ਸਰੋਤ ਮੇਰੀ ਮਾਂ ਹੀ ਬਣੀ। ਮੇਰੇ ਪਿੱਛੇ ਮੇਰੀ ਮਾਂ ਦਾ ਬਹੁਤ ਹੱਥ ਹੈ। ਮੈਂ ਕੁਝ ਲਿਖਿਆ ਬੀਬੀ ਨੂੰ ਨਾ ਸੁਣਾਉਂਦੀ ਤਾਂ ਉਹ ਮੇਰੇ ਨਾਲ ਨਾਰਾਜ਼ ਹੋ ਜਾਂਦੀ। ਕਿ ਮੈਂ ਕਿਤਾਬ ਨਹੀਂ ਲਿਖ ਸਕਦੀ? ਬੀਬੀ ਦੀ ਇੱਛਾ ਹੁੰਦੀ ਮੈਂ ਗੀਤ, ਗਜ਼ਲਾਂ, ਕਵਿਤਾਵਾਂ, ਅਖਬਾਰਾਂ, ਰਸਾਲਿਆਂ 'ਚੋਂ ਪੜ੍ਹ ਕੇ ਸੁਣਾਵਾਂ। ਕਿਤਾਬ ਦਾ ਲੇਖਕ ਕੌਣ ਹੈ, ਕਿੱਥੋਂ ਹੁੰਦਾ ਹੈ, ਉਹਦੇ ਬਾਰੇ ਪੂਰੀ ਜਾਣਕਾਰੀ। ਮੈਂ ਬੀਬੀ ਨੂੰ ਪਾਠ ਕਰਨ ਲਈ ਆਖਦੀ। ਬੀਬੀ ਜਵਾਬ ਦਿੰਦੀ, ਪਾਠ ਕਰਦਿਆਂ ਦੀ ਤਾਂ ਜੀਭ ਵੀ ਘਸ ਜਾਂਦੀ ਹੈ, ਮੈਂ ਨਹੀਂ ਕਰਦੀ ਪਾਠ। ਉਹਦਾ ਬੀਬੀ ਦੀ ਇੱਕ ਆਦਤ ਸੀ, ਸੌਣ ਤੋਂ ਪਹਿਲਾਂ ਰੋਜ਼ ਬੈਠ ਕੇ ਕੁਝ ਮਿੰਟ ਪਾਠ ਕਰਨਾ, ਫਿਰ ਸੌਂ ਜਾਣਾ। ਮੇਰੀ ਬੀਬੀ ਨੂੰ ਮੇਰੇ ਵਰਤ ਰੱਖਣੇ, ਟਕਵੰਜ ਕਰਨੇ ਚੰਗੇ ਨਾ ਲੱਗਦੇ। ਇੱਕ ਵਾਰੀ ਮੈਂ ਵਰਤ ਰੱਖ ਬੈਠੀ, ਬੀਬੀ ਰੋਟੀ ਖਵਾ ਕੇ ਹੀ ਹਟੀ। ਇੱਕ ਘਰ ਦੇ ਬੂਹੇ ਮੂਹਰੇ ਪੰਡਤ ਆ ਗਿਆ। ਭਵਿੱਖ ਜਾਣ ਲਓ, ਬੀਬੀ ਨੇ ਪੰਡਤ ਨਠਾਤਾ। ਮੌਤ ਤੋਂ ਵੱਧ ਨਹੀਂ ਕੁਝ ਹੋ ਸਕਦਾ, ਜਾਂ ਨੜ ਜਾਏ ਤੂੰ। ਬੀਬੀ ਆਖਦੀ, ਬਸ ਇੱਕ ਤੇ ਹੀ ਡੋਰੀ ਰੱਖੋ। ਗੁਰਦੁਆਰੇ ਤੋਂ ਬਗੈਰ ਬੀਬੀ ਮੈਨੂੰ ਕਿਸੇ ਹੋਰ ਪਾਸੇ ਭਟਕਣ ਨਾ ਦਿੰਦੀ। ਪੁੱਤ ਮਨ ਨੂੰ ਟਿਕਾ ਕੇ ਰੱਖੀਦਾ, ਜੋ ਹੋਣਾ ਹਰ ਹਾਲ 'ਚ ਹੋਣਾ। ਘਰ ਕੋਈ ਖਾਣ ਵਾਲੀ ਚੀਜ਼ ਵੱਧ ਆ ਜਾਂਦੀ, ਬੀਬੀ ਦੇ ਨੱਕ ਮੂੰਹ ਨੂੰ ਚੜ੍ਹ ਜਾਂਦੀ। ਆਂਢੀਆਂ ਗੁਆਂਢੀਆਂ ਦੇ ਵੰਡ ਕੇ ਹੀ ਸਾਹ ਲੈਂਦੀ। ਸਵਾਲ ਮਨ 'ਚ ਇਹ ਉੱਠਦਾ ਹੈ, ਬੀਬੀ 60-65 ਦੀ ਬਜਾਏ 80 ਵਰ੍ਹਿਆਂ ਦੀ ਕਿਉਂ ਲੱਗਦੀ ਸੀ? ਬੀਬੀ ਨੂੰ ਪੁੱਤ ਦਾ ਝੋਰਾ ਲੈ ਬੈਠਾ। ਮੇਰਾ ਵੱਡਾ ਭਾਜੀ ਸੁਦਾਗਰ ਸਿੰਘ ਬੀਬੀ ਦਾ ਸਭ ਤੋਂ ਪਿਆਰਾ ਪੁੱਤ ਸੀ। ਸੰਨ 2000 'ਚ ਭਾਜੀ ਦੀ ਮੌਤ ਹੋ ਗਈ। ਮੈਨੂੰ ਜ਼ਿੰਦਗੀ ਦੀ ਇਹ ਘਟਨਾ ਕਦੇ ਨਹੀਂ ਭੁੱਲੇਗੀ। ਘਰ ਦੇ ਬਾਹਰ ਭਾਜੀ ਦੀ ਸੀੜੀ ਪਈ ਸੀ। ਮਾਂ ਬਾਰ ਜਾਂਦੀ ਮੱਥਾ ਫੜ ਰਹੀ ਸੀ। ਪੁੱਤਾ ਤੂੰ ਕਿੱਥੇ ਤੁਰ ਪਿਆ? ਬੀਬੀ ਸੀੜੀ ਉਠਾਣ ਨਹੀਂ ਸੀ ਦਿੰਦੀ।
ਬੀਬੀ ਉੱਤੇ ਇਸ ਮੌਤ ਦਾ ਬਹੁਤ ਗਹਿਰਾ ਧੱਕਾ ਵੱਜਿਆ। ਬੀਬੀ ਦੇ ਖੂਨ ਦਾ ਦਬਾਅ ਜ਼ਿਆਦਾ ਹੋ ਕੇ ਅੱਖ ਦੀ ਨਾੜੀ ਫਟ ਗਈ, ਹਾਰਟ ਦਾ ਸਾਈਜ਼ ਵੱਧ ਗਿਆ। ਪਤਾ ਨਹੀਂ ਬੀਬੀ ਨੇ ਮੈਨੂੰ ਕਿੰਨੇ ਕੁ ਅਣਗਿਣਤ ਹਸਪਤਾਲ ਦਿਖਾਏ। ਮੈਂ ਬੀਬੀ ਨੂੰ ਕਦੇ ਕਿਧਰੇ ਲੈ ਕੇ ਜਾਂਦੀ, ਕਦੇ ਕਿਧਰੇ। ਬੀਬੀ ਮੇਰੀ ਸ਼ਾਮ ਸਵੇਰੇ ਘਰ ਦੇ ਬੂਹੇ ਅੱਗੇ ਬੈਠ ਜਾਂਦੀ। ਮੇਰੇ 2 ਨੰਬਰ ਵਾਲੇ ਭਰਾ ਨੇ ਗਲੀ 'ਚੋਂ ਲੰਘਣਾ ਹੁੰਦਾ ਸੀ, ਉਹਨੂੰ ਵੇਖਣ ਦੇ ਬਹਾਨੇ ਉਹਦੇ ਲੰਘਣ ਦੇ ਟਾਈਮ ਬਾਹਰ ਜਾ ਬੈਠਦੀ। ਗਰਮੀ ਅੰਤਾਂ ਦੀ ਪਈ, ਮਾਂ ਮੰਜੀ ਬਾਹਰ ਗਲੀ 'ਚ ਡਹਾਉਂਦੀ। ਜਿਵੇਂ ਜਿਵੇਂ ਤੀਵੀਆਂ ਆਉਂਦੀਆਂ ਰਹਿੰਦੀਆਂ, ਬੀਬੀ ਉਹਨਾਂ ਨੂੰ ਮੰਜੀ ਤੇ ਬਿਠਾਉਂਦੀ ਰਹਿੰਦੀ, ਆਪ ਉਹਨਾਂ ਦੇ ਕੋਲ ਹੇਠਾਂ ਬੈਠ ਜਾਂਦੀ। ਵੱਡੇ ਭਾਜੀ ਦਾ ਮੇਰੇ ਜਨਮ ਨਾਲੋਂ 13-14 ਸਾਲ ਦਾ ਵਕਫਾ ਹੈ। ਭਾਜੀ ਤੋਂ ਬਾਅਦ 2 ਭੈਣਾਂ ਦੀ 13 ਦਿਨਾਂ 'ਚ ਮੌਤ ਹੋ ਗਈ। ਕੁੜੀਆਂ ਦਾ ਇਕੱਲੇ ਤੁਰ ਜਾਣਾ ਬੀਬੀ ਨੂੰ ਬਹੁਤ ਉਦਾਸ ਕਰ ਗਿਆ। ਬੀਬੀ ਨੇ ਮੈਨੂੰ ਸੁੱਖ ਹੀ ਲਿਆ। ਸਿਰੇ ਵੀ ਬੀਬੀ ਨੇ ਮੈਨੂੰ ਅੰਤਾਂ ਦਾ ਚੜਾਇਆ ਹੋਇਆ ਸੀ। ਸਾਡੀ ਮਾਂ ਦਾ ਮੰਨਣਾ ਸੀ ਕਿ ਮੈਂ ਤੀਜੀ ਵਾਰੀ ਘਰ 'ਚ ਜਨਮ ਲਿਆ। 2 ਕੁੜੀਆਂ ਦੇ ਹਿੱਸੇ ਦਾ ਪਿਆਰ ਵੀ ਬੀਬੀ ਨੇ ਮੈਨੂੰ ਦਿੱਤਾ। ਜਿਸ ਦਿਨ ਸਾਡੇ ਘਰ ਬੇਟੀ ਗੁਰਅਮਾਨਤ ਕੌਰ ਨੇ ਜਨਮ ਲਿਆ, ਮੈਂ ਇਹ ਮਹਿਸੂਸ ਕੀਤਾ ਕਿ ਇਹ ਜ਼ਰੂਰ ਮੇਰੀ ਮਾਂ ਦੀ ਦੁਆ ਸਦਕਾ ਹੀ ਹੈ। ਮਾਂ ਮੈਨੂੰ ਇੱਕ ਪਲ ਵੀ ਆਪਣੇ ਤੋਂ ਦੂਰ ਕਰਕੇ ਰਾਜ਼ੀ ਨਹੀਂ ਸੀ। ਵੱਡਾ ਭਾਜੀ, 2 ਭੈਣਾਂ, ਬਾਪ ਹਮੇਸ਼ਾ ਲਈ ਤੁਰਦੇ ਬਣੇ। ਨੰਬਰ 2 ਵਾਲਾ ਭਰਾ ਆਪਣੇ ਘਰ ਅਲੱਗ ਰਹਿੰਦਾ ਹੈ। ਬੀਬੀ ਲਈ ਕੇਵਲ ਮੈਂ ਹੀ ਸੀ। ਮੇਰੇ ਕਾਲਜ ਤੋਂ ਆਉਣ ਦਾ ਟਾਈਮ ਹੁੰਦਾ, ਬੀਬੀ ਬੂਹੇ 'ਚ ਬੈਠ ਕੇ ਮੇਰੀ ਉਡੀਕ ਕਰਦੀ। ਕੁਝ ਮਿੰਟ ਲੇਟ ਹੋ ਜਾਂਦੀ, ਬੀਬੀ ਨੂੰ ਤੋੜਾ ਖੋਹੀ ਲੱਗ ਜਾਂਦੀ। ਮਾਂ ਆਪਣੇ ਲਈ ਮੈਂ ਅਜੇ ਤੱਕ ਛੋਟੀ ਬੱਚੀ ਸੀ। ਬੀਬੀ ਦਾ ਦਿਲ ਬਹੁਤ ਨਰਮ ਸੀ। ਘਰ ਆਏ ਗਏ ਮਹਿਮਾਨ ਦੀ ਸੇਵਾ ਕਰਨੀ ਉਹਨੂੰ ਰੱਬ ਦੀ ਬੰਦਗੀ ਕਰਨ ਦੇ ਬਰਾਬਰ ਲੱਗਦੀ। ਮੇਰੀਆਂ ਸਹੇਲੀਆਂ ਜਾਂ ਕੋਈ ਸ਼ਾਇਦ ਘਰ ਆ ਜਾਂਦਾ, ਬੀਬੀ ਉਹਦਾ ਦਿਲ ਜਿੱਤ ਲੈਂਦੀ। ਕੋਈ ਵੀ ਅਜਿਹਾ ਬੰਦਾ ਹੁੰਦਾ, ਬੀਬੀ ਜਿਹਨੂੰ ਰੋਟੀ ਖਾਧੇ ਬਗੈਰ ਘਰੋਂ ਤੁਰਨ ਦਿੰਦੀ। ਪ੍ਰਾਹੁਣਾ ਅਜੇ ਦਰਵਾਜ਼ੇ 'ਚ ਹੀ ਹੁੰਦਾ, ਬੀਬੀ ਨੂੰ ਪਹਿਲਾਂ ਹੀ ਫਿਕਰ ਲੱਗ ਜਾਂਦਾ, ਚਾਹ ਧਰ ਲਓ, ਆਹ ਬਣਾ ਲਓ, ਉਹ ਬਣਾ ਲਓ। ਸ਼ਰੀਕੇ 'ਚੋਂ ਮੇਰੀ ਭੂਆ ਮੈਨੂੰ ਮਿਲਣ ਆਇਆ ਕਰਦੀ ਹੈ। ਭਾਬੀ ਨੇ ਮੇਰੇ ਨਾਲ ਕਦੇ ਫਰਕ ਨਹੀਂ ਕੀਤਾ ਸੀ। ਉਹ ਮੇਰੀ ਭਰਜਾਈ ਨਹੀਂ, ਮੇਰੀ ਮਾਂ ਸੀ। ਮੈਨੂੰ ਨਹੀਂ ਮਹਿਸੂਸ ਹੋਇਆ ਕਿ ਮਾਂ ਤੇ ਭਰਜਾਈ 'ਚ ਕੀ ਫਰਕ ਹੁੰਦਾ। ਫਿਰ ਉਹ ਮੇਰੇ ਕੋਲ ਆ ਕੇ ਮੇਰੀ ਮਾਂ ਨੂੰ ਯਾਦ ਕਰਕੇ ਰੋਣ ਲੱਗ ਪਊਗੀ। ਤਕਰੀਬਨ ਸਾਹਿਤਕ ਖੇਤਰ ਦੇ ਜਿੰਨੇ ਕੁ ਅਦੀਬ ਮੇਰੇ ਨਾਲ ਜੁੜੇ ਹਨ, ਉਹ ਆਉਂਦੇ ਬੀਬੀ ਨੂੰ ਮਿਲਣ ਲਈ ਸਨ। ਬਲਜਿੰਦਰ ਮਾਨ, ਪੰਮਾ ਪੇਂਟਰ ਤਾਂ ਆ ਕੇ ਬੈਠਦੇ ਬੀਬੀ ਦੇ ਕੋਲ ਸੀ। ਅਕਸਰ ਸਭ ਫੋਨ ਤੇ ਵੀ ਪਹਿਲਾਂ ਬੀਬੀ ਦੀਆਂ ਹੀ ਗੱਲਾਂ ਕਰਦੇ ਸੀ। ਘਰ ਕੋਈ ਚੀਜ਼ ਬਚਦੀ ਚਾਹੇ ਨਾ ਬਚਦੀ, ਮੰਗਣ ਵਾਲੇ ਘਰੋਂ ਕੋਈ ਖਾਲੀ ਨਾ ਮੁੜਦਾ। ਇੱਕ ਦਿਨ 5-6 ਜਣੇ ਰੋਟੀਆਂ ਮੰਗਣ ਆ ਗਏ। ਬੀਬੀ ਨੇ ਆਲੂਆਂ ਵਾਲੇ ਪਰੌਂਠੇ ਜਿਵੇਂ ਘਰਦਿਆਂ ਲਈ ਬਣਾਏ ਸੀ, ਉਹਨਾਂ ਦੇ ਅੱਗੇ ਰੱਖਦੇ। ਕਿਸੇ ਨੇ ਘਰੋਂ ਚੀਜ਼ ਲਿਜਾਣੀ ਹੁੰਦੀ, ਬੀਬੀ ਕੋਲ ਹੀ ਮੰਗਣ ਲਈ ਆਉਂਦਾ। ਪਤਾ ਸੀ ਬੀਬੀ ਨੇ ਮੁੱਕਰਨਾ ਨਹੀਂ। ਬੀਬੀ ਬਾਹਰਲਾ ਦਰਵਾਜ਼ਾ ਬੰਦ ਕਰਨ ਤੋਂ ਬਹੁਤ ਖਿੱਚਦੀ। ਉਹ ਆਖਦੀ, ਵਸਦੇ ਘਰਾਂ ਦੇ ਬੂਹੇ ਖੁੱਲ੍ਹੇ ਹੀ ਚੰਗੇ ਲੱਗਦੇ ਆ। ਮੇਰੇ ਜਿਉਂਦੇ ਜੀ ਨਾ ਬੂਹਾ ਬੰਦ ਹੋਵੇ, ਨਾ ਹੀ ਘਰੋਂ ਕੋਈ ਭੁੱਖਾ ਪਿਆਸਾ ਜਾਊਗਾ। ਮੇਰੇ ਅੰਦਰ ਮੇਰੇ ਜਿਉਂਦੇ ਜੀ ਲੰਗਰ ਚੱਲਦੇ ਨੇ। ਤਾਰੋ ਸਾਰੋ, ਜਿੰਦਰੋ, ਮੀਤੋ, ਸ਼ੀਲੋ, ਮਿੰਦੋ, ਦਰਸ਼ਨੋਂ, ਬੀਬੀ ਦੀਆਂ ਸਹੇਲੀਆਂ ਵਿੱਚੋਂ ਘਰ ਕੋਈ ਨਾ ਕੋਈ ਆਈ ਰਹਿੰਦੀ। ਬੀਬੀ ਦੀ ਮੰਜੀ ਨੂੰ ਭਾਗ ਲੱਗੇ ਹੀ ਰਹਿੰਦੇ। ਹੁਣ ਬੀਬੀ ਦੀ ਮੰਜੀ ਭਾਂ ਕਰਦੀ ਹੈ। ਬੀਬੀ ਕਹਿੰਦੀ, ਚਾਹ ਧਰ ਲਓ, ਰੋਟੀ ਪਕਾ ਲਿਆਓ। ਬੀਬੀ ਦੀਆਂ ਨੂੰਹਾਂ ਕਈ ਵਾਰੀ ਖਿੱਝ ਜਾਂਦੀਆਂ। ਬੀਬੀ ਫਿਰ ਨਹੋਰਾ ਮਾਰਦੀ, ਸਾਰੀ ਉਮਰ ਇਸ ਘਰੋਂ ਕੋਈ ਖਾਲੀ ਨਹੀਂ ਗਿਆ, ਨਾ ਹੀ ਭੁੱਖਾ ਮੁੜਿਆ। ਬੀਬੀ 19 ਵਰ੍ਹਿਆਂ ਦੀ ਸੀ ਜਦੋਂ ਮੇਰੇ ਅੜਬ ਭਾਪੇ ਨਾਲ ਵਿਆਹੀ ਗਈ। ਬਾਪੂ ਮੇਰਾ ਵਲੈਤੀਏ ਦਾ ਰੱਜਿਆ ਪੁੱਜਿਆ ਪੁੱਤ ਸੀ। ਭੁੰਨੋ ਤੇ ਸੁਭਾਨਪੁਰ ਨੂੰ 21 ਬਾਜ਼ਾਰ ਵਾਲੀਆਂ ਕਲਾਂ ਨੂੰ ਲੱਗਦਾ ਸੀ। ਬੀਬੀ ਦੇ ਬਾਰੇ ਪਹਿਰੇ ਮਾਲਪੁਰ ਦਾ ਬਾਜ਼ਾਰ ਨਹੀਂ ਹੁੰਦਾ ਸੀ। ਜੇਜੋਂ ਬਾੜੀਆਂ ਦੇ ਬਾਜ਼ਾਰ ਹੀ ਮੁੱਖ ਬਾਜ਼ਾਰ ਸਨ। ਬੀਬੀ ਦਾ ਵਿਚੋਲਾ ਵੀ ਬਾੜੀਆਂ ਦਾ ਹੀ ਸੀ। ਬੀਬੀ ਦੱਸਿਆ ਕਰਦੀ, ਕੁੜਮਾਈ ਦੇ ਮਗਰੋਂ ਮੈਂ ਬਾੜੀਆਂ ਦੇ ਬਾਜ਼ਾਰ ਨਹੀਂ ਗਈ। ਨਾਨੀ ਆਖਦੀ ਸੀ, ਕੁੜੀਏ ਨੇੜੇ ਸਹੁਰੇ ਆ, ਕੋਈ ਲਾਮਾ ਨਾ ਆਏ। ਖੇਤੋਂ ਖੇਤੀ 2 ਕਿਲੋਮੀਟਰ ਦਾ ਰਸਤਾ ਨਾਨਕਿਆਂ ਦਾ ਸੀ। ਬੀਬੀ ਆਖਦੀ, ਹੁਣ ਦੀਆਂ ਮਠਿਆਈਆਂ 'ਚ ਕੋਈ ਸਵਾਦ ਨਹੀਂ ਆਉਂਦਾ। ਮੇਰੇ ਵਿਆਹ ਵੇਲੇ ਜਗਨਨਾਥ ਹਲਵਾਈ ਨੇ 7 ਤਰ੍ਹਾਂ ਦੀਆਂ ਮਠਿਆਈਆਂ ਬਣਾਈਆਂ। ਬਰਾਤ 2 ਦਿਨ ਰਹੀ। ਸਾਰਾ ਸੁਭਾਨਪੁਰ ਹੀ ਨੇੜੇ ਤੇੜੇ ਹੋਣ ਕਰਕੇ ਬਰਾਤੀ ਤੁਰ ਗਿਆ। ਕੁੜੀਏ ਹੁਣ ਤਾਂ ਬਾਲੂਸ਼ਾਹੀਆਂ ਕੋਈ ਬਣਾਉਂਦਾ ਹੀ ਨਹੀਂ, ਕੋਈ ਸਵਾਦ ਨਹੀਂ ਰਿਹਾ ਮਿੱਠੀਆਂ ਚੀਜ਼ਾਂ ਦਾ। ਨਾ ਉਹ ਦਿਨ ਰਹੇ, ਨਾ ਉਹ ਬੰਦੇ ਹੀ ਰਹੇ। ਪਿਛਲੇ ਸਮਿਆਂ 'ਚ ਗੱਡੀਆਂ ਹੁੰਦੇ ਸੀ, ਉਹਨਾਂ ਤੇ ਮੈਨੂੰ ਵਿਆਹ ਕੇ ਲਿਆਏ। ਕੁੜੀਆਂ 2 ਦਿਨ ਬਰਾਤ ਨੂੰ ਸਿੱਠਣੀਆਂ ਦੇਣੋਂ ਨਾ ਹਟੀਆਂ। ਪੈਲਸਾਂ ਦੇ ਵਿਆਹ ਦਾ ਕੁਝ ਪਤਾ ਹੀ ਨਹੀਂ ਚੱਲਦਾ, ਝਟ ਛੂ ਮੰਤਰ ਹੋ ਜਾਂਦੀਆਂ। ਜਦੋਂ ਰਾਤ ਨੂੰ ਦੋਹਾਂ ਨੂੰ ਪੀਣ ਵਾਸਤੇ ਦੁੱਧ ਦੇ ਗਲਾਸ ਦੇਣੇ, ਬੀਬੀ ਨੇ ਆਖਣਾ, ਮੇਰੇ ਗਲਾਸ 'ਚ ਥੋੜ੍ਹਾ ਦੁੱਧ ਭਾਪੇ ਆਪਣੇ ਨੂੰ ਹੋਰ ਪਾ ਦਿਓ। ਪਾਪਾ ਜੋ ਮਰਜ਼ੀ ਆਖੀ ਜਾਏ,
ਬੀਬੀ ਮੇਰੀ ਬੋਲਦੀ ਤੱਕ ਨਹੀਂ ਸੀ, ਪਰ ਮੈਨੂੰ ਇਹ ਸਭ ਚੰਗਾ ਨਹੀਂ ਲੱਗਦਾ ਸੀ। ਮੇਰੇ ਮਨ 'ਚ ਇਹ ਗੱਲ ਘਰ ਕਰ ਗਈ ਕਿ ਮਰਦ ਚੰਗੇ ਨਹੀਂ। ਦੋਹਾਂ ਦੇ ਵਤੀਰੇ ਨੂੰ ਵੇਖ ਵੇਖ ਕੇ ਮੈਂ ਬਹੁਤ ਅੜਬ ਸੁਭਾਅ ਦੀ ਬਣ ਗਈ। ਸਾਡੇ ਘਰ ਨੂੰ ਕਿਸੇ ਨੇ ਬੰਨ੍ਹਿਆ ਹੋਇਆ ਸੀ, ਉਹ ਬੀਬੀ ਕਰਕੇ ਹੀ ਸੀ। ਉਹ ਕਿਸੇ ਨੂੰ ਮਾੜਾ ਨਹੀਂ ਸੀ ਬੋਲਦੀ। ਤੜਕੇ ਉੱਠ ਕੇ ਬੀਬੀ ਮੇਰੇ ਪਾਪੇ ਲਈ ਰੋਟੀ ਪਕਾਉਂਦੀ, ਕੱਪੜੇ ਧੋ ਕੇ ਰੱਖਦੀ, ਪਾਪੇ ਦੇ ਸਾਰੇ ਕੰਮ ਕਾਰ ਕਰਦੀ। ਪਾਪਾ ਮੇਰਾ ਬਿਜਲੀ ਮਹਿਕਮੇ 'ਚ ਕੰਮ ਕਰਦਾ ਸੀ। ਬੀਬੀ ਮੈਨੂੰ ਨਾਲ ਲੈ ਕੇ ਪਿੰਡ ਹੀ ਜਾਂਦੀ। ਰਿਟਾਇਰਮੈਂਟ ਤੋਂ ਬਾਅਦ ਬੀਬੀ ਪਾਪਾ 10 ਸਾਲ ਇਕੱਠੇ ਰਹੇ। ਪਿੰਡ ਦੇ ਲੋਕਾਂ ਨਾਲ ਸਾਂਝ ਆਪਣਾ ਮੇਰੀ ਬੀਬੀ ਦੀ ਨਿਮਰਤਾ ਭਰੇ ਸੁਭਾਅ ਕਰਕੇ ਹੀ ਤਾਂ ਹੈ। ਮੈਂ ਤਾਂ ਇੱਕ ਸਿੱਕਾ ਕੱਢਿਆ ਕਰਦੀ ਹਾਂ, ਬਾਪੂ ਮੇਰਾ ਭਰੇ ਸੁਭਾਅ ਕਰਕੇ ਹੀ ਤਾਂ ਹੈ। ਮੈਂ ਤਾਂ ਇਹ ਸਿੱਟਾ ਕੱਢਿਆ ਕਰਦੀ ਹਾਂ ਕਿ ਬਾਪੂ ਮੇਰਾ ਜ਼ਿਆਦਾ ਸੋਹਣਾ ਸੀ। ਪਾਪੇ ਦੇ ਸਾਹਮਣੇ ਬੀਬੀ ਪਾਸਕ ਵੀ ਨਹੀਂ ਸੀ ਸ਼ਕਲੋਂ ਸੂਰਤੋਂ। ਸੋ ਪਾਪੇ ਨੂੰ ਹੋ ਸਕਦਾ ਹੈ ਇਹ ਚੀਜ਼ ਅੰਦਰੋਂ ਅੰਦਰ ਵੱਡ ਖਾਂਦੀ ਹੋਵੇ। ਮੇਰਾ ਤੇ ਮੇਰੇ ਭਰਾਵਾਂ ਦਾ ਝੁਕਾਅ ਬੀਬੀ ਵੱਲ ਹੀ ਰਿਹਾ। ਸਾਡੇ ਤਿੰਨਾਂ 'ਚੋਂ ਪਾਪੇ ਵੱਲ ਕੋਈ ਵੀ ਨਾ ਗਿਆ। ਬੀਬੀ ਦੀ ਗੱਲ ਕਦੇ ਕੋਈ ਟਾਲਦਾ ਹੀ ਨਹੀਂ ਸੀ ਤੇ ਪਾਪੇ ਦੀ ਕੋਈ ਮੰਨਣ ਲਈ ਤਿਆਰ ਨਹੀਂ ਸੀ। ਉਹਦੀ ਅੜਬਾਈ ਅੱਗੇ ਬੀਬੀ ਦੇ ਪਿਆਰ ਦੇ ਖਿੱਚੇ ਉਹਦੇ ਵੱਲ ਆਉਂਦੇ। ਇੱਕ ਵਾਰੀ ਮੈਂ ਆਪਣੀ ਮਾਂ ਨੂੰ ਪੁੱਛਿਆ, ਸਾਡੇ ਤਿੰਨਾਂ 'ਚੋਂ ਵੱਧ ਪਿਆਰਾ ਕੌਣ ਹੈ? ਬੀਬੀ ਨੇ ਜਵਾਬ ਦਿੱਤਾ, ਮੈਂ ਚਾਹੁੰਦੀ ਹਾਂ ਮੇਰੀ ਮਾਂ ਮੇਰੇ ਵੱਲ ਇਸ਼ਾਰਾ ਕਰੇਗੀ। ਕਹਿੰਦੇ ਪੁੱਤ ਕੁ ਪੁੱਤ ਹੋ ਜਾਂਦੇ ਆ, ਮਾਪੇ ਕੋ ਮਾਪੇ ਨਹੀਂ ਹੁੰਦੇ। ਮਾਂ ਮੇਰੀ ਨੇ ਆਪਣੇ ਪੁੱਤ ਦੇ ਵਿਰਲਾਪ 'ਚ ਦੋਵੇਂ ਅੱਖਾਂ ਗਵਾ ਲਈਆਂ। ਪੁੱਤ ਮੈਨੂੰ ਕਿਸੇ ਦਾ ਮੂੰਹ ਨਹੀਂ ਦਿਸਦਾ, ਬਸ ਬੁੱਤ ਜਿਹੇ ਦਿਸਦੇ। ਮੈਂ ਬਾਬਾ ਫਰੀਦ ਦੇ ਸ਼ਲੋਕ ਪੜ੍ਹਾਉਂਦੀ, ਬੁਢਾਪੇ ਦੀ ਤੁਲਨਾ ਬੜੀ ਵਧੀਆ ਕਰਦੀ। ਮੇਰੀਆਂ ਅੱਖਾਂ ਅੱਗੇ ਬੇਬੇ ਦਾ ਚਿਹਰਾ ਘੁੰਮਦਾ ਰਹਿੰਦਾ। ਮੈਨੂੰ ਬਹੁਤ ਵਾਰੀ ਤਰਸ ਆਉਂਦਾ ਮੈਂ ਆਪਣੀ ਮਾਂ ਲਈ ਕੁਝ ਨਾ ਕਰ ਸਕੀ। ਡੱਬੂ ਕੁੱਤਾ ਸਾਡੀ ਗਲੀ ਦੀ ਰਖਵਾਲੀ ਕਰਦਾ ਸੀ। ਸਭ ਤੋਂ ਪਹਿਲਾਂ ਉਹਨੇ ਮਾਂ ਦੇ ਪੈਰਾਂ ਨੂੰ ਚੱਟਣ ਲੱਗ ਪੈਣਾ। ਬੀਬੀ ਨੇ ਆਮਲ 'ਚ ਉਹਨੂੰ ਮੱਖਣ ਮਲਾਈ ਨਾਲ ਰੋਟੀ ਖਾਣੀ ਗਜਾਈ ਹੋਈ ਸੀ। ਕਦੇ ਡੱਬੂ ਨੇ ਬੇਹੀ ਰੋਟੀ ਨਾ ਖਾਣੀ। ਬੀਬੀ ਨੇ ਆਖਣਾ, ਇਹਨੂੰ 2 ਰੋਟੀਆਂ ਗੈਸ 'ਤੇ ਲਾ ਦਿਓ। ਬੀਬੀ ਜਦੋਂ ਮੰਜੇ 'ਤੇ ਬੈਠ ਗਈ, ਬਸ ਹੁਕਮ ਦੇਣ ਜੋਗੀ ਰਹਿ ਗਈ। ਬੀਬੀ ਨੂੰ ਹੁੰਦਾ ਸੀ ਸਾਰੇ ਕੰਮ ਵੇਲੇ ਸਿਰ ਕਰ ਲਓ। ਬੀਬੀ ਸਾਜਰੇ ਕੰਮ ਬਾਰੇ ਅਖਾਣ ਪਾਉਂਦੀ, ਨੂੰਹ ਦਾ ਢੋਂਕਾ, ਸੱਸ ਦਾ ਚੌਂਕਾ। ਬੀਬੀ ਦੀ ਸੁਰਤ ਹਰ ਵੇਲੇ ਪਸ਼ੂਆਂ 'ਚ ਲੱਗੀ ਰਹਿੰਦੀ। ਉਹ ਪਸ਼ੂਆਂ ਨੂੰ ਨਿਆਣਿਆਂ ਤੋਂ ਵੀ ਵੱਧ ਪਿਆਰ ਕਰਦੀ। ਧੁੱਪਿਓਂ ਛਾਵੇਂ ਕਰ ਆਓ, ਹਰੇ ਪੱਠੇ ਪਾਓ, ਗਰਮੀ ਦਾ ਮਹੀਨਾ ਉਹਨੂੰ ਨਹਾ ਦਿਓ, ਤੂੜੀ ਛਾਣ ਕੇ ਪਾਓ, ਰੀਣ ਅੰਦਰ ਚਲੀ ਗਈ ਨੁਕਸਾਨ ਪਹੁੰਚਾਓ। ਨਿਆਣੇ ਗੱਲ ਅਣਸੁਣੀ ਕਰ ਜਾਂਦੇ। ਪੱਠੇ ਖੁਰਲੀਆਂ 'ਚ ਫਰੋਲੋ ਨਾ, ਸੱਪ ਸਪੋਲੀਆ ਵੜ ਜਾਂਦਾ ਹੈ। ਇਹਨਾਂ ਦੀਆਂ ਖੁਰਲੀਆਂ ਸਾਫ਼ ਰੱਖੋ। ਇਹ ਭਾਵੇਂ ਬੋਲ ਨਹੀਂ ਸਕਦੇ ਪਰ ਸਮਝਦੇ ਆ, ਇਹਨਾਂ ਨਾਲ ਪਾਪ ਨਾ ਕਰੋ। ਬੀਬੀ ਨੇ ਸਾਰੀ ਉਮਰ ਮੱਝਾਂ ਰੱਖੀਆਂ। ਗਾਈਆਂ ਦਾ ਦੁੱਧ ਉਹਨੂੰ ਸਵਾਦ ਨਾ ਲੱਗਦਾ। ਉਹ ਆਖਦੀ, ਸਾਡੀਆਂ ਗਾਈਆਂ ਦੇ ਕੇ ਇੱਕ ਚੱਜ ਦੀ ਮੱਝ ਖਰੀਦ ਲਿਆਓ ਜੇ ਮੇਰੀਆਂ ਚੱਲਦੀਆਂ ਹੋਣ। ਜੇਠ ਹਾੜ ਦੀਆਂ ਧੁੱਪਾਂ ਪੈ ਰਹੀਆਂ ਸੀ। ਖੇਤਾਂ 'ਚ ਹਰੇ ਪੱਠੇ ਬੀਜਣੋਂ ਖੁੰਝ ਗਏ। ਬੀਬੀ ਸਬਜ਼ੀ ਵਾਲੇ ਤੋਂ ਤਰਾਂ ਖੀਰੇ ਲੈ ਕੇ ਹਰੀਆਂ ਪਾਉਣੀਆਂ ਸ਼ੁਰੂ ਕਰ ਦਿੰਦੀ। ਭਾਈਆ ਸਬਜ਼ੀ ਵਾਲਾ ਰੋਜ਼ ਦਰਾਂ ਅੱਗੇ ਆ ਕੇ ਖੜ ਜਾਇਆ ਕਰੇ। ਪਤਾ ਸੀ ਬੀਬੀ ਨੇ ਲੰਘਣ ਨਹੀਂ ਦੇਣਾ। ਬੀਬੀ ਮੇਰੀ ਨਾ ਤਾਂ ਚੱਜ ਨਾਲ ਪੱਠੇ ਵੱਢਣੇ ਆਏ, ਨਾ ਗੋਡੀ ਕਰਨੀ ਆਈ। ਉਹਨੇ ਆਖਣਾ, ਧੀਏ ਮੇਰੇ ਕੋਲੋਂ ਤਾਂ 8-10 ਬੂਟੇ ਮਿਰਚਾਂ ਤੇ ਗੋਡੀ ਕਰਦੀ ਤੋਂ ਵੱਢ ਹੋ ਗਏ। ਬੀਬੀ ਬਹੁਤ ਸਚਿਆਰੀ ਸੀ। ਚੁੱਲ੍ਹਾ ਚੌਂਕਾ ਸਵਾਰ ਕੇ ਰੱਖਣਾ ਉਹਨੂੰ ਚੰਗਾ ਲੱਗਦਾ ਸੀ। ਉਹਨੇ ਨਾਲ ਖਿਜੀ ਜਾਣਾ, ਨਾਲ ਝੱਟ ਗੋਲੂ ਕਰਕੇ ਫਿਰ ਚੁੱਲ੍ਹਾ ਨਵਾਂ ਨਕੋਰ ਬਣਾ ਦੇਣਾ। ਮਾਂ ਦੇ ਹੱਥਾਂ 'ਚ ਤਾਂ ਜਾਦੂ ਸੀ, ਜਾਦੂ। ਸੀਣਾ ਪਰਾਉਣਾ ਉਹਦੀ ਰੂਹ 'ਚ ਵਸਿਆ ਹੋਇਆ ਸੀ। ਜਦੋਂ ਅਸੀਂ ਸੁਰਤ ਸੰਭਾਲੀ, ਕੁਝ ਬੁੜੇ ਕਦੀ ਆਪਣਾ ਝੱਗਾ ਚੁੱਕ ਲਿਆਉਂਦੇ, ਕਦੇ ਜਾਂਘੀਆ, ਕਦੇ ਕੁੜਤਾ ਪਜਾਮਾ। ਤੀਵੀਆਂ ਵੀ ਟਾਕੀ ਲਵਾਉਣ ਤੁਰੀਆਂ ਹੀ ਰਹਿੰਦੀਆਂ। ਮਾਂ ਨਿਰਸਵਾਰਥ ਲੋਕਾਂ ਦੇ ਆਪਣੇ ਕੰਮ ਸਵਾਰਦੀ ਰਹਿੰਦੀ। ਕੋਈ ਗੁਆਂਢੀ ਆਖਦਾ, ਭਜਨੋਂ ਮੰਜਾ ਨਹੀਂ ਬੁਣਨਾ ਆਉਂਦਾ, ਉਹਦਾ ਮੁੱਢ ਧਰ ਜਾ। ਕੋਈ ਹੁਣ ਵੀ ਕੰਮ ਕਰਵਾਉਣ ਆ ਜਾਂਦਾ, ਜਿੰਨੀ ਦੇਰ ਅਗਲੇ ਦਾ ਅਸੀਂ ਕੰਮ ਕਰ ਨਾ ਦੇਣਾ, ਬੀਬੀ ਨੇ ਸਾਨੂੰ ਬੈਠਣ ਨਾ ਦੇਣਾ। ਪੁੱਤ ਕੋਈ ਗੱਲ ਨਹੀਂ, ਗਲੀ ਗੁਆਂਢ ਹੈ, ਘਸੜ ਨਹੀਂ ਲੱਗੇ। ਕੱਲ ਯੁੱਗ 'ਚ ਬੀਬੀ ਨੂੰ ਪਤਾ ਨਹੀਂ ਕਿਉਂ ਸਤਯੁਗੀ ਆਦਤਾਂ ਨੇ ਘੇਰਿਆ। ਕੋਈ ਗੱਲ ਪਰਦੇ ਦੀ ਹੁੰਦੀ, ਬੀਬੀ ਨੂੰ ਸਮਝਾਉਂਦੇ ਫਲਾਣੀ ਗੱਲ ਕਰਨੀ ਨਹੀਂ। ਕਿਸੇ ਨਾਲ ਬੀਬੀ ਦੇ ਅੰਦਰ ਕੋਈ ਮੇਲ ਨਹੀਂ ਸੀ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਬੀਬੀ ਅਗਲੇ ਨੂੰ ਸਹੀ ਗੱਲ ਦੱਸ ਦਿੰਦੀ। ਬਸ ਕੋਈ ਗੱਲ ਆ ਕੇ ਬੈਠ ਗਿਆ, ਬੀਬੀ ਲਈ ਉਹ ਸਿਰਫ ਤੇ ਸਿਰਫ ਆਪਣਾ ਹੀ ਹੋ ਜਾਂਦਾ ਸੀ। ਰੰਗ ਬਿਰੰਗੀਆਂ ਲੀਰਾਂ ਦੇ ਬਿੰਨੇ, ਪੱਖੇ, ਪੱਖੀਆਂ ਬੀਬੀ ਨੇ ਬਣਾ ਰੱਖੇ ਸੀ। ਬੀਬੀ ਨੇ ਵੱਡਾ ਪੱਖਾ 8 ਕਲੀਆਂ ਪਾ ਕੇ ਬਹੁਤ ਹੀ ਬਰੀਕੀ ਨਾਲ ਬੁਣਿਆ ਹੋਇਆ ਸੀ। ਮੈਂ ਬੀਬੀ ਦੇ ਹੱਥਾਂ ਦੇ ਜਾਦੂ ਨੂੰ ਸੰਭਾਲ ਰੱਖਦੀ ਹਾਂ। ਬੀਬੀ ਦੱਸਦੀ ਹੈ ਕਿ ਸੰਦੂਕ ਸਾਲੂ, ਫੁਲਕਾਰੀਆਂ
ਮੇਰੇ ਜ਼ਮਾਨੇ ਤੋਂ ਪਹਿਲਾਂ ਖਤਮ ਹੋ ਚੁੱਕੇ ਸੀ। ਬੀਬੀ ਆਖਦੀ ਹੁਣ ਤਾਂ ਵਹੁਟੀਆਂ ਸਿਖਰ ਦੁਪਹਿਰੇ ਉੱਠਦੀਆਂ, ਤੜਕੇ 4 ਵਜੇ ਉੱਠੀਂਦਾ ਸੀ। ਭੱਜਾਂ ਚੋਣੀਆਂ, ਧਾਰਾਂ ਰਿੜਕਣੀਆਂ, ਸੂਰਜ ਚੜ੍ਹਨ ਤੱਕ ਸਾਰੇ ਕੰਮ ਮੁਕਾ ਕੇ ਚਰਖਾ ਡਾਹ ਲੈਣਾ। ਹੁਣ ਤਾਂ ਹਰ ਚੀਜ਼ ਬਿਜਲੀਆਂ ਨਾਲ ਚੱਲਣ ਲੱਗ ਪਈ। ਮੈਨੂੰ ਕੁੱਕਰ ਦੀ ਗਾਰਾ ਜਿਹੀ ਦਾਲ ਬਣਾ ਕੇ ਨਾ ਦਿਓ। ਮੱਠੀ ਮੱਠੀ ਅੱਗ ਸਵੇਰ ਤੋਂ ਸ਼ਾਮ ਤੱਕ ਰਿੱਝੇ, ਮੂੰਹ ਨਹੀਂ ਲਾਉਂਦੀ। ਬੀਬੀ ਕਿਸੇ ਦੀ ਬਣਾਈ ਦਾਲ ਸਬਜ਼ੀ ਤੱਕ ਨੱਕ ਥੱਲੇ ਨਾ ਕਰਦੀ। ਬੀਬੀ ਨੂੰ ਬਦਲਦੇ ਜ਼ਮਾਨੇ ਨਾਲ ਚੀਜ਼ਾਂ ਦੇ ਪੁਰਾਣੇ ਸਵਾਦ ਨਹੀਂ ਲੱਭਦੇ ਸੀ, ਪਿਛਲੀਆਂ ਚੀਜ਼ਾਂ ਲੱਭਦੀ। ਪਰ ਹੁਣ ਤਾਂ ਵਾਕਈ ਦਵਾਈਆਂ ਤੇ ਖਾਦਾਂ ਕਰਕੇ ਚੀਜ਼ਾਂ ਦੇ ਉਹ ਸਵਾਦ ਹੀ ਨਹੀਂ ਸੀ ਰਹੇ। ਮਾਂ ਬਹੁਤ ਸਚਿਆਰੀ ਸੀ। ਆਟੇ ਦਾ ਪੀਣ ਬਣਾਉਂਦੇ ਸਮੇਂ ਛੱਜ ਨਾਲ ਛੱਟਦੀ, ਇੰਨਾ ਸੋਹਣਾ ਹੱਥ ਮਾਰਦੀ, ਘੁੰਡੀਆਂ ਅਲੱਗ ਹੋ ਜਾਂਦੀਆਂ, ਦਾਣੇ ਝੱਟ ਅਲੱਗ ਹੋ ਜਾਂਦੇ। ਮੈਂ ਬੀਬੀ ਨੂੰ ਵੇਖਣ ਲਈ ਛੱਜ ਮੂਹਰੇ ਬੈਠ ਜਾਣਾ। ਬੀਬੀ ਨੇ ਝਿੜਕ ਕੇ ਪਰੇ ਬਹਾ ਦੇਣਾ। ਬੀਬੀ ਦਾ ਝੱਟ ਰੋੜ ਕੰਕਰ ਅਲੱਗ ਕਰਨ ਦਾ ਤਰੀਕਾ ਮੈਨੂੰ ਬਹੁਤ ਚੰਗਾ ਲੱਗਦਾ। ਗਲੀ 'ਚ ਕੋਈ ਤੁਰਿਆ ਜਾਂਦਾ ਹੁੰਦਾ, ਉਹਨੇ ਅਗਲੇ ਨੂੰ ਆਵਾਜ਼ ਹੀ ਮਾਰੀ ਜਾਣੀ। ਕਦੇ ਕਦੇ ਮੇਰਾ ਮਨ ਕਰਦਾ ਉਹਨੂੰ ਚਾਹ ਵਾਲੀ ਬੇਬੇ ਦਾ ਨਾਂ ਦੇ ਦੇਵਾਂ। ਉਹ ਚਾਹ ਕਾੜ ਕਾੜ ਕੇ ਬਣਾਉਂਦੀ ਸੀ, ਸਵਾਦ ਸੀ ਤੇ ਪੀਂਦੀ ਵੀ ਤੱਤੀ ਤੱਤੀ ਸੀ। ਕਿਸੇ ਪ੍ਰਾਹੁਣੇ ਅੱਗੇ ਜਰਾ ਕੱਪ ਰੱਖ ਆਉਣਾ, ਊਣਾ ਜਿਹਾ, ਆ ਕੇ ਸ਼ਹਿਰੀਆਂ ਵਾਲਾ ਕੱਪ ਕਰਦੀਆਂ, ਘੁੱਟ ਹੋਰ ਚਾਹ ਪਾਓ। ਉਹਨੇ ਆਪਣੀ ਚਾਹ ਦੀ ਵੀ ਅਗਲੇ ਦੇ ਕੱਪ 'ਚੋਂ ਉਲੱਦ ਦੇਣੀ। ਉਹਦੀਆਂ ਬਹੁਤ ਮੁਕਾਣਾਂ ਆਈਆਂ। ਪਿੰਡ ਦੀਆਂ ਕੁੜੀਆਂ ਆਉਂਦੀਆਂ ਹੀ ਉਹਦੀਆਂ ਸਿਫਤਾਂ ਸ਼ੁਰੂ ਕਰ ਦਿੰਦੀਆਂ। ਚਾਚੀ ਨੇ ਸਾਨੂੰ ਧੀਆਂ ਵਾਂਗ ਕੱਢਣਾ ਬੁਣਨਾ ਸਿਖਾਇਆ। ਚਾਚੀ ਨਾਲ ਕਈ ਕਈ ਦਿਨ ਨਾਨਕੇ ਚਲੇ ਜਾਂਦੀਆਂ, ਘਰੋਂ ਲੜ ਕੇ ਚਾਚੀ ਨਾਲ ਹੀ ਸੁੱਤੀਆਂ ਰਹਿਣਾ। ਫਿਰ ਉਹ ਮੇਰੀ ਉਹਦੇ ਕਈ ਦੇਰ ਕੀਰਨੇ ਪਾਉਂਦੀਆਂ। ਕੋਈ ਪ੍ਰਾਹੁਣਾ ਜਾਣ ਨੂੰ ਕਾਹਲਾ ਹੁੰਦਾ, ਉਹਨੇ ਅੱਧ ਪਚੱਦੀ ਰਿੱਝੀ ਦਾਲ ਨਾਲ ਹੀ ਅਗਲੇ ਨੂੰ ਝੱਟ ਜੱਫਾ ਪਾ ਲੈਣਾ। ਅਗਲੇ ਨੂੰ ਖੁਆ ਕੇ ਤੁੰਨ ਕਰ ਦੇਣਾ। ਘਰ ਆਏ ਪ੍ਰਾਹੁਣੇ ਦੇ ਝੋਲੇ 'ਚ ਕੁਝ ਨਾ ਕੁਝ ਪਾ ਕੇ ਹੀ ਤੋਰਨਾ। ਜੋ ਵੀ ਬੀਬੀ ਦੇ ਅਫਸੋਸ ਤੇ ਆਇਆ, ਬੀਬੀ ਦੇ ਪਿਲਾਉਣ ਦੀ ਗੱਲ ਰੋਜ਼ ਦਰੀ ਤੇ ਚਰਚਾ ਦਾ ਵਿਸ਼ਾ ਬਣੀ ਰਹੀ। ਉਹਦੇ ਪੇਕਿਆਂ ਦਾ ਕੁੱਤਾ ਵੀ ਉਹਦੇ ਘਰ ਮੂਹਰਿਓਂ ਖਾਲੀ ਨਾ ਲੰਘ ਸਕਦਾ। ਮਾਂ ਦੇ ਪੇਕੀ ਕਿਸੇ ਵੀ ਜ਼ਾਤ ਦਾ ਬੰਦਾ ਮਰਦਾ, ਉਹਦੀ ਮਕਾਨ ਜ਼ਰੂਰ ਜਾਂਦੀ। ਪੂਰਾ ਨਾਨਕਾ ਪਿੰਡ ਆਪੇ ਹੀ ਬੀਬੀ ਦੀ ਮਕਾਨ ਲੈ ਕੇ ਢੁੱਕਿਆ। ਕਿਸੇ ਦਾ ਕੁੜੀ ਮੁੰਡਾ ਬੀਬੀ ਨੂੰ ਕੁਆਰਾ ਦਿਸ ਪੈਂਦਾ, ਉਹ ਸਾਕਸ਼ ਕਿਰੀ 'ਚ ਨਿਗਾਹ ਮਾਰਦੀ, ਕਿੱਧਰ ਰਿਸ਼ਤਾ ਜੋੜਨਾ। ਬੀਬੀ ਨੇ ਵਿਚੋਲਗਿਰੀ ਸਾਰੀ ਉਮਰ ਨਹੀਂ ਛੱਡੀ। ਜ਼ਮਾਨੇ ਚੰਗੇ ਸੀ, ਉਹਦੀ ਗੱਲ ਮੰਨ ਕੇ ਲੋਕ ਰਿਸ਼ਤੇ ਕਰ ਵੀ ਦਿੰਦੇ ਸੀ। ਅਸੀਂ ਰੋਕਦੇ ਇਹਨਾਂ ਕੰਮਾਂ 'ਚ ਨਹੀਂ ਪੈਣਾ। ਕੋਈ ਗੱਲ ਨਹੀਂ ਪੁੱਤ, ਕਿਸੇ ਦਾ ਘਰ ਵਸ ਜਾਊ। ਮੈਂ ਸੱਸਾਂ ਦੇ ਬਹੁਤ ਡਾਢੇ ਰੂਪ ਵੇਖੇ ਹਨ, ਪਰ ਮੇਰੀ ਬੀਬੀ ਆਪਣੀਆਂ ਨੂੰਹਾਂ ਤੋਂ ਡਰਦੀ ਸੀ। ਅੱਧੀ ਕਰਨ ਭਾਵੇਂ ਸਾਰੀ ਕਰਨ। ਮੈਂ ਕਈ ਵਾਰ ਗੱਲ ਨੋਟ ਕਰਦੀ। ਮੇਰੀ ਮਾਂ ਉਹਨੂੰ ਨੂੰਹ ਨੂੰ ਜੀ ਕਹਿ ਕੇ ਬੁਲਾਉਂਦੀ, ਉਹਨੂੰ ਤੁਸੀਂ ਆਖਦੀ। ਕਈ ਛੋਟੀਆਂ ਨੂੰ ਤੂੰ ਦੀ ਜਗ੍ਹਾ ਤੁਸੀਂ ਬੁਲਾਉਂਦੀ। ਮੈਨੂੰ ਸਭ ਤੋਂ ਚੋਰੀ ਆਖਦੀ, ਘਰ ਸਮਾਨ ਜ਼ਿਆਦਾ ਲਿਆਇਆ ਕਰ, ਨਿਆਣਿਆਂ ਨੂੰ ਕੋਈ ਤੰਗੀ ਨਾ ਹੋਵੇ। ਲੋਕੀ ਕੀ ਕਹਿਣਗੇ, ਇਹਨਾਂ ਦਾ ਪੁੱਤ ਮਰ ਗਿਆ। ਪੁੱਤ ਅਸੀਂ ਨਿਆਣੇ ਥੋੜ੍ਹਾ ਰੋਲਨੇ ਆ। ਮੰਜੇ ਤੇ ਬੈਠੀ ਕੋਈ ਨਾ ਕੋਈ ਕੰਮ ਕਰਦੀ ਰਹਿੰਦੀ। ਦੁਪਹਿਰੇ ਬੀਬੀ ਨੇ ਰਾਤ ਦੀ ਸਬਜ਼ੀ ਦਾ ਸਮਾਨ ਤਿਆਰ ਕਰਨ ਲੱਗ ਪੈਣਾ। ਉਹਦੇ ਮਨ 'ਚ ਰੱਤੀ ਭਰ ਵੀ ਹੇਰ ਫੇਰ ਨਹੀਂ ਸੀ। ਉਹਦੇ ਅੰਦਰ ਕਿਸੇ ਚੀਜ਼ ਪ੍ਰਤੀ ਨਾ ਹੀ ਲਾਲਚ ਉਪਜਦਾ, ਜਿੰਨੇ ਜੋਗੀ ਸੀ ਲੋਕਾਂ ਦੇ ਕੰਮ ਸਵਾਰਦੀ। ਬੀਬੀ ਦੀ ਇੱਕ ਧਰਮ ਦੀ ਮਾਂ ਬਣੀ ਹੋਈ ਸਾਰੋ ਤਾਈ। ਉਹ ਕਈ ਦਿਨ ਘਰੋਂ ਬਾਹਰ ਰਹੀ, ਭੋਗ ਦੇ ਮਗਰੋਂ ਆਈ, ਕੀਰਨੇ ਪਾਣੋਂ ਨਾ ਹਟੇ। ਮੈਂ ਬੜਾ ਸਮਝਾਇਆ, ਤਾਈ ਰੋ ਨਾ, ਆਪਣਾ ਖਿਆਲ ਕਰੋ, ਗਏ ਕਦੀ ਵਾਪਸ ਨਹੀਂ ਮੁੜਦੇ। ਜਿਹੜਾ ਵੀ ਘਰ ਆਉਂਦਾ, ਕੌਲੇ ਦੇ ਕੋਲ ਬੀਬੀ ਦਾ ਖਾਲੀ ਪਈ ਮੇਜ਼ ਵੇਖ ਹੌਕੇ ਭਰਦਾ। ਬੀਬੀ ਦੀ ਧਰਮ ਭੈਣ ਤਾਰੋ ਕਈ ਦਿਨ ਉਹਦੇ ਵਿਯੋਗ 'ਚ ਮੰਜਿਓ ਨਾ ਉੱਠੀ। ਮਾਂ ਦੇ ਮਰਨ ਤੋਂ ਪਹਿਲਾਂ ਉਹ ਬੀਬੀ ਨਾਲ ਨਾਰਾਜ਼ ਹੋ ਗਈ। ਬੀਬੀ ਕਈ ਦਿਨ ਨਾ ਆਪਣੀ ਭੈਣ ਦੇ ਗਈ, ਨਾ ਉਹ ਆਈ। ਇੱਕ ਦਿਨ ਤਾਰੋ ਦਾ ਫੋਨ ਆਇਆ, ਉਹ ਉੱਚੀ ਉੱਚੀ ਰੋਵੇ। ਬੀਬੀ ਨੇ ਝੱਟ ਫੋਨ ਸੁਣ ਕੇ ਡੋਲੂ 'ਚ ਅੰਬ ਪਾਏ, ਝੱਟ ਤਾਰੋ ਨੂੰ ਮਨਾਉਣ ਚੱਲ ਗਈ। ਮਾਂ ਤੁਰਨ ਤੋਂ ਅਸਮਰਥ ਸੀ, ਪਰ ਮਰਨ ਤੋਂ ਇੱਕ ਦਿਨ ਪਹਿਲਾਂ ਤਾਰੋ ਨੂੰ ਸੁੱਕੀਆਂ ਸੇਵੀਆਂ ਡੋਲੂ 'ਚ ਪਾ ਕੇ ਦੇ ਆਈ। ਜਿੱਦਣ ਉਹਦਾ ਮਨ ਜ਼ਿਆਦਾ ਉਦਾਸ ਹੋ ਜਾਂਦਾ, ਨਿਆਣਿਆਂ ਨੂੰ ਆਖਿਆ ਕਰਦੀ, ਮੈਨੂੰ ਸਾਈਕਲ ਤੇ ਬਿਠਾ ਕੇ ਤਾਰੋ ਦੇ ਛੱਡ ਆਓ। 4 ਕਦਮ ਬੀਬੀ ਕੋਲੋਂ ਤੁਰੇ ਨਾ ਜਾਂਦੇ, ਸਾਹ ਉਖੜਦਾ, ਧੜਕਣ ਵੱਧ ਜਾਂਦੀ। ਬੀਬੀ ਨੂੰ ਅੰਦਰੀ ਰੋਗਾਂ ਨੇ ਖਾ ਲਿਆ ਸੀ। ਆਂਢੀਆਂ ਗੁਆਂਢੀਆਂ ਦੇ ਨਿਆਣੇ ਬੀਬੀ ਦੇ ਲਾਗੇ ਆ ਕੇ ਬੈਠੇ ਰਹਿੰਦੇ। ਕਦੇ ਬੀਬੀ ਉਹਨਾਂ ਕੋਲੋਂ ਅਖਬਾਰ ਸੁਣਦੀ, ਛੋਟੇ ਛੋਟੇ ਕੰਮਾਂ ਨੂੰ ਆਖਦੀ ਰਹਿੰਦੀ। ਬੀਬੀ ਖਾਣ ਪੀਣ ਵੇਲੇ ਉਹਨਾਂ ਨਾਲ ਵਿਤਕਰਾ ਨਾ ਕਰਦੀ। ਲਾਲਚ ਨੂੰ ਨਿਆਣੇ ਵੀ ਬੀਬੀ ਦਾ ਕਹਿਣਾ ਮੰਨਦੇ ਰਹਿੰਦੇ। ਬੀਬੀ ਦੇ ਅੰਦਰ ਅਖਾਣਾਂ ਮੁਹਾਵਰਿਆਂ ਦਾ ਅਥਾਹ ਸਮੁੰਦਰ ਸੀ। ਉਹ ਲੋਕਾਂ ਨੂੰ ਮਖੌਲਾਂ ਕਰਦੀ, ਆਪਣੇ ਅਖਾਣਾਂ ਨਾਲ ਉਹਨਾਂ ਨੂੰ ਨਸੀਹਤਾਂ ਦਿੰਦੀ। ਜਵਾਈ ਭਾਈ ਐ, ਅਗਲਾ ਗੁੱਸਾ ਕਰ ਜਾਊ, ਬੀਬੀ ਮਖੌਲ ਨਾ ਕਰਿਆ ਕਰੋ।
ਮੈਂ ਕਹਿੰਦੀ, ਪਰ ਜੋ ਮਨ 'ਚ ਧਾਰ ਲੈਂਦੀ ਕਹਿ ਕੇ ਹਟਦੀ। ਕਈ ਦਿਨ ਤੋਂ ਭਾਈਏ ਬਾਹਰਲੀ ਗਲੀ ਪੁੱਟ ਕੇ ਦੁਆਰਾ ਬਣਾ ਰਹੇ ਸੀ। ਅੰਤਾਂ ਦੀ ਗਰਮੀ ਪੈ ਰਹੀ ਸੀ। ਬਿਜਲੀ ਤੋਂ ਬਗੈਰ ਸਾਹ ਨਿਕਲਦਾ ਸੀ। ਬੀਬੀ ਹੌਲੀ ਹੌਲੀ ਜਾ ਕੇ ਬਾਹਰ ਬੈਠ ਜਾਂਦੀ। ਬੀਬੀ ਹੁਕਮ ਕਰਦੀ, ਇਹਨਾਂ ਨੂੰ ਲਗਾਤਾਰ ਚਾਹ ਦੇਣੀ ਹੈ, ਪਰਦੇਸੀ ਹੈ, ਸੇਵੀਆਂ ਬਣਾ ਕੇ ਦਿਓ, ਖੀਰ ਬਣਾ ਕੇ ਦਿਓ। ਕੋਈ ਨਾ ਕੋਈ ਨਿਆਣਾ ਹੱਟੀ ਭੇਜ ਕੇ ਉਹਨਾਂ ਲਈ ਬਿਸਕੁਟ, ਭੁਜੀਆ, ਰਸ ਮੰਗਵਾਉਂਦੀ ਰਹਿੰਦੀ। ਜਦੋਂ ਮੇਰੀ ਬੀਬੀ ਦਾ ਸਾਹ ਨਿਕਲ ਗਿਆ, ਉਹ ਸਾਰੇ ਉੱਚੀ ਉੱਚੀ ਰੋਣ। ਮਾਂ ਉਹਨਾਂ ਕੋਲ ਬਾਹਰ ਜਾ ਕੇ ਬੈਠੀ ਸੀ। ਉਹਨਾਂ ਕੋਲ ਬੈਠਣਾ ਉਹਦੇ ਸਾਹਾਂ ਦੀ ਅੰਤਮ ਡੋਰੀ ਸੀ। ਭਈਆਂ ਦੀ ਕੁੜੀ ਨਾਲੇ ਉੱਚੀ ਉੱਚੀ ਰੋਈ ਜਾਵੇ, ਨਾਲੇ ਮੈਨੂੰ ਕਹੀ ਜਾਵੇ, आपकी माई जैसी सारे गांव में नहीं है, बहुत अच्छी, बहुत सेवा करती थी हमारी। ਬੀਬੀ ਦੇ ਆਖਰੀ ਵੇਲੇ ਅਸੀਂ ਘਰ 'ਚ ਕੋਈ ਵੀ ਨਹੀਂ ਸੀ, ਸਿਰਫ ਇੱਕ ਛੋਟੀ ਕੁੜੀ ਸੀ। ਬੀਬੀ ਭਈਆਂ ਕੋਲੋਂ ਬਾਹਰੋਂ ਬੈਠੀ ਅੰਦਰ ਆਈ। ਅੰਦਰ ਆ ਕੇ ਠੰਡੀ ਲੱਸੀ ਪੀਤੀ। ਅਮਨ ਕੱਪੜੇ ਧੋਣ ਲੱਗ ਪਈ। ਉਹਨੇ ਅੰਦਰੋਂ ਕੁਰਸੀ ਦਾ ਖੜਾਕ ਸੁਣਿਆ। ਮਾਂ ਜਾ ਚੁੱਕੀ ਸੀ। ਅੰਤਮ ਵੇਲੇ ਨਾ ਹਾਏ ਆਖੀ, ਨਾ ਕਿਸੇ ਤੋਂ ਪਾਣੀ ਦੀ ਘੁੱਟ ਤੱਕ ਪੀਤਾ। ਉਹ ਦਰਵੇਸ਼ਾਂ ਵਾਂਗੂ ਤੁਰ ਗਈ। ਜਦੋਂ ਮੈਂ ਸਵੇਰੇ ਤੁਰਨ ਲੱਗੀ, ਬੀਬੀ ਨੇ ਮੇਰੇ ਸਾਹਮਣੇ ਨਹਾਉਣ ਲਈ ਨਲਕਾ ਗੇੜ ਕੇ ਪਾਣੀ ਭਰਿਆ। ਮੈਨੂੰ ਕਾਲਜੋਂ ਫੋਨ ਆ ਗਿਆ। ਮੈਂ ਕੁੜੀ ਨੂੰ ਪਾਣੀ ਗੇੜਨ ਲਈ ਆਖਿਆ, ਪਰ ਬੀਬੀ ਨੂੰ ਤਾਂ ਜਿਵੇਂ ਜਵਾਨੀ ਚੜ੍ਹੀ ਹੋਵੇ, ਦਵਾ ਦਵ ਪਾਣੀ ਗੇੜ ਰਹੀ ਸੀ। ਮੈਂ ਬੀਬੀ ਨੂੰ ਚਿੱਟੇ ਸੂਟ ਲਿਆਤੇ। ਮੈਂ ਆਖ ਰਹੀ ਸੀ, ਆਹ ਕੱਪੜੇ ਨਹੀਂ ਪਾਉਣੇ, ਹੋਰ ਲਿਆ ਕੇ ਦਿਆਂਗੀ। ਬੀਬੀ ਨੇ ਨਾਲੇ ਤਾਂ ਮੇਰੇ ਵੱਲੋਂ ਚਿੱਟੇ ਕੱਪੜੇ ਲਿਆ ਕੇ ਦੇਣ ਲਈ ਮੇਰੀ ਖਾਤਰਦਾਰੀ ਕੀਤੀ, ਨਾਲੇ ਆਖਿਆ, ਚਿੱਟੇ ਕੱਪੜੇ ਅੱਗ ਲਾਤਿਆ ਮਹੀਨਾ ਰਹਿ ਗਿਆ, ਗਰਮੀ ਮੁੱਕ ਜਾਣੀ ਆ, ਫੇਰ ਲਿਆ ਦਈ। ਇਹ ਕੀ ਪਤਾ ਸੀ ਕੁਝ ਘੰਟਿਆਂ ਮਗਰੋਂ ਬੀਬੀ ਨੇ ਹਮੇਸ਼ਾ ਲਈ ਚਿੱਟੇ ਕੱਪੜੇ ਪਾ ਲੈਣੇ। ਬੀਬੀ ਮੈਨੂੰ ਰੋਟੀ ਤੇ ਮੱਖਣ ਰੱਖਣ ਲਈ ਆਖ ਰਹੀ ਸੀ। ਉਹ ਮੇਰੇ ਖਾਣ ਪੀਣ ਦਾ ਬਹੁਤ ਖਿਆਲ ਰੱਖਦੀ ਸੀ। ਮੇਰੀ ਡਿਊਟੀ ਡਮੇਲੀ ਕਾਲਜ ਲੱਗੀ ਸੀ। ਡਮੇਲੀ ਦੇ ਗੁਰਦੁਆਰੇ ਦੇ ਅੰਦਰ ਮੈਂ ਬੈਠੀ ਸੀ ਜਦੋਂ ਮੈਨੂੰ ਫੋਨ ਆ ਗਿਆ। ਮੇਰੇ ਕੋਲ ਉੱਠਿਆ ਨਹੀਂ ਗਿਆ। ਮੈਂ ਉੱਥੇ ਹੀ ਉੱਚੀ ਉੱਚੀ ਰੋਣ ਲੱਗ ਪਈ। ਡਾਕਟਰ ਨੂੰ ਫੋਨ ਕੀਤਾ, ਮੈਨੂੰ ਜਾ ਕੇ ਸਾਰੀ ਗੱਲ ਦੱਸੋ, ਬੀਬੀ ਨੂੰ ਵੇਖੋ ਜਾ ਕੇ ਕੀ ਹੋਇਆ। ਕੁਝ ਚਿਰ ਮਗਰੋਂ ਡਾਕਟਰ ਦਾ ਫੋਨ ਆ ਗਿਆ। ਭੌਰ ਉੱਡ ਗਿਆ ਸੀ। ਮੈਂ ਡਮੇਲੀ ਕਾਲਜ ਵੱਲ ਕਾਵ ਉਚਾਰਨ ਪ੍ਰਤੀਯੋਗਤਾ ਦੀ ਟੀਮ ਲੈ ਕੇ ਗਈ। ਵਾਸਤੇ ਪ੍ਰਹਾਰ ਦੇ ਮੁੰਡੇ ਵਰਿੰਦਰ ਪ੍ਰਹਾਰ ਨੇ ਮੈਨੂੰ ਪਛਾਣ ਲਿਆ। ਜੁਲਾਈ ਮਹੀਨੇ ਨਵਾਂ ਜ਼ਮਾਨਾ 'ਚ ਮੇਰਾ ਲਿਖਿਆ ਲੇਖ ਛਪਿਆ ਸੀ। ਫੋਟੋ ਤੋਂ ਮੇਰੀ ਪਹਿਚਾਣ ਹੋ ਗਈ। ਉਸ ਵਕਤ ਵਰਿੰਦਰ ਪ੍ਰਹਾਰ ਮੈਨੂੰ ਘਰ ਛੱਡ ਕੇ ਗਿਆ। ਮੈਂ ਜਿਵੇਂ ਘਰ ਵੱਲ ਵੱਧ ਰਹੀ ਸੀ, ਮੇਰਾ ਰੋਣਾ ਹੋਰ ਉੱਚਾ ਹੋ ਰਿਹਾ ਸੀ। ਮਾਂ ਮੇਰੀ ਹਮੇਸ਼ਾ ਲਈ ਤੁਰ ਗਈ। ਪਤਾ ਨਹੀਂ ਮੇਰਾ ਪਰਸ ਕਿੱਧਰ ਡਿੱਗ ਪਿਆ, ਕਿੱਧਰ ਜੁੱਤੀ ਸੀ। ਸਾਰਾ ਅੰਦਰ ਬਾਹਰ ਪਿੰਡ ਦੇ ਲੋਕਾਂ ਨਾਲ ਭਰਿਆ ਪਿਆ ਸੀ। ਮਾਂ ਦੇ ਸਰੀਰ ਤੋਂ ਲੱਗ ਰਿਹਾ ਸੀ ਜਿਵੇਂ ਉਹ ਸੁੱਤੀ ਪਈ ਹੈ। ਮੇਰਾ ਮਾਮਾ ਜਦੋਂ ਆਉਂਦਾ ਸੀ ਤਾਂ ਆਖਦਾ, ਭਜਨੋਂ, ਜਦੋਂ ਤੂੰ ਮਰਨਾ ਤੇਰੇ ਪਿੱਛੇ ਲੋਕਾਂ ਦੀ ਸਿਵਿਆਂ ਤੱਕ ਲੰਬੀ ਲਾਈਨ ਲੱਗੀ ਹੋਣੀ ਆ, ਤੇ ਮੇਰੇ ਪਿੱਛੇ ਕਿਸੇ ਨੇ ਨਹੀਂ ਢੁਕਣਾ। ਸੱਚੀ ਬੀਬੀ ਦੀ ਅਰਥੀ ਪਿੱਛੇ ਲੋਕਾਂ ਦਾ ਹਜੂਮ ਤੁਰ ਪਿਆ ਸੀ। ਬਹੁਤ ਦੂਰ ਤੱਕ ਲੋਕ ਹੀ ਲੋਕ ਦਿਸਦੇ ਸਨ। ਇਹ ਸਭ ਮੇਰੀ ਮਾਂ ਦੇ ਸੁਭਾਅ 'ਚ ਮਿਠਾਸ ਤੇ ਅਪਣੱਤ ਕਰਕੇ ਹੀ ਤਾਂ ਸੀ। ਧੰਨਵਾਦ।